ਵਾਹਿਗੁਰੂ ਸਾਹਿਬ ਜੀਓ। ਸਵਈਆ ਬਾਰੇ ਆਨਣ ਤੇ ਬਰ ਦੇਹ ਗੁਰੂ, ਬਰ ਗ੍ਰੰਥ ਸੰਪੂਰਨ ਹੋਏ ਅਬੈ। ਬਲ ਜਾਏ ਕਵੀ ਤੁਮਰੋ ਬਲ ਪਾਏ, ਕਰੂੰ ਕਵਿਤਾ ਸੁਭ ਛੰਦ ਸਬੈ। ਬਾਰੇ ਆਨਣ ਤੇ ਬਰ ਦੇਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜੋ ਪਾਵਨ ਸ਼ਬਦ ਉਪਦੇਸ਼ ਕਰਕੇ ਨਿਹਾਲ ਕੀਤਾ ਹੈ ਹਰਦਿਆਲਪੁਰ ਹੋਤਾਈ, ਔਰ ਧਰਮ ਨੂੰ ਅੰਦਰੋਂ ਕਮਾਉਣਾ ਅਤੇ ਬਾਹਰ ਚਿੰਨ੍ਹ ਧਰਮ ਦੀ ਨਿਸ਼ਾਨੀ ਹੋਣੇ। ਜੇ ਬਾਹਰ ਚਿੰਨ੍ਹ ਹਨ ਅੰਦਰ ਧਰਮ ਨਹੀਂ ਹੈ, ਉਹ ਪਾਖੰਡ ਹੋ ਜਾਂਦਾ। ਇਸ ਤਰ੍ਹਾਂ ਗੁਰਾਂ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਅੱਗੇ 10ਵਾਂ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਬਾਰਦ ਅਧਿਆਇ 10ਵਾਂ 203 ਅੰਗ ਤੇ ਸੰਸਾਰ ਭਰ ਦੇ ਵਿੱਚ ਇੰਟਰਨੈਟ ਦੇ ਰਾਹੀਂ sf6center.org ਦੇ ਰਾਹੀਂ ਅਤੇ ਸਪੈਸ਼ਲ ਰੇਡੀਓ ਹਮਸਫਰ ਦੇ ਰਾਹੀਂ ਇਹ ਕਥਾ ਸੰਗਤਾਂ ਦੂਰ ਦਰਾਡਿਆਂ ਤੱਕ ਸ਼ਰਵਣ ਕਰ ਰਹੀਆਂ ਹਨ। ਸਵੇਰ ਦੀ ਕਥਾ 6 ਤੋਂ 7 ਹਮਸਫਰ ਰੇਡੀਓ ਤੇ ਸ਼ਰਵਣ ਕਰਦੇ ਹਾਂ ਤੇ ਸ਼ਾਮ ਦੀ ਕਥਾ 6:30 ਤੋਂ 7:30 ਸਪੈਸ਼ਲ ਰੇਡੀਓ ਜੋ ਹੈ ਹਮਸਫਰ ਦਾ, ਉਹਦੇ ਉੱਤੇ ਆਉਂਦੀ ਹੈ। ਬਹੁਤ ਸਾਰੇ ਪ੍ਰੇਮੀਆਂ ਨੂੰ ਇਸ ਚੀਜ਼ ਦਾ ਨਹੀਂ ਸੀ ਪਤਾ, ਇਸ ਕਰਕੇ ਸ਼ਰਵਣ ਕਰ ਸਕਦੇ ਹਾਂ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਪਾਵਨ ਕਥਾ ਉਪਦੇਸ਼ ਦੇਣ ਲਈ ਪ੍ਰਸੰਗ ਪਿੱਛੇ ਆਇਆ, ਸੋ ਹੁਣ ਜੋ ਗੁਰੂ ਨਾਨਕ ਸਾਹਿਬ ਨੇ ਕੌਤਕ ਕੀਤੇ, ਕਿਸ ਪ੍ਰਕਾਰ ਬਖਸ਼ਿਸ਼ਾਂ ਹੋ ਰਹੀਆਂ ਨੇ, ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਸਵਈਆ ਬਾਰੇ ਆਨਣ ਤੇ ਬਰ ਦੇਹ ਗੁਰੂ, ਬਰ ਗ੍ਰੰਥ ਸੰਪੂਰਨ ਹੋਏ ਅਬੈ। ਕਵੀ ਜੀ ਨੇ ਆਪਣੀ ਕਵਿਤਾ ਦਾ ਕਮਾਲ ਕਈ ਥਾਈਂ ਬਹੁਤ ਅੱਛਾ ਦਿਖਾਇਆ ਹੈ। ਇੱਕ ਅੱਖਰ ਦੀ ਹੀ ਵਰਤੋਂ ਕਰਨੀ, ਕਾਫੀ ਜਗ੍ਹਾ ਤੇ ਐਸਾ ਆਵੇਗਾ। ਸੋ ਬਰ ਅੱਖਰ ਦੀ ਵਰਤੋਂ ਕੀਤੀ ਹੈ। ਬਰ ਨਾਮ ਸ੍ਰੇਸ਼ਟ ਦਾ ਹੈ। ਬਰ ਆਨੰਦ ਤੇ ਬਰ ਦੇਹੋ ਗੁਰੂ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੇਸ਼ਟ ਮੁਖ ਤੋਂ ਸ੍ਰੇਸ਼ਟ ਇਹ ਕਿਰਪਾ ਕਰਕੇ ਜੋ ਬਰ ਬਖਸ਼ਿਸ਼ ਕਰੋ, ਤੇ ਬਰ ਤੋਂ ਭਾਵ ਜੋ ਸ੍ਰੇਸ਼ਟ ਗ੍ਰੰਥ ਹੈ ਸੰਪੂਰਨ ਹੋ ਜਾਵੇ। ਬਲ ਜਾਏ ਕਵੀ ਤੁਮਰੋ ਬਲ ਪਾਏ, ਕਰੋ ਕਵਿਤਾ ਸੁਭ ਛੰਦ ਸਬੈ। ਦੂਜੀ ਲਾਈਨ ਵਿੱਚ ਬਲ ਅੱਖਰ ਦੀ ਵਰਤੋਂ ਕੀਤੀ। ਬਲ ਜਾਏ ਕਵੀ ਤੁਮਰੋ ਬਲ ਪਾਏ, ਤੁਹਾਡਾ ਬਲ ਪਾ ਕੇ, ਤੁਹਾਡੀ ਤਾਕਤ ਪਾ ਕੇ ਬਲਿਹਾਰ ਜਾਂਦਾ ਕਵੀ ਸੰਤੋਖ ਸਿੰਘ। ਕਰੋ ਕਵਿਤਾ, ਸੋਹਣੀ ਕਵਿਤਾ ਬਣਾਵਾਂ, ਸੋਹਣੇ ਛੰਦ ਸਾਰੇ ਢੰਗ ਦੇ ਨਾਲ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁਟੀ ਨਾ ਰਹੇ। ਬਲਹੀਨ ਕਰੋ ਬਿਗਨਾ ਸਭ ਹੀ, ਗੁਰ ਕੀਰਤ ਗ੍ਰੰਥ ਸੋ ਹੋਏ ਤਬੈ। ਸਾਰੇ ਜਿਹੜੇ ਵਿਘਨ ਪੈਣ ਵਾਲੇ ਨੇ, ਕਿਰਪਾ ਕਰਕੇ ਵਿਘਨਾਂ ਨੂੰ ਬਲਹੀਨ ਹੀ ਕਰ ਦਿਓ। ਕੋਟ ਵਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ। ਅਨਕ ਪਾਪ ਤਾਂ ਕੇ ਪਾਣੀ ਹਾਰ, ਜਾ ਕੋ ਮਾਇਆ ਭਈ ਕਰਤਾਰ। ਬਲਹੀਨ ਕਰੋ ਸਾਰੇ ਵਿਘਨਾਂ ਨੂੰ,
ਅਤੇ ਗੁਰੂ ਦੀ ਕੀਰਤੀ ਦਾ ਇਹ ਗ੍ਰੰਥ ਤਦੋਂ ਹੀ ਸੰਪੂਰਨ ਹੋ ਸਕਦਾ ਹੈ ਜੀ। ਵਿਗਨਾ ਤਮ ਰੂਪ ਅਮਾਵਸ ਕੋ ਜਹ ਗ੍ਰੰਥ ਦੁਤੀ ਦੁਤ ਚੰਦ ਸੰਭਵੈ। ਜਿਵੇਂ ਦੂਜ ਦਾ ਚੰਦਰਮਾ ਬਹੁਤ ਸੋਹਣਾ ਲੱਗਦਾ ਹੈ ਚੜਿਆ ਹੋਇਆ, ਇਸ ਤਰ੍ਹਾਂ ਇਸ ਗ੍ਰੰਥ ਵਿੱਚ ਜਿਹੜੇ ਵਿਘਨ ਪੈ ਰਹੇ ਨੇ, ਵਿਘਨਾਤਮ ਰੂਪ ਅਮਾਵਸ ਕੋ, ਇਹ ਜਿਵੇਂ ਬਹੁਤ ਸਾਰੇ ਵਿਘਨ, ਜਿਵੇਂ ਮੱਸਿਆ ਦਾ ਦਿਨ ਹੁੰਦਾ, ਕਾਲੀ ਬੋਲੀ ਹਨੇਰੀ ਰਾਤ, ਉਹਦੇ ਵਿੱਚ ਜਿਹੜੇ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਦੂਰ ਕਰਕੇ ਇਹ ਗ੍ਰੰਥ ਦੂਜ ਦੇ ਚੰਦਰਮਾ ਵਾਂਗੂ ਦੁਤੀ ਤੋਂ ਭਾਵ ਹੁੰਦੀ ਇਹਦੀ ਸ਼ੋਭਾ ਐਸੀ ਹੋ ਜਾਵੇ ਜੀ। ਸ੍ਰੀ ਬਾਲਾ ਸੰਦਰਬਾਚ ਦੋਹਰਾ ਤਿਹ ਪਾਛੈ ਸ੍ਰੀ ਸਤਿਗੁਰੂ ਕਰ ਬਹੁ ਆਪਨ ਦੁਰਾਵ। ਸ੍ਰੀ ਬਾਲਾ ਸੰਦਰਬਾਜ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਕਥਾ ਸ੍ਰੀ ਖਡੂਰ ਸਾਹਿਬ ਵਿਖੇ ਸੁਣਾ ਰਹੇ ਨੇ। ਅੱਗੇ ਦੋਹਰਾ ਉਚਾਰਨ ਕਰਦੇ ਨੇ। ਇਹ ਮਹਾਰਾਜ ਜੀ ਜਦੋਂ ਮਲਾਣੇ ਨੂੰ ਉਪਦੇਸ਼ ਦਿੱਤਾ, ਪਾਂਧੇ ਨੂੰ ਪਹਿਲਾਂ ਦਿੱਤਾ, ਫਿਰ ਪੰਡਿਤ ਨੂੰ ਉਪਦੇਸ਼ ਕੀਤਾ, ਉਸ ਤੋਂ ਬਾਅਦ ਤੇ ਪਾਤਸ਼ਾਹ ਸ੍ਰੀ ਸਤਿਗੁਰੂ, ਉਸ ਤੋਂ ਬਾਅਦ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਰ ਬਹੁ ਆਪਨ ਦੁਰਾਵ। ਦੁਰਾਵ ਹੁੰਦਾ ਛਪਾਓ ਕਰਨਾ। ਸਤਿਗੁਰੂ ਜੀ ਹੁਣ ਆਪਣਾ ਛਪਾਓ ਕਰਨ ਲੱਗ ਪਏ, ਆਪਣੀ ਗੱਲ ਨੂੰ ਬਹੁਤਾ ਪ੍ਰਗਟ ਨਹੀਂ ਕਰਦੇ ਹਨ। ਮਤ ਸੁਭਾਵ ਆਨੰਦ ਮਹਿ ਕਰਹਿ ਨ ਕਛੂ ਲਖਾਵ। ਕੁਛ ਜਨਾਉਣਾ ਨਹੀਂ ਕਰਦੇ ਹਨ, ਕਿਉਂਕਿ ਮਤ ਤੋਂ ਭਾਵ ਇੱਥੇ ਜੋ ਮਸਤ ਸੁਭਾਅ ਬਣਾ ਲਿਆ, ਐਨ ਮਸਤ ਸੁਭਾਅ ਰਹਿਣਾ, ਕਿਸੇ ਨਾਲ ਬੋਲਣਾ ਨਹੀਂ, ਚੱਲਣਾ ਨਹੀਂ, ਆਨੰਦਮਈ ਸੁਭਾਅ ਵਿੱਚ ਰਹਿਣਾ। ਚੌਪਈ ਉਦਾਸੀਨ ਬ੍ਰਿਤ ਰਹਿ ਅਰੂਡਾ। ਟਿਕੇ ਹੋਏ ਰਹਿੰਦੇ ਨੇ, ਬਸ ਉਦਾਸੀਨ ਬਿਰਤੀ ਵਿੱਚ, ਕਿਸੇ ਨਾਲ ਗੱਲ ਨਹੀਂ ਕਰਦੇ। ਜਾਂ ਤੇ ਲਖ ਨਾ ਸਕਹਿ ਨਰ ਮੂਢਾ। ਇਸ ਕਰਕੇ ਜਿਹੜੇ ਮੂਰਖ ਬੰਦੇ ਨੇ ਸੰਸਾਰ ਦੇ ਵਿੱਚ, ਉਹ ਨਹੀਂ ਜਾਣ ਸਕਦੇ ਕਿ ਗੁਰੂ ਨਾਨਕ ਦੇਵ ਜੀ ਕੀ ਕੌਤਕ ਕਰਦੇ ਨੇ, ਕਿਉਂ ਕਰਦੇ ਨੇ, ਕਿਉਂਕਿ ਬੁੱਧੀ ਸਾਰਿਆਂ ਦੀ ਉਨੀ ਜ਼ਿਆਦਾ ਨਹੀਂ ਹੁੰਦੀ। ਕਿਸੇ ਦੀ ਕਿਵੇਂ, ਕਿਸੇ ਦੀ ਕਿਵੇਂ, ਕਿਸੇ ਦੀ ਥੋੜੀ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਉਹ ਆਪਣੀ ਆਪਣੀ ਬੁੱਧੀ ਹਰੇਕ ਇਨਸਾਨ ਦੀ ਹੈ। ਆਪਾਂ ਵੀ ਕਈ ਵਾਰ ਕਈਆਂ ਦੀ ਬੁੱਧੀ ਤੇ ਹੈਰਾਨ ਹੁੰਦੇ ਆ ਵੀ ਇਹ ਚੰਗਾ ਬੰਦਾ, ਬੇਅਕਲ ਜਿਹਾ ਜਾਂ ਮੂਰਖ ਆਦਮੀ ਹੈ, ਜਾਂ ਇਹਨੂੰ ਸਮਝ ਨਹੀਂ ਹੈ, ਸੋ ਮੂੜ ਮੱਤੀਆ ਜਿਹਾ ਹੈ, ਕੋਈ ਕਿਸੇ ਮਤ ਦਾ ਹੈ, ਕੋਈ ਤੇਜ਼ ਬੁੱਧੀ ਵਾਲਾ ਹੈ, ਕੋਈ ਓਵਰ ਕਲੇਵਰ ਜਿਹਾ ਹੀ ਹੁੰਦਾ। ਕਈ ਵਾਰੀ ਤਰ੍ਹਾਂ ਤਰ੍ਹਾਂ ਦੇ ਇਨਸਾਨ ਦੁਨੀਆ ਦੇ ਅੰਦਰ ਬੈਠੇ ਹਨ। ਫੇਰਣ ਹੇਤ ਨਾ ਖੋਲੈ ਨੈਣਾ। ਦੇਖਣ ਵਾਸਤੇ ਵੀ ਗੁਰੂ ਨਾਨਕ ਸਾਹਿਬ ਨੇਤਰ ਨਹੀਂ ਖੋਲਦੇ, ਲੋੜ ਹੀ ਨਹੀਂ ਬਾਹਰ ਦੇਖਣ ਦੀ। ਚੰਚਲ ਅਧਰ ਨਾ ਕਰ ਹਿਤ ਬੈਨਾ। ਇਸ ਕਰਕੇ ਹੋਂਠਾਂ ਨੂੰ ਬਚਨ ਕਹਿਣ ਵਾਸਤੇ ਚੰਚਲ ਨਹੀਂ ਕਰਦੇ, ਭਾਵ ਹਿਲਾਉਂਦੇ ਨਹੀਂ, ਬੁੱਲ ਆਪਣੇ ਚੁੱਪ ਰਹਿੰਦੇ ਨੇ। ਸਹਿਜ ਸੁਭਾਇਕ ਕਿਰਿਆ ਰਖੀਕੇ। ਸਹਿਜ ਸੁਭਾਵ ਕੀ ਜਿਹੜੀ ਰਖੀਕ ਹੁੰਦੀ ਇੰਦਰੀਆਂ ਦੀ ਕਿਰਿਆ ਚੱਲਦੀ ਹੈ। ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ। ਬਸ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਆਰਾਮ ਨਾਲ ਟਿਕੇ ਬੈਠੇ ਰਹਿੰਦੇ ਨੇ। ਅੰਤਰਮੁਖੀ ਬ੍ਰਿਤ ਦਿਨ ਰਹਿਣਾ। ਅੰਤਰਮੁਖ ਬਿਰਤੀ ਕੀਤੀ ਹੋਈ ਹੈ ਰਾਤ ਦਿਨ। ਇਸ ਤਰ੍ਹਾਂ ਅੰਤਰਮੁਖ ਬਿਰਤੀ ਕਰਨੀ, ਅੰਦਰੇ ਹੀ ਆਪਣਾ ਜਾਪ ਕਰਨਾ, ਸੁੰਨ ਸਮਾਧੀ ਆਪ। ਕਰ ਰਾਖੀ ਸ੍ਰੀ ਪੰਕਜ ਨੈਣਾ। ਸੋ ਪੰਕਜ ਨੈਣਾ, ਸੋਹਣੇ ਕਮਲ ਜਿਵੇਂ ਹੁੰਦੇ ਨੇ, ਉਹਨੇ ਪੱਤੀਆਂ ਕਮਲ ਦੀਆਂ, ਇਸ ਤਰ੍ਹਾਂ ਸੋਹਣੇ ਨੇਤਰ ਹਨ ਜੀ। ਜਗਤ ਅਸਾਰ ਖੇਲ ਜਿਵ ਸਿਸਕੀ। ਸੋ ਜਿਸ ਪ੍ਰਕਾਰ ਇਹ ਜਗਤ ਦਾ ਖੇਲ ਹੈ, ਅਸਾਰ ਹੈ, ਖੇਲ ਜਿਵ ਸਿਸਕੀ, ਭਾਵ ਜਿਵੇਂ ਬੱਚਿਆਂ ਦੀ ਖੇਡ ਹੁੰਦੀ ਹੈ। ਹਸ ਲਖ ਕਰਹਿ ਨਾ ਕਾਂਖਾ ਕਿਸ ਕੀ। ਇਸ ਤਰ੍ਹਾਂ ਕਿਸੇ ਪ੍ਰਕਾਰ ਕੋਈ ਇੱਛਾ ਨਹੀਂ ਕਰਦੇ ਹਨ ਮਨ ਦੇ ਅੰਦਰ। ਨਰ ਨਾਰੀ ਭਖ ਹੈ ਅਸਰੀਤੀ। ਸਾਰੇ ਮਾਈ ਭਾਈ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਕਹਿੰਦੇ ਹਨ। ਕਾਲੂ ਸੁਤ ਕੀ ਮਤ ਵਿਪਰੀਤੀ। ਕਹਿੰਦੇ ਬਾਬਾ ਕਲਿਆਣ ਚੰਦ ਦੇ ਪੁੱਤਰ ਦੀ ਮਤ ਉਲਟੀ ਹੋ ਗਈ। ਦੁਨੀਆ ਹੈ, ਇਹ ਦੁਨੀਆ ਕਿਸੇ ਨੇ ਸਾਦੀ ਨਹੀਂ ਕਹਿੰਦੇ, ਇਹਦਾ ਤਾਂ ਪਤਾ ਹੀ ਨਹੀਂ ਚੱਲਦਾ। ਦਾਤੀ ਦੇ ਇੱਕ ਪਾਸੇ ਦੰਦੇ, ਦੁਨੀਆ ਦੇ ਦੋਨੋਂ ਪਾਸੇ ਦੰਦੇ ਆ। ਜੇ ਤਾਂ ਚੁੱਪ ਕਰਕੇ ਮਹਾਰਾਜ ਤਾਂ ਕਹਿਣਗੇ ਮਤ ਪੁੱਠੀ, ਜੇ ਬੋਲਦੇ ਆ ਕਹਿੰਦੇ ਬਹੁਤਾ ਜ਼ਿਆਦਾ ਬੋਲਦੇ ਆ। ਅੱਗੇ ਚੱਲ ਕੇ ਆਵੇਗਾ ਭਾਈ ਮਰਦਾਨੇ ਨੂੰ ਕਹਿਣਗੇ, ਇਸ ਤਰ੍ਹਾਂ ਹੀ ਕਹਿਣਗੇ, ਮਰਦਾਨਾ ਜੀ ਮਹਾਰਾਜ ਇਹ ਮੈਂ ਜੇ ਬਾਂਹ ਸਰਾਣੇ ਦਿੱਤੀ ਤਾਂ ਵੀ ਔਖੇ ਆ, ਬਾਂਹ ਹੁਣ ਮੈਂ ਕੱਢ ਲਈ ਤਾਂ ਵੀ ਔਖੇ ਆ।
ਇਹ ਦੁਨੀਆ ਕਿੱਦਾਂ ਦੀ। ਮਹਾਰਾਜ ਕਹਿੰਦੇ ਮਰਦਾਨਾ ਇਹ ਦੁਨੀਆ ਇਦਾਂ ਦੀ ਹੋਈ ਹੈ, ਇਹਦੇ ਵਿੱਚ ਬੰਦੇ ਨੂੰ ਆਪਣੀ ਮਸਤ ਚਾਲ ਤੁਰਨਾ ਚਾਹੀਦਾ ਹੈ। ਆਗੇ ਕਹਿਤ ਬੈਨ ਗੁਣ ਸਾਲੇ, ਅੱਗੇ ਕਹਿੰਦੇ ਸੀ ਬੜੇ ਸੋਹਣੇ ਸੋਹਣੇ ਬਚਨ ਗੁਣਾਂ ਦੇ ਘਰ ਸਤਿਗੁਰੂ ਮਹਾਰਾਜ। ਕੀਏ ਤੂਸਨ ਅਬ ਕੌਣ ਕੁਚਾਲੇ, ਉਹ ਹੁਣ ਇਹ ਚੁੱਪ ਕਰ ਗਏ ਨੇ, ਕੀ ਕੁਚਾਲੀ ਚੱਲ ਰਹੇ ਨੇ, ਪਰ ਇਹ ਖੋਟੀ ਚਾਲ ਕਿਉਂ ਚੱਲਦੇ ਨੇ, ਚੁੱਪ ਕਿਉਂ ਕਰ ਗਏ ਨੇ। ਈਟ ਲੱਗੀ ਨਰ ਨਾਰਨ ਕੇਰੀ, ਦੁਨੀਆ ਦੀ ਜਿੱਥੇ ਇੱਕ ਨਜ਼ਰ ਹੁੰਦੀ, ਜਿੱਥੇ ਇੱਕ ਬੁੱਧੀ ਕੰਮ ਕਰਦੀ ਹੁੰਦੀ ਹੈ, ਉਨੇ ਕੁ ਬੋਲਦੇ ਲੋਕ। ਲੋਕਾਂ ਨੂੰ ਬਸ ਆਹੀ ਗੱਲਾਂ ਪਤਾ ਹੁੰਦੀਆਂ ਸੀ ਤੇ ਭੂਤ ਚਿੰਬੜ ਗਿਆ, ਨਜ਼ਰ ਲੱਗ ਗਈ, ਇਦੋਂ ਗਾਹਾਂ ਦੁਨੀਆ ਕੱਖ ਨਹੀਂ ਜਾਣਦੀ ਹੈ, ਇੰਨੀਆਂ ਕੁ ਗੱਲਾਂ ਕਰੀ ਜਾਣਗੇ। ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਨਜ਼ਰ ਲੱਗ ਗਈ ਬਹੁਤਿਆਂ ਬੰਦਿਆਂ ਦੀ। ਜੇ ਮਸਤਾਨੀ ਤੌਰ ਕਨੇਰੀ, ਸੋ ਜਿਨ੍ਹਾਂ ਦੇ ਤੌਰ ਤਰੀਕੇ ਘਨੇਰੇ ਬਹੁਤੇ ਜ਼ਿਆਦਾ ਮਸਤਾਨੇ ਹੋ ਗਏ ਨੇ। ਭੂਤ ਪ੍ਰੇਤ ਕੀ ਭਈ ਕੇ ਛਾਇਆ, ਬਸ ਜੇ ਬੰਦਾ ਚੁੱਪ ਕਰ ਜੇ, ਭਾਵੇਂ ਉਹ ਪਾਠ ਹੀ ਕਰਦਾ ਹੋਵੇ, ਕਹਿਣਗੇ ਪਤਾ ਨਹੀਂ ਚਿੰਬੜਿਆ ਹੋਇਆ ਕੁਛ, ਚੁੱਪ ਕਰ ਗਿਆ। ਜੇ ਰੌਲਾ ਬਹੁਤਾ ਪਾਵੇ ਕਹਿੰਦੇ ਬੜਾ ਸ਼ੈਤਾਨ ਬੰਦਾ। ਕਿਤੇ ਵੀ ਕਿਸੇ ਨੂੰ ਖੜਨ ਨੂੰ ਟਿਕਾਣਾ ਨਹੀਂ ਦਿੰਦੇ ਹਨ। ਸੁਣਨ ਕਹਿਨ ਜਨ ਸਭ ਬਿਸਰਾਇਆ, ਨਾ ਕਹਿੰਦੇ ਸੁਣਦੇ ਨੇ, ਨਾ ਕਹਿੰਦੇ, ਸਾਰੀਆਂ ਗੱਲਾਂ ਵਿਸਾਰ ਹੀ ਦਿੱਤੀਆਂ ਹਨ। ਕਸ਼ਕ ਦਿਵਸ ਬੀਤੇ ਅਸਰੀਤੀ, ਇਸ ਤਰੀਕੇ ਨਾਲ ਜਦੋਂ ਕੁਝ ਕੁ ਦਿਨ ਬਤੀਤ ਹੋ ਗਏ ਹਨ। ਇੱਕ ਸਮੇਂ ਕਾਲੂ ਕਰ ਪ੍ਰੀਤੀ, ਇੱਕ ਸਮੇਂ ਬਾਬਾ ਕਲਿਆਣ ਚੰਦ ਜੀ ਨੇ ਬੜੇ ਪਿਆਰ ਨਾਲ ਕਿਹਾ ਬਚਨ, ਅੰਕ ਵਿਸਾਏ ਸੀਸ ਕਰ ਫੇਰਾ, ਮਹਾਰਾਜ ਨੂੰ ਗੋਦੀ 'ਚ ਬਿਠਾ ਕੇ ਸੀਸ ਪਰ ਹੱਥ ਫੇਰਿਆ ਬੜੇ ਪਿਆਰ ਨਾਲ। ਸੂਗਤ ਮਸਤਕ ਆਨੰਦ ਕਨੇਰਾ, ਮਸਤਕ ਨੂੰ ਚੁੰਮਿਆ, ਬਹੁਤ ਆਨੰਦਿਤ ਹੋਏ। ਫੇਰ ਤਾਤ ਕੋ ਹਿਰਦੈ ਵਿਚਾਰਾ, ਆਪਣੇ ਪੁੱਤਰ ਨੂੰ ਦੇਖ ਕੇ ਮਨ ਦੇ ਅੰਦਰ ਐਵੇਂ ਵਿਚਾਰ ਕੀਤੀ। ਮਤ ਪ੍ਰਕਾਸ਼ ਹੈ ਕਰਤਿਓ ਕਾਰਾ, ਸੋ ਇਸ ਕਰਕੇ ਜਿਹੜੀ ਹੈ ਨਾ ਮਤ ਪ੍ਰਕਾਸ਼ ਪ੍ਰਗਟ ਹੋਵੇ, ਇਉਂ ਕੰਮ ਕਰਦਿਆਂ ਭਈ ਕੰਮ ਕਰਦਿਆਂ ਬੰਦੇ ਦੀ ਮੱਤ ਵੱਧਦੀ ਹੈ, ਵਿਹਲੇ ਬੈਠਣ ਨਾਲ ਮੱਤ ਨਹੀਂ ਵੱਧਦੀ ਹੈ। ਜਾਂ ਤੇ ਕਾਰ ਕਰਾਉ ਜੇ ਥੋਰੀ, ਇਸ ਕਰਕੇ ਸੋਚਿਆ ਵੀ ਚਲ ਬਹੁਤਾ ਕੰਮ ਨਹੀਂ ਕਰਦੇ, ਥੋੜਾ ਥੋੜਾ ਜਿਹਾ ਕੰਮ ਜਿਹਾ ਕਰਾਈ ਜਾਈਏ। ਸਨੈ ਸਨੈ ਪਰਚੈ ਸਭ ਠੌਰੀ, ਹੌਲੀ ਹੌਲੀ ਇਹ ਸਾਰੇ ਥਾਵਾਂ ਦੇ ਉੱਤੇ ਪਰਚਾ ਪੈ ਜਾਵੇਗਾ, ਇਹਨਾਂ ਦਾ ਪਰਚ ਜਾਣਗੇ। ਅਸਬਿਦ ਲਖ ਕਾਲੂ ਮੁਖ ਭਾਖੀ, ਇਉਂ ਇਸ ਤਰੀਕੇ ਨਾਲ ਜਾਣ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਮੁੱਖ ਵਿੱਚੋਂ ਬਚਨ ਕਿਹਾ, ਗੋ ਮਹਿਕੀ ਚਾਰੋਂ ਕਰ ਰਾਖੀ। ਜੇ ਤੁਸੀਂ ਬਹਿਣਾ ਹੀ ਚਾਹੁੰਦੇ ਹੋ ਵੀ ਚਲੋ ਬੈਠੋ, ਵੀ ਮੈਂ ਕਹਿੰਦਾ ਵੀ ਬੈਠੋ, ਜੇ ਬੈਠਣਾ ਬੈਠੋ, ਕੰਮ ਥੋੜਾ ਜਿਹਾ ਕਰੀ ਜਾਓ। ਸਾਨੂੰ ਗਊਆਂ ਮੱਝਾਂ ਲੈ ਦਿੰਦੇ ਆ, ਤੁਸੀਂ ਬਸ ਉਹ ਬਾਹਰ ਚਾਰਨ ਲੈ ਜਾਓ, ਆਰਾਮ ਨਾਲ ਚਰਦੀਆਂ ਰਹਿਣਗੀਆਂ, ਤੁਸੀਂ ਬੈਠੇ ਰਹੋ। ਏਕ ਆਤਮਜ ਹਮਰੇ ਧਾਮੋ, ਹੁਣ ਗੱਲ ਇਹ ਹੈ ਨਾ, ਇੱਕੋ ਇੱਕ ਪੁੱਤਰ ਆ ਸਾਡੇ ਘਰ ਦੇ ਵਿੱਚ, ਕਿਹ ਬਿਦ ਸਰੈ ਕਰੇ ਬਿਨ ਕਾਮੋ। ਹੁਣ ਜੇ ਪੁੱਤ ਕੰਮ ਨਾ ਕਰੇ ਫਿਰ ਸਰੇਗਾ ਕਿਵੇਂ ਘਰ ਦਾ ਕੰਮਕਾਰ। ਵੈਸਿਓ ਤਾਤ ਬਤੀਤ ਹੈ ਨਾਹੀ, ਪੁੱਤਰ ਜੀ ਇਉਂ ਬੈਠਿਆਂ ਕਿਤੇ ਉਮਰ ਲੰਘਦੀ ਆ, ਬੰਦਾ ਜੇ ਬੈਠਾ ਹੀ ਰਹੇ। ਕਰੋ ਕਾਰ ਨਿਜ ਮਨ ਪਰ ਚਾਹੀ, ਕੰਮਕਾਰ ਕਰੀਦਾ ਹੁੰਦਾ, ਫਿਰ ਬੰਦੇ ਦਾ ਮਨ ਵੀ ਪਰਚਿਆ ਰਹਿੰਦਾ। ਵਿਹਲੇ ਬਹਿਣ ਨਾਲ ਤਾਂ ਬੰਦੇ ਦਾ ਮਨ ਹੀ ਹੋਰ ਤਰ੍ਹਾਂ ਹੋ ਜਾਂਦਾ ਹੈ। ਸਦਾ ਉਦਾਸ ਰਹੇ ਮਨ ਤੇਰੋ, ਕਿਉਂਕਿ ਤੁਹਾਡਾ ਜਿਹੜਾ ਮਨ ਹੈ ਉਹ ਸਦਾ ਉਦਾਸ ਹੀ ਰਹਿੰਦਾ ਹੈ। ਪਰਚੋ ਪੁਨ ਹੋਏ ਸ਼ੀਰ ਬਧੇਰੋ, ਹੁਣ ਪਰਚ ਜਾਓਗੇ, ਗਊਆਂ ਮੱਝਾਂ ਰੱਖਾਂਗੇ, ਫਿਰ ਆਪਣੇ ਘਰੇ ਬਹੁਤ ਦੁੱਧ ਹੋਏਗਾ, ਫਿਰ ਦੁੱਧ ਵੇਚਾਂਗੇ, ਫਿਰ ਪੈਸੇ ਆਉਣਗੇ। ਬਾਬਾ ਜੀ ਦਾ ਤੇ ਇਹੀ ਨਿਸ਼ਾਨਾ ਹੈ। ਚਦਾਸ ਚਰਾਵਤ ਰੀਤ ਬਿਗਾਰੀ, ਚਲੋ ਮੈਂ ਇੱਕ ਹੋਰ ਐਸੀ ਗੱਲ ਕਰਦਾ ਕਿ ਇਹ ਵਿਗਾੜੀ ਹੋਈ ਰੀਤੀ ਕਿ ਦਾਸ ਚਰਾਉਂਦੇ ਨੇ ਮੱਝਾਂ ਗਾਵਾਂ ਆਦਿਕ, ਫਿਰ ਤੁਸੀਂ ਚਰਾਉਣ ਲੱਗ ਜਾਓ। ਅਰਤ ਤ੍ਰਿਣ ਤਮ ਅਨਹੁ ਚਾਰੀ, ਫਿਰ ਤੁਸੀਂ ਦਾਸ ਨੂੰ ਵੀ ਤੁਹਾਡੇ ਨਾਲ ਕਿਸੇ ਨੂੰ ਲਾ ਦਿਆਂਗੇ, ਕੋਈ ਨੌਕਰ ਰੱਖ ਦਿਆਂਗੇ ਨਾਲ, ਤੇ ਹਰਾ ਹਰਾ ਘਾਹ ਆਦਿਕ ਜਿਹੜਾ ਹੈ ਉਹ ਤੁਸੀਂ ਚਰਾ ਕੇ ਲਿਆਓ। ਆਪਾਂ ਉਹ ਰੀਤੀ ਵੀ ਛੱਡ ਦਿਆਂਗੇ, ਜੇ ਕਹੋਗੇ ਨੌਕਰ ਰੱਖਣਾ ਉਹ ਵੀ ਰੱਖ ਦਿਆਂਗੇ। ਕਹਿਓ ਪ੍ਰੀਤ ਸੋ ਕਰਤ ਦੁਲਾਰਾ, ਬੜੇ ਦੁਲਾਰ ਪਿਆਰ ਨਾਲ ਕਹਿ ਰਹੇ ਨੇ, ਪਿਆਰ ਕਰਕੇ ਹੀ। ਸੁਨ ਸ੍ਰੀ ਨਾਨਕ ਭੇ ਅਨੁਸਾਰਾ, ਮਹਾਰਾਜ ਨੇ ਸੋਚਿਆ ਚਲੋ ਪਿਤਾ ਜੀ ਨੂੰ ਕਾਹਨੂੰ ਨਾਰਾਜ਼ ਕਰਨਾ, ਅਨੁਸਾਰੀ ਹੋ ਕੇ ਚੱਲਦੇ ਹਾਂ। ਕਹਿਤ ਪਿਤਾ ਜੀ ਭੋਰ ਸਿਧਾਉ, ਕਹਿੰਦੇ ਅੱਛਾ ਪਿਤਾ ਜੀ, ਫਿਰ ਜੇ ਚਾਰਨੀਆਂ ਮੱਝਾਂ ਗਾਵਾਂ ਸਵੇਰੇ ਲੈ ਕੇ ਜਾਊਂਗਾ ਜੀ। ਤੁਮਰ ਜਾਏ ਤੇ ਚਾਰ ਲਿਆਉ, ਤੁਹਾਡੀ ਆਗਿਆ ਪਾ ਕੇ ਮੈਂ ਮੱਝਾਂ ਗਾਵਾਂ ਚਾਰ ਕੇ ਲਿਆਵਾਂਗਾ। ਅਸ ਕਹਿ ਰੈਨ ਵਿਖੈ ਪਰ ਸੋਏ, ਕਿਉਂ ਕਹਿ ਕਰਕੇ ਰਾਤ ਨੂੰ ਬਿਰਾਜਮਾਨ ਹੋ ਗਏ। ਜਨ ਦਾਸਨ ਕੇ ਬੰਧ ਬਿਗੋਏ, ਇਹਨਾਂ ਸਾਰੇ ਦਾਸਾਂ ਦੇ ਬੰਧਨ ਕੱਟ ਦਿੱਤੇ। ਸ੍ਰੀ ਨਾਨਕ ਅਰਣੋਦਿਆ ਜਾਗੇ, ਸੂਰਜ ਚੜ੍ਹਦਿਆਂ ਮਹਾਰਾਜ ਸੱਚੇ ਪਾਤਸ਼ਾਹ ਸਾਵਧਾਨ ਹੋਏ। ਗੋ ਮਹਿਕੀ ਚਾਰਨ ਅਨਰਾਗੇ, ਗਊਆਂ ਮੱਝਾਂ ਆਦਿਕ ਚਾਰਨ ਵਿੱਚ ਹੁਣ ਪ੍ਰੇਮ ਪਾਇਆ। ਨਿਜ ਹੱਥਨ ਦਾਮਨ ਤੇ ਖੋਲੀ, ਆਪਣੇ ਹੱਥਾਂ ਨਾਲ ਸਾਰੀਆਂ ਘਰ ਵਿੱਚ ਜਿੰਨੀਆਂ ਸਨ ਗਊਆਂ ਮੱਝਾਂ ਉਹਨਾਂ ਦੇ ਦਾਮਨ ਖੋਲਤੇ
ਤੇ ਰੱਸੇ। ਹਾਕਤ ਚਲੇ ਇਕਤ ਕਰ ਟੋਲੀ, ਛੋਟੀ ਜੀ ਇੱਕ ਛੋਟੀ ਲੈ ਲਈ, ਸੋ ਲੈ ਕਰਕੇ ਉਹਨੂੰ ਹੱਕਦਿਆਂ ਹੋਇਆਂ ਬਾਹਰ ਨੂੰ ਚੱਲੇ ਹਨ। ਲੈ ਲਸ਼ਟ ਕਾ ਦੇਤ ਹੰਗੂਰਾ, ਛੋਟੀ ਲੈ ਕਰਕੇ ਹੰਗੂਰਾ ਦਿੰਦੇ ਜਾਂਦੇ ਨੇ, ਜਿਵੇਂ ਮੱਝਾਂ ਗਾਵਾਂ ਚਾਰਨ ਵਾਲੇ ਜਾਂਦੇ ਨੇ। ਚਾਰਤ ਹਰਤ ਤ੍ਰਿਣ ਸੁਖ ਪੂਰਾ, ਸੋ ਚਾਰਨਾ ਕਰਦੇ ਹਨ, ਬੜਾ ਸੋਹਣਾ ਸੋਹਣਾ ਹਰਾ ਹਰਾ ਘਾਹ, ਸੰਪੂਰਨ ਸੁਖੀ ਹਨ ਗੁਰੂ ਜੀ। ਮਨੋ ਗੋਪਾਲ ਜੋ ਪਾਛਲ ਨਾਮਾ, ਸੋ ਮਾਨੋ ਜਿਵੇਂ ਪਹਿਲਾ ਨਾਮ ਸੀਗਾ ਪੁਰਾਣੇ ਸਮੇਂ ਦੇ ਵਿੱਚ ਗੋਪਾਲ ਗਾਵਾਂ ਚਾਰਦੇ ਸੀ, ਜਿਵੇਂ ਪੁਰਾਣੇ ਯੁੱਗਾਂ ਦੀ ਇੱਕ ਉਦਾਹਰਣ ਵਜੋਂ ਦਿੰਦੇ ਹਨ। ਪ੍ਰਗਟ ਕਰਤਾ ਹੈ ਜਨ ਸੁਖ ਧਾਮਾ, ਪ੍ਰਗਟ ਕਰਦੇ ਹਨ ਬੀਤੇ ਹੋਏ ਸਮੇਂ ਦੀਆਂ ਸਾਰੀਆਂ ਚੀਜ਼ਾਂ, ਕਿ ਜਿਵੇਂ ਕ੍ਰਿਸ਼ਨ ਜੀ ਚਾਰਦੇ ਹੁੰਦੇ ਸਨ ਗਊਆਂ, ਇਹ ਕਿਉਂ ਪ੍ਰਮਾਣ ਬਣਾਇਆ। ਮੰਦ ਮੰਦ ਸੁਭ ਸੁਰਭੀ ਪਾਛੇ, ਹੌਲੀ ਹੌਲੀ ਸਾਰੀਆਂ ਜਿਹੜੀਆਂ ਗਊਆਂ ਸਨ ਉਹ ਪਿੱਛੇ ਜਾਂਦੀਆਂ ਸਨ। ਸਭ ਬਾਸੁਰ ਚਾਰਤ ਤ੍ਰਿਣ ਆਛੇ, ਸਾਰਾ ਦਿਨ ਚਾਰਦੇ ਹਨ, ਗਊਆਂ ਨੂੰ ਤੋੜਦੇ, ਗਊਆਂ ਤੇ ਆਰਾਮ ਨਾਲ ਤੁਰੀਆਂ ਜਾਂਦੀਆਂ, ਆਪ ਪਿੱਛੇ ਜਾਂਦੇ ਨੇ, ਚਾਰਦੇ ਹਨ, ਤੇ ਆਪ ਅੱਗੇ ਵੀ ਜਾਣ ਤਾਂ ਵੀ ਗਊਆਂ ਪਿੱਛੇ ਆਈ ਜਾਂਦੀਆਂ ਨੇ। ਭਈ ਸਾਂਝਪੁਰ ਦਿਸ ਕੋ ਮੋਰੀ, ਸੋ ਜਦੋਂ ਸ਼ਾਮ ਦਾ ਵਕਤ ਹੋ ਗਿਆ, ਫਿਰ ਪਿੰਡ ਵੱਲ ਨੂੰ ਵਾਪਸ ਮੋੜ ਲਈਆਂ। ਆਏ ਅਗਾਈ ਸਬਲੀ ਗੋਰੀ, ਸੋ ਅਘਾ ਕੇ ਭਾਵ ਰੱਜ ਕੇ, ਕੋਈ ਜਿਹੜੀਆਂ ਗਊਆਂ ਨੇ, ਕੋਈ ਕਾਲੀ ਕੋਈ ਚਿੱਟੀ ਗਾਂ, ਜਿਸ ਪ੍ਰਕਾਰ ਕਾਲੂ ਹੇਰ ਹਰਖਿਉਰ ਭਾਰੀ, ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ ਹੋਏ, ਚਲੋ ਕੋਈ ਤਾਂ ਕੰਮ ਕਰਨ ਲੱਗੇ ਨੇ। ਲਖਿਓ ਕੇ ਲਗਿਓ ਮੋਹਿ ਸੁਤਕਾਰੀ, ਚਲੋ ਸ਼ੁਕਰ ਹੈ ਮੇਰਾ ਪੁੱਤ ਕੰਮ ਲੱਗ ਗਿਆ ਹੈ। ਸਨੇ ਸਨੇ ਪਰ ਚਹਿ ਸਭ ਕਾਮੋ, ਚਲੋ ਇਸ ਕੰਮ 'ਚ ਪਰਚ ਗਏ, ਹੌਲੀ ਹੌਲੀ ਹੋਰ ਕੰਮਾਂ 'ਚ ਵੀ ਪਰਚ ਜਾਣਗੇ। ਤਜੈ ਉਦਾਸੀ ਹਿਤ ਕਰ ਧਾਮੋ, ਬੰਦਾ ਕੰਮਕਾਰ ਕਰੇ ਤਾਂ ਮਨ ਦੀ ਉਦਾਸੀ ਦੂਰ ਹੋ ਜਾਂਦੀ ਆ, ਘਰ ਦੇ ਕੰਮ ਕਰਨ ਲੱਗ ਜਾਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ, ਆ ਕੇ ਆਪਣੇ ਘਰ ਬਿਰਾਜਮਾਨ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ। ਸੁੰਦਰ ਕਮਲ ਪਰ ਫੁੱਲਤ ਬਦਨਾ, ਕਮਲ ਵਰਗਾ ਸੋਹਣਾ ਚਿਹਰਾ ਖਿੜਿਆ ਹੋਇਆ ਮਹਾਰਾਜ ਦਾ। ਪੈ ਪੁਨ ਪਿਓ ਖਾਨ ਕਰ ਅਸਨਾ, ਫਿਰ ਉਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਨੇ ਭੋਜਨ ਛਕਿਆ, ਦੁੱਧ ਛਕਿਆ, ਫਿਰ ਵਿਸ਼ਰਾਮ ਕਰਨ ਲੱਗੇ ਹਨ। ਓਡੇ ਪਾਏ ਦੇਹ ਪਰ ਬਸਨਾ, ਸੁੰਦਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਪਲੰਗ ਦੇ ਉੱਤੇ, ਸੋਹਣਾ ਬਸਤਰ ਲੈ ਕੇ। ਕਾਲੂ ਉਠਿਓ ਵੱਡੀ ਭੁਨ ਸਾਰਾ, ਬਹੁਤ ਵੱਡੇ ਸਵਖਤੇ ਉਸ ਵਕਤ ਬਾਬਾ ਕਲਿਆਣ ਚੰਦ ਜੀ ਸਾਵਧਾਨ ਹੋਏ ਉੱਠੇ। ਸੁਤ ਨਾਨਕ ਉਠ ਬਚਨੇ ਉਚਾਰਾ, ਉੱਠੋ ਪੁੱਤਰ ਜੀ ਉੱਠੋ, ਉੱਠ ਕੇ ਆਪਣਾ ਕੰਮਕਾਰ ਹੁਣ ਤੁਸੀਂ ਕਰਨਾ, ਜਾਓ ਹੁਣ। ਪਿਤਾ ਬੈਨ ਸੁਨ ਕਰ ਜਗ ਸੁਆਮੀ, ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਜੀ ਦੇ ਬਚਨ ਸੁਣ ਕੇ ਸੁਰ ਭੀ ਖੋਲ ਭਏ ਅਨਗਾਮੀ, ਪਿੱਛੇ ਲੱਗ ਤੁਰੇ ਹਨ। ਗਊਆਂ ਖੋਲੀਆਂ ਸਾਰੀਆਂ, ਮੱਝਾਂ ਗਊਆਂ ਖੋਲ ਕੇ ਲੈ ਕੇ ਚੱਲੇ ਹਨ। ਜਹਾਂ ਖੇਤ ਸੁੰਦਰ ਹਰਿਆਈ, ਜਿੱਥੇ ਬਹੁਤ ਵਧੀਆ ਸੀ ਖੇਤ ਦੇਖਿਆ ਹਰਿਆਵਲਤਾ ਵਾਲਾ, ਉੱਥੇ ਬਾਰ ਬਾਰ ਬਾਰੀ ਬਰਿਆਈ, ਸੋ ਜਿਹੜੀਆਂ ਸੀ ਨਾ ਬਾੜ ਹੁੰਦੀ ਖੇਤ ਦੀ, ਉਹਨੂੰ ਬਾਰ ਤੋੜ ਕੇ ਉਹਦੇ ਚ ਵਾੜਦੀਆਂ, ਮੱਲੀ ਉਧਰ ਧੱਕੇ ਨਾਲ ਹੀ ਵਾੜਤੀਆਂ। ਕੌਤਕ ਜੋ ਕਰਨੇ ਆ, ਇਹ ਕੌਤਕ ਕਰਨ ਲਈ ਕੁਝ ਵੀ ਮਹਾਰਾਜ ਸੱਚੇ ਪਾਤਸ਼ਾਹ ਐਸਾ ਕੰਮ ਕਰਦੇ ਨੇ ਕਿ ਦੁਨੀਆ ਜਿਹਨੂੰ ਦੇਖ ਕੇ ਇਕੱਠੀ ਹੋ ਜਾਏ ਜਾਂ ਲੋਕਾਂ 'ਚ ਰੌਲਾ ਪੈ ਜਾਏ, ਫਿਰ ਸਿੱਖਿਆ ਦੇਣੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਂ ਆਪ ਹੀ ਬਣਾਉਣ ਵਾਲੇ ਤੇ ਜਾਣਦੇ ਹੀ ਨੇ ਵੀ ਲੋਕ ਕਹੇ ਜੇ, ਇਹਨਾਂ ਨੂੰ ਹੈਂਡਲ ਕਿਵੇਂ ਕਰੀਦਾ। ਆਪ ਸੋਏ ਗਏ ਹੋਏ ਸੁਖਾਰੇ, ਆਪ ਸਤਿਗੁਰੂ ਮਹਾਰਾਜ ਨੇ ਵਾੜਤੀਆਂ, ਜਾਣ ਕੇ ਤੋੜ ਕੇ ਵਾੜ ਜੀ, ਆਪ ਵਾੜ ਕੇ ਤੇ ਆਪ ਆਰਾਮ ਨਾਲ ਉੱਥੇ ਸੌਂ ਗਏ, ਭਾਵ ਭਗਤੀ 'ਚ ਲੀਨ ਹੋ ਗਏ। ਸੌਣਾ ਤਾਂ ਉਹਨਾਂ ਨੇ ਕੀ ਆ, ਖਾਤ ਖੇਤ ਨਹਿ ਅਨੰਤ ਪਧਾਰੇ, ਉਹ ਹੁਣ ਖੇਤ ਵਿੱਚ ਵਧੀਆ ਵਧੀਆ ਖਾਣ ਲੱਗ ਪਈਆਂ, ਸੋਹਣਾ ਖਾਣਾ ਮਿਲ ਗਿਆ ਖੇਤ 'ਚ, ਉਹ ਹੋਰ ਕਿਤੇ ਗਈਆਂ ਹੀ ਨਹੀਂ ਹਨ। ਜਬ ਸਭ ਚਰ ਗਈ ਗੋ ਗੋ ਧੂਮੀ, ਸੋ ਜਦੋਂ ਸਾਰੀਆਂ ਉਹ ਚਰ ਗਈਆਂ, ਗੋ ਧੂਮ ਹੁੰਦੀ, ਕਣਕ ਦਾ ਖੇਤ ਸੀ, ਚਰ ਗਈਆਂ ਜਾ ਕਰਕੇ ਗਊਆਂ ਮੱਝਾਂ ਆਦਿਕ। ਦਿਵਸ ਚਰੇ ਆਇਓ ਵਹਿ ਭੂਮੀ, ਉਸ ਵਕਤ ਜਦੋਂ ਦਿਨ ਚੜਿਆ ਤਾਂ ਖੇਤ ਵਾਲਾ ਰਾਖਾ ਆਇਆ, ਪੱਟੀ ਸੀ ਉਹਦਾ ਨਾਂ। ਫੇਰ ਕਿਦਾਰ ਸੋ ਪਇਓ ਹੈਰਾਨਾ, ਉਹ ਦੇਖ ਕਰਕੇ ਬੜਾ ਹੈਰਾਨ ਹੋਇਆ। ਕ੍ਰਿਸ ਚਾਰੀ ਕਿਨ ਢੀਠ ਮਹਾਨਾ, ਉਹ ਬੜਾ ਕੋਈ ਢੀਠ ਨਿਕਲਿਆ ਵੀ ਸਾਡੀ ਵਾੜ ਤੋੜ ਕੇ ਵਿੱਚ ਡੰਗਰ ਵਾੜ ਤੇ ਆ ਸਾਰੀ ਕਣਕ ਜਿਹੜੀ ਸੀ ਉਹ ਖਾ ਗਏ ਡੰਗਰ। ਸੈਂਚ ਮੈਂ ਬਹੁਤ ਦਿਨ ਹਾਰ, ਮੈਂ ਤਾਂ ਬਹੁਤ ਪਾਣੀ ਦੇ ਦੇ ਕੇ ਮਸਾਂ ਖੇਤੀ ਖੜੀ ਕੀਤੀ ਸੀ ਭਾਈ। ਕਿ ਨਿਡਰ ਸਭ ਖੇਤ ਉਜਾਰਿਓ, ਕਿਹੜਾ ਨਿਡਰ ਆ ਗਿਆ ਜਾਂ ਮੇਰਾ ਖੇਤ ਉਜਾੜ ਕੇ ਰੱਖਤਾ। ਖਾਏ ਅਗਾਏ ਰਹੀ ਵਿੱਚ ਬੈਸੀ, ਉਹ ਖਾ ਕੇ ਫਿਰ ਵਿੱਚ ਬੈਠੀਆਂ ਨੇ ਮੱਝਾਂ ਗਾਵਾਂ, ਆਰਾਮ ਨਾਲ ਉਗਾਲੀ ਕਰੀ ਜਾਂਦੀਆਂ, ਵਿੱਚ ਬਹਿ ਕੇ ਕੋਈ ਸੁੱਤੀ ਪਈ ਆ, ਕਹਿੰਦੇ ਬੜੇ ਢੀਠ ਹੈ ਕੋਈ, ਇਹਨੂੰ ਮੇਰੇ ਖੇਤ ਸਾਰਾ ਉਜਾੜਤਾ। ਲਖੀ ਕਿਨਹਿ ਬਿਨ
ਖਸਮੀ ਜੈਸੀ। ਸੋ ਜਿਸ ਐ ਜਾਣਿਆ ਕਿਸੇ ਨੇ ਜਿਵੇਂ ਖਸਮੀ ਹੁੰਦੀ ਮੇਰੀ ਖੇਤੀ, ਕੋਈ ਮਾਲਕ ਹੀ ਨਹੀਂ ਹੁੰਦਾ, ਪਤਾ ਨਹੀਂ ਕੌਣ ਹੈ ਜਿਹਾ। ਬਾਚੀ ਉੱਚੇ ਸੁਨ ਸ੍ਰੀ ਗੁਰ ਜਾਗੇ। ਮਹਾਰਾਜ ਨੇ ਜਦੋਂ ਬਚਨ ਸੁਣੇ ਉੱਠ ਕੇ ਬੈਠੇ ਹੋ ਗਏ ਸੱਚੇ ਪਾਤਸ਼ਾਹ। ਉੱਠ ਕਰ ਵਹਿਰ ਨਿਕਾਸਨ ਲਾਗੇ। ਉੱਠ ਕੇ ਉਹਦੇ ਸਾਹਮਣੇ ਹੀ ਫਿਰ ਲੈ ਕੇ ਡੰਡਾ ਆਪਣੇ ਪਸ਼ੂਆਂ ਨੂੰ ਬਾਹਰ ਕੱਢਣ ਲੱਗੇ। ਰਾਹਕ ਕਰਤ ਕ੍ਰੋਧ ਕਹਿ ਉੱਚੇ। ਉਹ ਜ਼ਿਮੀਦਾਰ ਬੜੇ ਗੁੱਸੇ 'ਚ ਆ ਕੇ ਭੱਟੀ ਉੱਚੀ ਉੱਚੀ ਰੌਲਾ ਪਾਉਣ ਲੱਗਿਆ। ਜਾਣ ਨਾ ਦਿਓ ਤੁਮਹਿ ਘਰ ਸੂਚੇ। ਅੱਜ ਤੈਨੂੰ ਮੈਂ ਘਰੇ ਮੈਂ ਵੀ ਨਹੀਂ ਖਾਲੀ ਜਾਣ ਦੇਣਾ, ਤੈਨੂੰ ਦੇਵਾਂਗਾ ਸਜ਼ਾ। ਸਭ ਕਿਦਾਰ ਕੋ ਪਰੋ ਉਜਾਰਾ। ਇਹ ਸਾਰੇ ਖੇਤਾਂ ਦਾ ਉਜਾੜਾ ਭਰਨਾ ਕਰ, ਹੁਣ ਤੈਨੂੰ ਮੈਂ ਦੱਸਾਂਗਾ ਪਤਾ। ਨਤਰ ਚਲੋ ਟਿਗਰਾਈ ਬੁਲਾਰਾ। ਇੱਥੇ ਜਾਣਾ ਸੀ ਮਹਾਰਾਜ ਨੇ, ਕਿਉਂਕਿ ਕਨੈਕਸ਼ਨ ਬਣਾਉਣੇ ਰੈਵਲਾਰ ਤੱਕ। ਰੈਵਲਾਰ ਕੋਲ ਜਾਣਾ, ਫਿਰ ਅੱਗੇ ਅੱਗੇ ਮਹਾਰਾਜ ਕੌਤਕ ਬਣਾਈ ਜਾਂਦੇ ਨੇ। ਚੱਲ ਤੈਨੂੰ ਰੈਵਲਾਰ ਕੋਲ ਲੈ ਕੇ ਜਾਣਾ, ਉੱਥੇ ਫੈਸਲਾ ਹੋਵੇਗਾ। ਅਸ ਕਹਿ ਸਭ ਸੁਰ ਪੀ ਲਿਏ ਹਾਕੀ। ਇਉਂ ਕਹਿ ਕਰਕੇ ਸਾਰੀਆਂ ਜਿਹੜੀਆਂ ਅਸੀਂ ਮੱਝਾਂ ਗਊਆਂ ਉਹ ਨਾਲ ਲੈ ਕੇ ਹੱਕ ਕੇ ਤੁਰ ਪਏ। ਰਸਪਨ ਸ਼ੌਕ ਵਿਖਾ ਮਤ ਤਾਕੀ। ਉਹ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਉਹ ਨਾਲ ਜਾ ਰਿਹਾ ਹੈ। ਪੁਨ ਕਮ ਲਾਲਨ ਬਚਨ ਉਚਾਰੇ। ਫਿਰ ਕਮਲ ਨੈਣ ਵਾਲੇ ਸਤਿਗੁਰਾਂ ਨੇ ਬਚਨ ਕਹੇ। ਗੋਦਾਨ ਤਾਜ ਦੇ ਹੋ ਸ਼ੋਕ ਵਿਸਾਰੇ। ਸੋ ਕਹਿਣ ਲੱਗੇ ਉਸ ਵਕਤ ਕੇ ਗਊਆਂ ਦਾ ਵੱਗ ਛੱਡ ਦਿਓ ਸ਼ੋਕ ਵਿਸਾਰ ਕੇ। ਪਰਾ ਲਬਧ ਤੁਮਰੀ ਹੈ ਜੇਤੀ। ਜਿਹੜੀ ਤੁਹਾਡੀ ਪਰਾਲਬਧ ਹੈ ਨਾ ਭਾਈ, ਬਰਕਤ ਪਾਏ ਪ੍ਰਭੂ ਅਬ ਤੇਤੀ। ਤੇਰੀ ਪਰਾਲਬਧ ਨਹੀਂ ਕਿਤੇ ਜਾਂਦੀ, ਤੇਰੇ ਬਰਕਤ ਪੈ ਜਾਣੀ ਖੇਤ ਵਿੱਚ। ਬਿਗੜਨ ਹਾਰ ਬਿਗੜ ਸੋ ਜਾਈ। ਜਿਨ੍ਹਾਂ ਦਾ ਵਿਗੜਨਾ ਹੁੰਦਾ ਨਾ ਉਹਦਾ ਤਾਂ ਉਹੀ ਵਿਗੜ ਜਾਂਦਾ। ਕਿਤੇ ਗਾਵਾਂ ਨਾਲ ਵਿਗੜਦੀ ਹੁੰਦੀ ਪਰਾਲਬਧ, ਉਹ ਤਾਂ ਉਹੀ ਤੂਫਾਨ ਵੀ ਆ ਸਕਦਾ, ਗੜੇ ਪੈ ਜਾਣ, ਮੀਂਹ ਆ ਜਾਏ, ਕਿਤੇ ਹੋਰ ਆਹਣ ਪੈ ਜਾਏ, ਟਿੱਡੀ ਦਲ ਆ ਜਾਏ, ਚੂਹੇ ਪੈ ਜਾਣ, ਉਹਦਾ ਮੀਂਹ ਆਵੇ ਹੀ ਨਾ, ਫੇਰ ਵੀ ਕੰਮ ਖਰਾਬ ਹੋ ਜਾਂਦਾ। ਇਸ ਕਰਕੇ ਤੂੰ ਮੈਨੂੰ ਕਾਹਨੂੰ ਦੋਸ਼ੀ ਬਣਾਉਣਾ, ਇਹ ਤਾਂ ਇਹਨਾਂ ਦੀ ਪਰਾਲਬਸੀ ਸ਼ਕਲ ਆ ਇਹਨਾਂ ਨੇ। ਬੋਰਨਾ ਸਭ ਰਹਿ ਕਰਹਿ ਲੜਾਈ। ਇਸ ਕਰਕੇ ਫਿਰ ਸਮਰਦਾ ਨਹੀਂ, ਫਿਰ ਲੜਾਈ ਕਰਦੇ ਹਨ। ਜੋ ਨਿਜ ਭਾਗ ਸਵਰਨੀ ਹੋਈ। ਸੋ ਜਿਹੜੇ ਨਿਜ ਭਾਗ ਵਿੱਚ ਆਪਣੇ ਭਾਗਾਂ 'ਚ ਇੱਕ ਚੀਜ਼ ਸਵਰਨੀ ਆ, ਤੇ ਨਾ ਵਿਗਾੜ ਸਕੈ ਕਹ ਕੋਈ। ਉਹਨੂੰ ਕੋਈ ਨਹੀਂ ਵਿਗਾੜ ਸਕਦਾ। ਜਿਹਨੇ ਵਿਗੜਨਾ ਉਹਨੇ ਵਿਗੜ ਜਾਣਾ, ਜਿਹਨੇ ਨਹੀਂ ਵਿਗੜਨਾ ਉਹਨੇ ਵਿਗੜਨਾ ਹੀ ਨਹੀਂ ਹੈ। ਜਗਤ ਨਾਥ ਕੇ ਹੈ ਸਭ ਹਾਥਾ। ਉਹ ਰੱਬ ਦੇ ਹੱਥ ਹੈ, ਵਾਹਿਗੁਰੂ ਦੇ ਹੱਥ ਵਿੱਚ ਹੈ। ਕਿਉਂ ਘਬਰਾਈ ਜਾਂਦਾ, ਕਿਉਂ ਬੋਲੀ ਜਾਣਾ ਆਵਾ ਤਵਾ। ਸੁਣੀ ਨਾ ਕਹੂੰ ਦੁਤੀ ਕੀ ਗਾਥਾ। ਉਹ ਇਸ ਕਰਕੇ ਉਹਨੇ ਕੋਈ ਗੱਲ ਨਾ ਸੁਣਨਾ ਕੀਤੀ, ਉਹ ਤਾਂ ਆਪਣਾ ਹੀ ਰੌਲਾ ਪਾਈ ਜਾਂਦਾ ਹੈ। ਅਜੋ ਧੇਨ ਅਸ ਬਿਦ ਜੀਆ ਜਾਨੀ। ਸੋ ਕਹਿਣ ਲੱਗੇ ਧੇਨ ਜਿਹੜੀਆਂ ਗਊਆਂ ਨੇ ਇਹ ਛੱਡ ਦੇ, ਇਹਨਾਂ ਨੂੰ ਜਾਣ ਦੇ, ਆਪਾਂ ਫੈਸਲਾ ਕਰ ਲਾਂਗੇ। ਬੀਤੀ ਕੀ ਨਾ ਬਿਥਾਰ ਕਹਾਣੀ। ਜਿਹੜੀ ਗੱਲ ਬੀਤ ਗਈ ਸੋ ਬੀਤ ਗਈ, ਉਹਨੂੰ ਕਾਹਨੂੰ ਖਲਾਰਾ ਪਾਉਣਾ ਉਹਦਾ ਰੌਲਾ ਪਾ ਕੇ। ਸੁਣੈ ਨਾ ਬਚ ਬਾਰਹਿ ਬਹੁ ਤੇਰਾ। ਉਹ ਮਹਾਰਾਜ ਸੱਚੇ ਪਾਤਸ਼ਾਹ ਬੜਾ ਰੋਕਦੇ ਨੇ, ਉਹ ਬਚਨ ਸੁਣਦਾ ਹੀ ਨਹੀਂ, ਕਾ ਰੌਲਾ ਪਾਈ ਜਾਂਦਾ ਆਪਣਾ। ਜੈ ਕ੍ਰਿਸ ਕੋ ਪਾ ਸੋਕ ਕਨੇਰਾ। ਉਹ ਕਿਉਂਕਿ ਜ਼ਿਮੀਂਦਾਰ ਨੂੰ ਤਾਂ ਹੁੰਦਾ ਹੀ ਉਹਦੀ ਚੀਜ਼ ਵਿਗੜ ਗਈ ਸਾਰੀ, ਉਹਨੂੰ ਤਾਂ ਬੜਾ ਸੋਗ ਹੈ। ਝਗੜਤ ਪਹੁੰਚੇ ਤਹਿਵਾ। ਝਗੜਦੇ ਉਹ ਫਿਰ ਉੱਥੇ ਪਹੁੰਚ ਗਏ। ਰਾਏ ਬੁਲਾਰੂ ਬੈਠੋ ਜਹਵਾ। ਕਿੱਥੇ ਬਾਬਾ ਰਾਇਬਲਾਰ ਜੀ ਬੈਠੇ ਹਨ, ਰਾਜਾ ਉੱਥੋਂ ਦਾ। ਰਾਹਕ ਉੱਚੇ ਕੀਨ ਪੁਕਾਰੀ। ਜ਼ਿਮੀਂਦਾਰ ਨੇ ਜਾ ਕੇ ਉੱਚੀ ਉੱਚੀ ਪੁਕਾਰ ਕੀਤੀ। ਮੋਹ ਖੇਤ ਸਭ ਦੀਨ ਉਜਾਰੀ। ਆਹ ਬੰਦੇ ਨੇ ਮੇਰੇ ਸਾਰੇ, ਆ ਬੱਚਾ ਜਿਹਾ ਹੈ, ਮੇਰੇ ਸਾਰੇ ਖੇਤ ਵਿਗਾੜ ਦੇ, ਮੇਰੇ ਬਾੜ ਤੋੜ ਕੇ ਵਿੱਚ ਇਹਨੇ ਮੱਝਾਂ ਗਾਵਾਂ ਬਾੜੀਆਂ ਹਨ। ਦੀਰਘ ਬਹੁ ਗੋ ਧੂਮ ਸੋ ਮੇਰੇ। ਐਡੀ ਉੱਚੀ ਉੱਚੀ ਕਣਕ ਸੀ, ਪੁਰਾਣੀ ਕਣਕ, ਜਿਹਨੇ ਦੇਖੀ ਉਹਨੂੰ ਪਤਾ 6 ਫੁੱਟ 7-7 ਫੁੱਟ ਟਾਂਡੇ ਜੇ ਹੁੰਦੇ ਸੀ ਉਹਦੇ। ਖਾਈ ਮਹਿਕਨ ਆਜ ਸਵੇਰੇ। ਅੱਜ ਸਵੇਰੇ ਇਹਨਾਂ ਦੀਆਂ ਜਿਹੜੀਆਂ ਮਹਿਕਨ ਸੀ, ਮੱਝਾਂ ਸਨ, ਇੱਥੇ ਹੁਣ ਕਵੀ ਨੇ ਆ ਕੇ ਮੱਝਾਂ ਲਿਖੀਆਂ ਨੇ, ਪਹਿਲਾਂ ਗਾਵਾਂ ਵੀ ਲਿਖੀਆਂ। ਇਸ ਕਰ ਰਲਮਾ ਸੀ ਕੰਮ, ਮੱਝਾਂ ਗਾਵਾਂ, ਇਹਨੇ ਮੱਝਾਂ ਨੇ ਸਾਰੀ ਖਾ ਲਿਆ, ਗਾਵਾਂ ਖਾ ਗਈਆਂ। ਤਾਤ ਤਾਹੇ ਜੋ ਤਬ ਪਟਵਾਰੀ। ਇਹ ਜੇ ਤੁਹਾਡੇ ਪਟਵਾਰੀ ਦਾ ਨਾ ਪੁੱਤਰ, ਇਹਨੇ ਕੰਮ ਕੀਤਾ ਇਹ ਖਰਾਬ ਮੇਰਾ। ਕਰਤ ਹਕੂਮਤ ਸੁਰਤ ਵਿਸਾਰੀ। ਆ ਪਟਵਾਰੀ ਨੇ ਕਾਹਦੀ ਹਕੂਮਤ ਕੀਤੀ, ਤੁਸੀਂ ਵੀ ਸਾਰਿਆਂ ਨੇ ਸੁਰਤ ਵਿਸਾਰੀ ਹੋਈ, ਗਰੀਬ ਮਾਰਤਾ। ਕਰਤ ਪਾਵਸ ਭੂਪਤ ਮੇਰੋ। ਹੁਣ ਤੁਸੀਂ ਰਾਜੇ ਹੋ, ਮੇਰਾ ਨਿਆਂ ਕਰੋ, ਤੁਸੀਂ ਇਸ ਇਲਾਕੇ ਦੇ ਵਿੱਚ ਨਵਾਬ ਹੋ ਜੀ। ਨਾ ਤਰ ਉਜਰਹਿ ਨਗਰ ਸੋ ਤੇਰੋ। ਨਹੀਂ ਤਾਂ ਤੇਰਾ ਨਗਰ ਉਜੜ ਜਾਏਗਾ, ਕਿਉਂਕਿ ਇਹ ਤੁਸੀਂ ਜੋ ਗਲਤੀ ਕਰ ਰਹੇ ਹੋ ਬੜੀ ਭਾਰੀ, ਮੇਰੀ ਖੇਤੀ ਉਜਾੜਤੀ। ਤੈਨ ਪ੍ਰਤ ਅਸਬਿਦ ਜੇ ਕ੍ਰਿਸ ਉਜਰੈ। ਐ ਜੇ ਦਿਨ ਪ੍ਰਤ ਦਿਨ ਇੱਥੇ ਲੋਕਾਂ ਦੀਆਂ ਖੇਤੀਆਂ ਉਜੜਦੀਆਂ ਰਹੀਆਂ। ਰਾਹਕ ਕੈ ਸੁਭ ਸਾਸਤ ਗੁਜਰੈ। ਇਸ ਕਰਕੇ ਆਰਾਮ ਦਾ ਵਸਣਾ, ਰਾਹਕ ਜਿਹੜੇ ਜ਼ਿਮੀਂਦਾਰ ਉਹਨਾਂ ਦਾ ਕੀ, ਜ਼ਿਮੀਂਦਾਰ ਤਾਂ ਵਿਚਾਰੇ ਦੁੱਖ ਦੇ ਵਿੱਚ ਹੀ ਮਰ ਜਾਣਗੇ। ਇਹ ਤਾਂ ਸਾਰੀ ਖੇਤੀ ਉਜਾੜ ਦਿਆ ਕਰਨਗੇ। ਅੱਜ ਮੇਰੀ ਉਜਾੜੀ, ਕੱਲ ਨੂੰ ਕਿਸੇ ਹੋਰ ਖੇਤੀ ਚ ਵਾੜ ਦਊਗਾ, ਪਰਸੋਂ ਕਿਸੇ ਹੋਰ ਦਾ ਖੇਤ ਉਜਾੜ ਦੇਵੇਗਾ। ਸੁਨਤ ਰਾਏ ਔਰ ਰਿਸ ਪਰ ਸਰਖਾ। ਉਸ ਵਕਤ ਰਾਏ ਜਿਹੜਾ ਸੀ ਗੁੱਸੇ ਚ ਹੋ ਕੇ ਰੁੱਖੇ ਸੁਭਾਅ ਵਾਲਾ। ਫੇਰ ਤ ਬੋਲਿਓ ਮੁਖ ਤੇ ਪ੍ਰੁਖਾ। ਦੇਖ ਕਰਕੇ ਇਸ ਤਰ੍ਹਾਂ ਬਹੁਤ
ਜਾਂ ਕਠੋਰ ਜਿਹਾ ਬਚਨ ਬੋਲਿਆ। ਸਭ ਕੋ ਡਰ ਔਰ ਦੀਨ ਨਿਵਾਰੇ, ਸਾਰਿਆਂ ਦਾ ਡਰ ਮਨ ਚੋਂ ਦੂਰ ਕਰਕੇ ਚਾਰਤ ਖੇਤੀ ਸਿਸ ਮਤਵਾਰੇ। ਕਹਿੰਦੇ ਮਸਤ ਬੱਚੇ ਖੇਤੀ ਜਿਹੜੀ ਹੈ ਉਹ ਉਜਾੜਦੇ ਹਨ, ਮੱਝਾਂ ਗਾਵਾਂ ਜਾ ਕੇ ਸਾਰੀ ਉਜਾੜ ਦਿੱਤੀ। ਪਨ ਭ੍ਰਿਤਿਆਂ ਸੰਗ ਬਚਨ ਬਖਾਨਾ, ਤੇ ਨੌਕਰ ਨੂੰ ਇਉਂ ਬਚਨ ਕਿਹਾ। ਅਗਰਜ ਇਹ ਬਾਰਿਕ ਮਸਤਾਨਾ, ਇਹ ਪਹਿਲਾਂ ਹੀ ਜਿਹੜਾ ਬੱਚਾ ਵਿਚਾਰਾ ਮਸਤਾਨਾ ਹੈ, ਤੂੰ ਕਾਲੂ ਕੋ ਲਿਆਓ ਬੁਲਾਈ। ਇਹ ਕਲਿਆਣ ਚੰਦ ਜੀ ਨੂੰ ਬੁਲਾ ਕੇ ਲਿਆਓ, ਬੱਚਾ ਤਾਂ ਮਸਤਾਨਾ ਹੈ, ਇਹਨੂੰ ਕਾਹਨੂੰ ਮੱਝਾਂ ਗਾਵਾਂ ਚਾਰਨ ਦਿੱਤੀਆਂ ਸੀ। ਪਰ ਹੈ ਉਜਾਰਾ ਜਿਨੇ ਉਜਰਾਈ, ਇਹ ਸਾਰਾ ਉਜਾੜਾ ਭਰੇ ਆ ਕੇ ਕਲਿਆਣ ਚੰਦ ਜਾਓ ਜਾ ਕੇ ਕਹੋ। ਗਇਓ ਵੇਗ ਕਾਲੂ ਆਹੂਤਾ, ਉਸ ਵਕਤ ਬਾਬਾ ਕਾਲੂ ਚੰਦ ਜੀ ਨੂੰ ਬੁਲਾਇਆ, ਕਲਿਆਣ ਚੰਦ ਜੀ ਨੂੰ ਬੁਲਾ ਕੇ ਛੇਤੀ ਨਾਲ ਲਿਆਂਦਾ। ਚਲੋ ਪੂਤ ਕੀ ਪਿੱਖ ਕਰ ਤੂਤਾ, ਦੇਖ ਆਪਣੇ ਪੁੱਤਰ ਦੀ ਕਰਤੂਤ ਚੱਲ ਕੇ ਦੇਖ, ਉਹਨਾਂ ਨੇ ਸਾਰਾ ਉਜਾੜਾ ਕਰ ਦਿੱਤਾ ਹੈ। ਹਮਕੋ ਰਾਹਕ ਤਾਹੇ ਕਿਦਾਰਾ, ਉਹ ਫਲਾਨਾ ਜਿਹੜਾ ਜ਼ਿਮੀਂਦਾਰ ਹੈ ਪੱਟੀ, ਉਹਦੀ ਸਾਰਾ ਕੁਝ ਉਜਾੜ ਦਿੱਤਾ, ਛੇਤੀ ਚੱਲ ਕੇ ਦੇਖੋ। ਬਾਰ ਧੇਨ ਸਭ ਦੀਨ ਉਜਾਰਾ, ਉਹਨਾਂ ਨੇ ਜਾ ਕਰਕੇ ਗਊਆਂ ਮੱਝਾਂ ਬਾੜਤੀਆਂ, ਖੇਤ ਸਾਰਾ ਉਜਾੜ ਦਿੱਤਾ ਹੈ। ਸੁਨ ਕਰ ਮਨ ਮਹਿ ਤੈਨ ਦੁਖ ਪਾਵਾ, ਸੁਣ ਕਰਕੇ ਮਨ ਦੇ ਅੰਦਰ ਬਾਬਾ ਕਲਿਆਣ ਚੰਦ ਜੀ ਬਹੁਤ ਦੁਖੀ ਹੋਏ, ਚੰਗੀਆਂ ਮੱਝਾਂ ਗਾਵਾਂ ਦਿੱਤੀਆਂ ਪੁੱਤਰ ਨੂੰ। ਸਤ ਨਾਨਕ ਕਬ ਸੁਖ ਨਾ ਦਿਖਾਵਾ, ਮੇਰੇ ਪੁੱਤ ਨਾਨਕ ਨੇ ਕਦੇ ਸੁੱਖ ਨਹੀਂ ਦਿੱਤਾ ਮੈਨੂੰ, ਦੁਖੀ ਕਰਦਾ ਰਹਿੰਦਾ ਮੈਨੂੰ। ਪ੍ਰਿਤ ਸੰਗ ਪਹੁੰਚਤ ਪਾਤਹਿਵਾ, ਉੱਥੇ ਨੌਕਰ ਨਾਲ ਲੈ ਕਰਕੇ ਫਿਰ ਗਾਈ ਚਾਰਨ ਵਾਲਾ ਨੌਕਰ ਸੀ ਆਦਿਕ, ਉਹਨਾਂ ਨੂੰ ਨਾਲ ਲੈ ਕੇ ਪਹੁੰਚੇ। ਰਾਏ ਨਿਕਟ ਸ੍ਰੀ ਨਾਨਕ ਜਹਵਾ, ਰਾਏ ਬੁਲਾਰ ਜੀ ਦੇ ਨੇੜੇ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ। ਪਿਖ ਬੁਲਾਰ ਕਹਿ ਬਾਕ ਕਠੋਰਾ, ਦੇਖ ਕਰਕੇ ਰਾਏ ਬੁਲਾਰ ਨੇ ਕਠੋਰ ਬਚਨ ਕਹੇ। ਸੁਨ ਕਾਲੂ ਤੁਝ ਭੈ ਨਹਿ ਥੋਰਾ, ਸੁਣ ਕੇ ਬਾਬਾ ਕਲਿਆਣ ਚੰਦ ਨੂੰ ਕਹਿਣਗੇ ਤੁਹਾਨੂੰ ਡਰ ਨਹੀਂ ਹੈ ਕਿਸੇ ਦਾ, ਕਿਸੇ ਤੁਸੀਂ ਹਮੇਸ਼ਾ ਆਪ ਪੁੱਠੇ ਕੰਮ ਕਰਦੇ ਰਹਿੰਦੇ ਹੋ। ਗੋਚਾਰਨ ਕੋ ਸਤਮਸਤਾਨਾ, ਇਹ ਪੁੱਤਰ ਤਾਂ ਤੁਹਾਡਾ ਪਹਿਲਾਂ ਹੀ ਮਸਤਾਨਾ, ਗਾਈਆਂ ਚਾਰਨ ਲਈ ਤੁਸੀਂ ਭੇਜ ਦਿੱਤਾ ਖੇਤਾਂ 'ਚ। ਭੇਜਿਓ ਜਿਨ ਸਭ ਖੇਤ ਚਰਾਨਾ, ਜੇ ਤੁਸੀਂ ਭੇਜਿਆ ਤਾਂ ਸਾਰਾ ਖੇਤ ਹੀ ਚਰਾਤਾ ਜ਼ਿਮੀਂਦਾਰ ਦਾ। ਇਹ ਜੋ ਕਰਮ ਨਿਵਹਿ ਕਿਉ ਕਰਕੈ, ਇਹ ਕਰਮ ਨਿਵੇਗਾ ਕਿਸ ਤਰੀਕੇ ਨਾਲ, ਰੋਜ਼ ਇਹ ਕੰਮ ਖਰਾਬ ਹੋ ਜਾਵੇਗਾ। ਗੋ ਤਨ ਲਿਓ ਉਜਾਰਾ ਭਰਕੈ, ਆਹ ਗਊਆਂ ਤੁਹਾਡੀਆਂ ਹੁਣ ਇੱਥੇ ਰੱਖ ਲਈਆਂ ਅਸੀਂ, ਪਹਿਲਾਂ ਉਜਾੜਾ ਭਰੋ ਆਪਣਾ, ਫੇਰ ਉਦੋਂ ਬਾਅਦ ਗਊਆਂ ਵਾਪਸ ਮਿਲਣਗੀਆਂ। ਅਸ ਸੁਣ ਕਰ ਸ੍ਰੀ ਨਾਨਕ ਬਾਣੀ, ਇਉਂ ਸੁਣ ਕਰਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਬੋਲੇ ਕਲਾਵਾਨ ਗੁਣ ਖਾਨੀ। ਮਹਾਰਾਜ ਸੁਣ ਕੇ ਬਚਨ ਬੋਲੇ, ਕਲਾਵਾਨ ਸਨ ਸੱਚੇ ਪਾਤਸ਼ਾਹ, ਹੱਸ ਰਹੇ ਹਨ। ਬਿਗਨ ਨਾ ਖੇਤੀ ਮਹਿ ਕੈ ਨਕੀਨਾ, ਕੌਣ ਕਹਿੰਦਾ ਖੇਤੀ ਤੇਰੀ ਉੱਥੇ ਉਜੜੀ ਹੋਈ ਆ, ਕੋਈ ਵਿਗਨ ਨਹੀਂ ਪਿਆ, ਖੇਤੀ ਚੰਗੀ ਭਲੀ ਖੜੀ, ਐਵੇਂ ਰੌਲਾ ਪਾਉਂਦਾ ਤੂੰ। ਤੁਮ ਕਸ ਚਾਹੋ ਉਜਾਰਾ ਲੀਨਾ, ਤੂੰ ਕਿਹੜਾ ਉਜਾੜਾ ਲੈਣਾ ਚਾਹੁੰਦਾ, ਜੇ ਖੇਤੀ ਉਜੜੀ ਨਹੀਂ ਤੇ ਤੈਨੂੰ ਕਾਹਦਾ ਉਜਾੜਾ ਦਈਏ ਅਸੀਂ। ਇਕ ਨਾ ਖੇਤ ਕੋ ਪਾਤ ਨਿਪਾਤੇ, ਤੇਰੇ ਖੇਤ ਦਾ ਪੱਤਾ ਵੀ ਨਹੀਂ ਵਿਗੜਿਆ ਹੈ, ਐਵੇਂ ਇਹ ਝੂਠ ਬੋਲਦਾ ਇੱਥੇ ਆ ਕੇ। ਬਾਦ ਬਦਤ ਤੁਮ ਬੈਨ ਰਸਾਤੇ, ਇਹ ਜਿਹੜੀਆਂ ਐਵੇਂ ਗੁੱਸੇ ਵਾਲੀਆਂ ਗੱਲਾਂ ਆ ਕਰਕੇ ਫਾਲਤੂ ਦੀਆਂ ਝਗੜੇ ਲੜਾਈਆਂ ਕਰਦਾ ਹੈ। ਜੇ ਕ੍ਰਿਖ ਖਾਈ ਮਹਿਕਨ ਧੇਨਾ, ਜੇ ਖੇਤੀ ਖਾਧੀ ਹੈ ਗਊਆਂ ਮੱਝਾਂ ਨੇ, ਜੋ ਤੋ ਤੁਮ ਲੇਹੋ ਚਾਹੋ ਜੋ ਲੈਣਾ। ਹਾਂ ਫੇਰ ਤੂੰ ਕਹਿ, ਜੇ ਮੱਝਾਂ ਗਾਵਾਂ ਤੇਰੇ ਖੇਤੀ ਉਜਾੜਤੀ ਫੇਰ ਤੂੰ ਪੈਸੇ ਮੰਗ। ਜੇ ਖਾਦਾ ਹੀ ਕੁਛ ਨਹੀਂ, ਉੱਥੇ ਪੱਤਾ ਪੱਤਾ ਹਰਾ ਪਿਆ, ਫਿਰ ਕਿਉਂ ਮੰਗਣਾ ਪੈਸੇ ਸਾਤੋਂ। ਜੇ ਗਵਾਰ ਤੇ ਬਚਨ ਪ੍ਰਤੀਤੂ, ਸੋ ਜਿਹੜੇ ਨੇ ਗਵਾਰ ਉਹ ਬਚਨ ਦੇ ਉੱਤੇ ਪ੍ਰਤੀਤੀ ਕਰਦੇ ਨੇ। ਸੁਨ ਕਰ ਸਿਆਣੇ ਧਰਤ ਨਾ ਚੀਤੂ, ਸਿਆਣੇ ਨਹੀਂ ਚਿੱਤ ਵਿੱਚ ਧਰਦੇ ਹਨ। ਕੌਣ ਬੋਲਿਓ ਸੁਨ ਕਰ ਕ੍ਰਿਖਕਾਰਾ, ਉਸ ਵਕਤ ਸੁਣ ਕਰਕੇ ਜਿਹੜਾ ਸੀਗਾ ਜ਼ਿਮੀਂਦਾਰ ਬੋਲਿਆ ਖੇਤੀ ਵਾਲਾ, ਸਾਵਤ ਏਕ ਨਾ ਕੌਣ ਕਿਦਾਰਾ। ਕਿਹੜੀ ਖੇਤੀ ਤੁਸੀਂ ਕਹਿੰਦੇ ਮੈਂ ਆਪ ਦੇਖੀ, ਸਾਰੀ ਤਾਂ ਤੁਹਾਡੀਆਂ ਮੱਝਾਂ ਗਾਂ ਮੇਰੀ ਖੇਤੀ ਖਾ ਗਈ, ਤੁਸੀਂ ਕਹਿੰਦੇ ਹਰੀ ਭਰੀ ਆ ਉੱਥੇ, ਮੈਂ ਤਾਂ ਸਾਰਾ ਉਜਾੜਾ ਦੇਖ ਕੇ ਰੌਲਾ ਪਾਇਆ। ਪਠਵਹ ਮਾਨਵ ਹੈ ਰਹਿ ਤਾਸੂ, ਜਾਓ ਜੀ ਬੰਦਾ ਭੇਜੋ, ਪੈਵਲਾਰ ਜੀ ਆਪਣਾ ਸਿਪਾਹੀ ਭੇਜੋ, ਜਾਓ ਦੇਖ ਕੇ ਆਵੇ ਉੱਥੇ। ਮੈਂ ਨਹਿ ਕਹੋ ਕੂਰ ਤੁਮ ਪਾਸ, ਮੈਂ ਤੁਹਾਡੇ ਕੋਲ ਝੂਠ ਨਹੀਂ ਕਹਿੰਦਾ ਹਾਂ। ਜਗਮ ਬਚਨ ਸੁਨ ਸੰਸਾ ਆਇਆ, ਦੋਨਾਂ ਦਾ ਬਚਨ ਸੁਣ ਕੇ ਸੰਸਾ ਹੋ ਗਿਆ। ਸੋ ਉਸ ਵਕਤ ਰਾਏ ਬਲਾਰ ਜੀ ਸੰਸੇ ਚ ਪੈ ਗਏ। ਨਿਰਣੈ ਕਾਰਨ ਮਨ ਜ ਪਠਾਇਆ, ਉੱਥੇ ਨਿਰਣਾ ਕਰਨ ਵਾਸਤੇ ਇੱਕ ਆਪਣਾ ਬੰਦਾ ਭੇਜਿਆ। ਫੇਰਿਓ ਫਿਰਕੈ ਨਰ ਚੌਂਕਾਤੇ, ਹੁਣ ਬੰਦਾ ਖੇਤ ਦੇ ਦੁਆਲੇ ਘੁੰਮਦਾ, ਪੱਤੇ ਪੱਤੇ ਦੇਖਦਾ, ਚਾਰੇ ਪਾਸੇ ਘੁੰਮੀ ਜਾਂਦਾ ਹੈ। ਬਿਗਨ ਨਾ ਦਿਸੈ ਮੁਰਿਓ ਤਹਾਂ ਤੇ, ਉਹ ਕਹਿੰਦੇ ਇੱਥੇ ਤਾਂ ਕੁਛ ਵੀ ਨਹੀਂ ਉਜੜਿਆ ਹੋਇਆ, ਚੰਗੀ ਭਰੀ ਖੇਤੀ ਐਵੇਂ ਆ ਕੇ ਉਹ ਭੱਟੀ ਜ਼ਿਮੀਂਦਾਰ ਰੌਲਾ ਪਾਈ ਜਾਂਦਾ ਹੈ। ਆਏ ਰਾਏ ਸੋ ਬਾਤ ਜਨਾਈ, ਆ ਕੇ ਰਾਏ ਬਲਾਰ ਨੂੰ ਗੱਲ ਦੱਸੀ। ਮੈਂ ਹੈਰੀ ਫਿਰਕੈ ਚੌਂਕਾਈ, ਮੈਂ ਚੰਗੀ ਤਰ੍ਹਾਂ ਦੇਖੀ ਹੈ ਜੀ, ਪੜਤਾਲ ਕਰਕੇ ਕੋਈ ਉੱਥੇ ਪੱਤਾ ਵੀ ਨਹੀਂ ਹਿੱਲਿਆ ਹੋਇਆ, ਐਵੇਂ ਰੌਲਾ ਪਾਈ ਜਾਂਦਾ ਹੈ। ਨਹਿ ਪਛ ਖੋਜ ਨਾ ਬੂਟਾ ਟੂਟਾ, ਉੱਥੇ ਤਾਂ ਡੰਗਰ ਦੀ ਪੈੜ ਹੀ ਹੈ ਨਹੀਂ ਕਿ ਨਾ ਉੱਥੇ ਕੋਈ ਬੂਟਾ ਟੁੱਟਿਆ ਹੋਇਆ, ਨਾ ਮੈਂ ਕੋਈ
ਖੁਰਾ ਖੋਜ ਦੇਖਿਆ ਹੈ। ਰਹਿਓ ਨਿਸਰ ਸਭ ਸਾਵਤ ਬੂਟਾ, ਸਾਰੀ ਲਹਿ ਲਹਿ ਕਰਦੀ ਕਣਕ ਇਹਦੀ ਖੜੀ ਆ ਉੱਥੇ। ਚਹੂੰ ਔਰ ਕਿਤ ਬਾਰ ਨ ਤੋਰੀ, ਕਿਸੇ ਪਾਸਿਓਂ ਨਾ ਬਾੜ ਵੀ ਨਹੀਂ ਟੁੱਟੀ ਹੋਈ। ਇੱਕ ਤਾਂ ਹੁੰਦੀ ਨੀ ਚਲ ਬਾੜ ਤੋੜੀ ਆ, ਬਾੜ ਤੋੜ ਕੇ ਤੇ ਬਾੜ ਮੁੜ ਕੇ ਫਿਰ ਉਹ ਠੀਕ ਵੀ ਕਰਤੀ ਮਹਾਰਾਜ ਨੇ। ਕਿਉਂ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਉਣਾ ਸੀ, ਸ਼ਰਧਾ ਬਣਾਉਣੀ ਸੀ ਰਾਏ ਬਲਾਰ ਦੀ ਵੀ। ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਐਸੇ ਬਚਨ ਲੋਕ ਆਕਰਸ਼ਿਤ ਹੋ ਜਾਣ ਤਾਂ ਕਿ ਉਹਨਾਂ ਨੂੰ ਸੋਹਣੇ ਢੰਗ ਨਾਲ ਉਪਦੇਸ਼ ਕਰ ਸਕੀਏ। ਔਰ ਉਦੋਂ ਦੀ ਹਰੀ ਕੀਤੀ ਹੋਈ ਉਹ ਖੇਤੀ, ਆਸੇ ਪਾਸੇ ਦੇ ਸਾਰੇ ਖੇਤ ਸੁੱਕ ਜਾਣ ਪਰ ਉਹ ਖੇਤ ਨਹੀਂ ਸੁੱਕਦਾ, ਹੁਣ ਤੱਕ ਵੀ ਉਹ ਖੇਤ ਹਰਾ ਹੀ ਰਹਿੰਦਾ ਹੈ। ਕਿਆਰਾ ਸਾਹਿਬ ਉਹਦਾ ਨਾਮ ਹੈ। ਹਰੀ ਕਰੀ ਪੂਜਰੀ ਸੋ ਜੋਰੀ, ਸੋ ਚਾਰੇ ਪਾਸਿਓਂ ਜਿਹੜੀ ਸੀ ਨਾ ਉਹ ਹਰੀ ਖੜੀ ਚੰਗੀ ਬਹੁਤ ਸੋਹਣੀ ਫਸਲ ਜਿਹੜੀ ਸੀ ਖੇਤੀ ਜੁੜੀ ਹੋਈ ਖੜੀ ਸੀ। ਰਾਹਕ ਝੂਠੋ ਦੇਤ ਦੁਹਾਈ, ਉਹ ਕਹਿੰਦੇ ਜੀ ਇਹ ਝੂਠਾ ਆ ਭੱਟੀ ਜ਼ਿਮੀਂਦਾਰ ਜਿਹੜਾ ਝੂਠ ਬੋਲਦਾ ਹੈ। ਚਿਤ ਦੰਡ ਇਹ ਨਰ ਨਾਰਾ, ਕਹਿੰਦੇ ਇਹਨੂੰ ਦੰਡ ਦੇਣਾ ਚਾਹੀਦਾ ਹੈ, ਰਾਜੇ ਕੋਲ ਆ ਕੇ ਝੂਠ ਬੋਲਦਾ ਹੈ। ਸੁਣ ਕਰ ਕ੍ਰਿਖਕ ਮਨ ਹੈ ਬਿਸਮਾਨਾ, ਸੁਣ ਕਰਕੇ ਉਹ ਜ਼ਿਮੀਂਦਾਰ ਮਨ ਚ ਹੈਰਾਨ ਹੋਇਆ। ਨਿਜ ਹੇਰਣ ਕੋ ਕੀਨ ਪਿਆਨਾ, ਆਪ ਮੈਂ ਜਾਊਂਗਾ ਦੇਖਣ ਵਾਸਤੇ, ਤੇਰੇ ਤੇ ਯਕੀਨ ਨਹੀਂ ਕਰਦਾ, ਮੈਂ ਆਪ ਦੇਖੀ ਉਜੜੀ ਹੋਈ ਖੇਤੀ, ਮੈਨੂੰ ਇੱਕ ਵਾਰ ਦੇਖ ਆਉਣ ਦੋ ਜਾ ਕੇ। ਤੂਰਨ ਸਰਸ ਜਹਾਂ ਚੌ ਕੋਨਾ, ਛੇਤੀ ਦੇ ਨਾਲ ਉੱਥੇ ਗਿੱਚ ਤੇ ਹਰੇ ਭਰੇ ਖੇਤ ਸਨ। ਮਤਵਾਰੇ ਜਮਕੀਨ ਸਮੋਨਾ, ਸੋ ਜਿਵੇਂ ਵਾਲਾ ਬੰਦਾ ਚੁੱਪ ਜਿਹਾ ਹੋ ਜਾਂਦਾ, ਜਾ ਕਰਕੇ ਮੂੰਹ 'ਚ ਜ਼ੁਬਾਨ ਹੀ ਨਾ ਰਹੀ ਹੁਣ ਦੇਖ ਕੇ। ਜਬ ਕਿਦਾਰ ਉਜਰਾ ਅਬਹੇਰੇ, ਜਦੋਂ ਮੈਂ ਹੁਣ ਆਪਦੀਆਂ ਇਹਨਾਂ ਅੱਖਾਂ ਦੇ ਨਾਲ ਖੇਤੀ ਉਜੜੀ ਹੋਈ ਚੰਗੀ ਭਲੀ ਦੇਖ ਕੇ ਗਿਆ। ਗਇਓ ਰਾਏ ਟਿਗ ਲੱਗੀ ਨਾ ਦੇਰੇ, ਸੋ ਰਾਏ ਦੇ ਕੋਲ ਗਿਆ, ਦੇਰ ਨਾ ਲੱਗੀ। ਆਵਤ ਲੋਹਰ ਆਵਲ ਭਾਰੀ, ਆਉਂਦਿਆਂ ਸਾਰ ਕਹਿੰਦੇ ਉਸ ਵਕਤ ਦੇਖਿਆ ਕਿ ਹਰੀ ਭਰੀ ਹੈ। ਭਇਓ ਨਾ ਕਾਰਨ ਜਾਤ ਵਿਚਾਰੀ, ਇਹ ਨਹੀਂ ਪਤਾ ਲੱਗਦਾ ਖਾਨੀ ਮੇਰੀਆਂ ਅੱਖਾਂ ਹੀ ਖਰਾਬ ਹੋ ਗਈਆਂ, ਖਾਨੀ ਮੈਨੂੰ ਹੀ ਭੁਲੇਖਾ ਲੱਗਿਆ। ਕਿਉਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਕੌਤਕ ਵਰਤਾ ਦਿੱਤਾ ਹੈ। ਲੱਜਤ ਹੋਏ ਨਾ ਗਾਟ ਗਰਾਉ, ਉਹ ਗਿਆ ਹੀ ਨਹੀਂ ਰਾਜੇ ਕੋਲ, ਕਹਿੰਦਾ ਮੈਂ ਜੇ ਗਿਆ ਮੈਨੂੰ ਕਿਤੇ ਫੜ ਕੇ ਅੰਦਰ ਹੀ ਨਾ ਜੇਲ੍ਹ 'ਚ ਦੇ ਦੇਣ ਉੱਥੇ। ਪਰਿਓ ਨਾ ਪਗ ਪ੍ਰਭ ਪਗ ਜਾਨ ਪ੍ਰਭਾਉ, ਸੋ ਇਸ ਕਰਕੇ ਪ੍ਰਤਾਪ ਜਾਣ ਕਰਕੇ ਮਹਾਰਾਜ ਦੇ ਚਰਨੀ ਨਾ ਪਿਆ। ਮੰਦ ਕਰਮ ਥੋ ਭਾਗ ਨਾ ਜਾਗਾ, ਮੰਦੇ ਭਾਗਾਂ ਵਾਲਾ ਸੀ, ਭਾਗ ਚੰਗੇ ਜਾਗੇ ਹੀ ਨਾ ਉਹਦੇ। ਸਮੈ ਹੋਏ ਖੇਤ ਅਨੁਰਾਗਾ, ਖੇਤ ਦੇਖ ਕੇ ਹੈਰਾਨ ਹੋ ਗਿਆ ਬਹੁਤ ਜ਼ਿਆਦੇ। ਸ੍ਰੀ ਨਾਨਕ ਕਾਲੂ ਪਿਤ ਸੰਗਾ, ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਜੀ ਦੇ ਨਾਲ ਚਲੇ ਸਦਨ ਕੋ ਸਹਿਤ ਉਮੰਗਾ, ਬੜੇ ਉਤਸ਼ਾਹ ਦੇ ਨਾਲ ਚੱਲੇ ਹਨ ਆਪਣੇ ਘਰ ਨੂੰ ਵਾਪਸ। ਭਇਓ ਖੇਤ ਰਖਵਾਰੋ ਝੂਠਾ, ਖੇਤ ਦਾ ਰਖਵਾਲਾ ਝੂਠਾ ਹੋ ਗਿਆ। ਜਿਹ ਕੋ ਮਹਿਕੀ ਖੇਤੈ ਮੂਠਾ, ਜਿਹਦੀ ਖੇਤੀ ਸਾਰੀ ਚੁਗ ਲਈ ਸੀ ਗਾਵਾਂ ਮੱਝਾਂ ਨੇ। ਰਾਏ ਲਖਿਓ ਰਾਹਕ ਮਤਵਾਰਾ, ਰਾਏ ਨੇ ਜਾਣਿਆ ਜ਼ਿਮੀਂਦਾਰ ਹੀ ਮਸਤਾਨਾ ਹੈ, ਗੁਰੂ ਨਾਨਕ ਸਾਹਿਬ ਕਾਹਨੂੰ ਮਸਤਾਨੇ ਆ। ਬਿਨ ਉਜਰੇ ਕਿਉ ਕਰੀ ਪੁਕਾਰਾ, ਪਰ ਰਾਜਾ ਹੈ, ਦਿਮਾਗ ਜ਼ਿਆਦੇ ਹੁੰਦਾ, ਪਰ ਐ ਕਿਵੇਂ ਬੰਦਾ ਕਹਿ ਸਕਦਾ ਵੀ ਚੰਗਾ ਭਲਾ ਸਿਆਣਾ ਜ਼ਿਮੀਂਦਾਰ ਹੈ। ਇਹ ਜ਼ਰੂਰ ਕੋਈ ਗੱਲ ਹੈ। ਅੱਗੇ ਵੀ ਇਹ ਬੱਚੇ ਦੀਆਂ ਮੈਂ ਬਹੁਤ ਸਾਰੀਆਂ ਗੱਲਾਂ ਸੁਣੀਆਂ, ਤੋ ਕੋਈ ਗੱਲ ਤਾਂ ਹੈ ਜਿਹੜੀ ਐਸੀ ਕਹੀ ਆ ਕੇ। ਪਛਤਾਪ ਆਪ ਕੋਨ ਕੀਨਾ, ਫਿਰ ਪਛਤਾਪ ਕੀਤਾ ਵੀ ਮੈਂ ਪੁੱਠਾ ਕਿਉਂ ਬੋਲਿਆ, ਮੈਂ ਪਰਖਾ ਕਹਿ ਪੇ ਕਿਉਂ ਪੈ ਦੀਨਾ, ਮੈਂ ਐਵੇਂ ਹੀ ਪੁੱਠਾ ਸਿੱਧਾ ਬੋਲ ਗਿਆ। ਗੁਰੂ ਨਾਨਕ ਦੇਵ ਜੀ ਨੂੰ ਕਠੋਰ ਬਚਨ ਵੀ ਕਹੇ ਨੇ, ਮੈਂ ਡਰਿਆ ਕਿਉਂ ਨਹੀਂ ਉਹਨਾਂ ਤੋਂ। ਅਸਬਿਦ ਸ੍ਰੀ ਨਾਨਕ ਜਗ ਸਾਈ, ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਜਗ ਦੇ ਮਾਲਕ, ਅਦਭੁਤ ਲੀਲਾ ਕਰਤ ਸੁਹਾਈ, ਬਹੁਤ ਹੈਰਾਨੀਜਨਕ ਲੀਲਾ ਕੀਤੀ ਪਹਿਲੀ ਵਾਰ ਆਈ ਸੀ। ਗੋ ਮਹਿ ਖਨ ਕੇ ਚਾਰਨ ਕਾਰਨ, ਗਊਆਂ ਤੇ ਮੱਝਾਂ ਦੇ ਚਾਰਨ ਵਾਸਤੇ। ਨਿਤ ਬਨ ਜੈ ਹੈ ਬਿਪਤ ਬਿਦਾਰਨ, ਇਸ ਕਰਕੇ ਭਾਵ ਗੁਰੂ ਜੀ ਰੋਜ਼ ਹਰ ਰੋਜ਼ ਕੋਈ ਵਿਪਤਾ ਵਿਦਾਰਨ ਵਾਲੇ ਬਣ ਜਾਂਦੇ ਨੇ, ਵਿਪਤਾ ਪਾਉਣ ਵਾਲੇ ਵੀ ਆਪ ਨਿਰੰਕਾਰ। ਆਏ ਅਨਿਸ਼ਚਿਤ ਖੇਤ ਅਗਾਰੈ, ਇਸ ਕਰਕੇ ਇੱਛਾ ਬਿਨਾਂ ਜੋ ਖੇਤ ਅੱਗੇ ਆਵੇ, ਖਾਨ ਲਗਹਿ ਨ ਤਿਨਹਿ ਨਿਵਾਰੈ, ਉਹ ਖਾਣ ਲੱਗ ਜਾਂਦੇ ਨੇ, ਨਿਵਰਤ ਨਹੀਂ ਕਰਦੇ ਹਨ। ਇਸ ਵਿਦ ਕੇਤੇ ਖੇਤ ਨਿਪਾਤੇ, ਇਸ ਤਰੀਕੇ ਨਾਲ ਕਿੰਨੇ ਹੀ ਖੇਤ ਕੱਟੇ ਗਏ। ਪਨ ਭੇ ਤਸ ਰਾਹਕ ਬਿਨ ਜਾਤੇ, ਸੋ ਇਸ ਤਰੀਕੇ ਨਾਲ ਫੇਰ ਵੀ ਕੋਈ ਜਿਹੜਾ ਸੀ ਨਾ ਜਾਂਦਾ ਨਹੀਂ ਸੀ, ਡਰਦਾ। ਰਾਹਕਾਂ ਦੇ ਜਾਣੇ ਬਿਨਾਂ ਖੇਤ ਫੇਰ ਹਰੇ ਹੋ ਜਾਂਦੇ। ਇਹ ਸੀ ਮਹਾਰਾਜ ਮੱਝਾਂ ਗਾਵਾਂ ਲੈ ਆਏ ਉੱਥੇ ਖੇਤ ਚ ਵਾੜ ਛੱਡਦੇ, ਫੇਰ ਵੀ ਇਹ ਨਹੀਂ ਇੱਕ ਖੇਤ ਹਰਾ ਕੀਤਾ ਮਹਾਰਾਜ ਨੇ। ਫਿਰ ਉਹ ਮੱਝਾਂ ਗਾਵਾਂ ਚਰਾ ਕੇ ਜ਼ਿਮੀਂਦਾਰ ਦੀ ਚੰਗੀ ਖੇਤੀ ਖਾ ਪੀ ਕੇ ਮੱਝਾਂ ਗਾਵਾਂ ਆ ਜਾਣੀਆਂ, ਮਗਰੋਂ ਫੇਰ ਹਰਾ ਕਰ ਦੇਣਾ ਉਹਨੂੰ, ਉਹ ਫੇਰ ਹਰਾ ਭਰਾ ਹੋ ਜਾਣਾ ਖੇਤ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਖੇਤੀ ਹਰੀ ਕਰਿਆ ਕਰਦੇ ਸਨ। ਸੋਭ ਹੈ ਸਭ ਸੁਰ ਪੀ ਤਨ ਪੀਨਾ, ਸਾਰੀਆਂ ਗਊਆਂ ਮੱਝਾਂ ਤਾਂ ਦਿਨਾਂ 'ਚ ਹੀ ਤਕੜੀਆਂ ਹੋ ਗਈਆਂ, ਸੋਹਣੀਆਂ ਖਾ ਪੀ ਕੇ ਸੋਹਣਾ ਹਰਾ ਹਰਾ ਘਾਹ। ਸ਼ੀਰ ਦੇਹ ਬਹੁ ਵੱਡ ਆ ਪੀਨਾ, ਪਿਤਾ ਜੀ ਦੀ ਇੱਛਾ ਸੀ ਕਿ ਦੁੱਧ ਦੇਣਗੀਆਂ ਚੰਗਾ,
ਬਹੁਤਾ ਜ਼ਿਆਦਾ ਦੁੱਧ ਦੇਣ ਲੱਗੀਆਂ। ਦਿਨ ਪ੍ਰਤ ਮਾਖਣ ਹੋਤ ਸਵਾਇਆ, ਦਿਨ ਪਰ ਦਿਨ ਘਰ 'ਚ ਮੱਖਣ ਬਹੁਤ ਹੋਣ ਲੱਗਿਆ। ਕਾਲੂ ਹੇਰ ਹੇਰ ਹਰ ਬਾਬਾ ਕਲਿਆਣ ਚੰਦ ਜੀ ਦੇਖ ਦੇਖ ਕੇ ਬਹੁਤ ਖੁਸ਼ ਹੁੰਦੇ, ਮੇਰੇ ਪੁੱਤ ਨੇ ਕਿੰਨੀ ਕਮਾਈ ਕੀਤੀ ਹੈ। ਬਾਸਨ ਵੱਡੇ ਮਾਹੇ ਦਦ ਪਾਈ, ਹੁਣ ਭਾਂਡਾ ਵੀ ਵੱਡਾ ਲਿਆਉਣਾ ਪਿਆ, ਉਹ 'ਚ ਦਹੀਂ ਵੀ ਖੁੱਲਾ ਜਮਾਇਆ ਕਰਨ, ਖੁੱਲਾ ਮੱਖਣ ਨੂੰ ਭਾਂਡਾ ਵੱਡਾ, ਦੁੱਧ ਲਿਆਉਣ ਨੂੰ ਭਾਂਡੇ। ਮਹਾਰਾਜ ਸੱਚੇ ਪਾਤਸ਼ਾਹ ਨੇ ਘਰ ਦੇ 'ਚ ਦੁੱਧ ਦਹੀਂ ਦੀਆਂ ਨਦੀਆਂ ਵਗਾਤੀਆਂ। ਦਾਸੀ ਮਥਾ ਜੋਰ ਕਰ ਲਾਈ, ਦਾਸੀਆਂ ਕਹਿੰਦੀਆਂ ਅੱਗੇ ਥੋੜਾ ਜਿਹਾ ਹੁੰਦਾ ਸੀ ਰਿੜਕਣਾ, ਹੁਣ ਚੰਗਾ ਪੰਗਾ ਪਾਇਆ, ਇੰਨਾ ਸਾਨੂੰ ਰਿੜਕਣਾ ਪੈਂਦਾ ਰੋਜ਼। ਰੱਖ ਹੈ ਮਾਖਣ ਮਾਤ ਸਵਾਰੀ, ਸੋ ਮਾਤਾ ਜੀ ਮੱਖਣ ਸੰਭਾਲ ਸੰਭਾਲ ਰੱਖਦੇ, ਸਾਰਾ ਟੱਬਰ ਬੜਾ ਖੁਸ਼ ਹੋ ਗਿਆ। ਸੁਤ ਹੈ ਖਵਾਵਤ ਰਸੇ ਅਨੁਸਾਰੀ, ਆਪਣੇ ਪੁੱਤ ਨੂੰ ਵੀ ਰਾਜਮਾ ਮੱਖਣ ਖਵਾਉਣ ਲੱਗੇ ਹਨ। ਬਤਸ ਬ੍ਰਿੰਦ ਬਪ ਪੁਸ਼ਟ ਸੁਹਾਏ, ਸੋ ਇਸ ਵਕਤ ਬੱਚੇ ਵੀ ਤਕੜੇ ਹੋ ਗਏ, ਕਿਉਂਕਿ ਬੱਚਿਆਂ ਨੂੰ ਹੁਣ ਖੁੱਲਾ ਦੁੱਧ ਛੱਡਦੇ ਨੇ, ਕੱਟਿਆਂ ਨੂੰ ਖੁੱਲਾ ਦੁੱਧ ਛੱਡਦੇ ਨੇ, ਉਹ ਵੀ ਛਾਲਾ ਮਾਰਦੇ ਫਿਰਦੇ ਹਨ। ਪੈ ਪੀਵਹਿ ਬਹੁ ਰਹਿ ਅਗਾਏ, ਦੁੱਧ ਪੀਂਦੇ ਨੇ ਬਹੁਤ ਰੱਜ ਰੱਜ ਕੇ। ਹਸ ਬਿਦ ਕਿੰਚਤ ਕਾਲ ਬਿਤਾਇਓ, ਇਸ ਤਰੀਕੇ ਨਾਲ ਕਿੰਨਾ ਕੁ ਸਮਾਂ ਬਤੀਤ ਹੋਇਆ ਕਿ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਉਹ ਆਪ ਹੀ ਆਏ ਹੋਏ ਨੇ। ਘਰਦਿਆਂ ਨੂੰ ਕਿਹੜਾ ਪਤਾ, ਤੇ ਗੁਰੂ ਨਾਨਕ ਸਾਹਿਬ ਨਾਲੇ ਕੰਮ ਕਰਨਗੇ। ਗੁਰੂ ਨਾਨਕ ਸਾਹਿਬ ਤੇ ਤਿੰਨਾਂ ਲੋਕਾਂ ਦੇ ਮਾਲਕ ਨੇ, ਉਹ ਤਾਂ ਚਾਹੁੰਦੇ ਦ੍ਰਿਸ਼ਟੀ ਨਾਲ ਮੱਝਾਂ ਨੂੰ ਹੀ ਘਰੇ ਰਜਾ ਕਰਦੇ, ਪਰ ਇੰਨਾ ਵੀ ਕਾਹਨੂੰ ਕਰਨਾ। ਫਿਰ ਵੀ ਸੱਚੇ ਪਾਤਸ਼ਾਹ ਖੇਤਾਂ 'ਚ ਲਿਜਾ ਕੇ ਰਜਾ ਕੇ ਖੇਤੀ ਹਰੀ ਭਰੀ ਕਰਕੇ ਸਾਰਾ ਮੋੜ ਲਿਆਉਂਦੇ ਸੀ। ਮਾਲ ਡੰਗਰ ਆਪ ਨਹੀਂ ਚਲਾਉਂਦੇ ਹੁੰਦੇ, ਉਹ ਹੋਰ ਸ਼ਕਤੀਆਂ ਹੁੰਦੀਆਂ, ਕਿਉਂਕਿ ਜਿਹੜਾ ਹੈ ਤਿੰਨਾਂ ਲੋਕਾਂ ਦਾ ਰਾਜ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਮ ਹੋ ਸਭ ਰਾਜਨ ਕੇ ਰਾਜਾ। ਜਿਵੇਂ ਚੱਕੀ ਚਲਾਉਣ ਨੂੰ ਕਿਹਾ ਬਾਬਰ ਨੇ, ਹੁਣ ਚੱਕੀ ਆਪ ਥੋੜੀ ਚਲਾਉਣੀ, ਚੱਕੀ ਆਪੇ ਹੀ ਘੁੰਮੀ ਜਾਵੇ ਉੱਥੇ। ਜਿਵੇਂ ਮਹਾਰਾਜ ਨੂੰ ਗੁਲਾਮ ਬਣਾ ਲਿਆ ਸੀ, ਇੱਕ ਜਗ੍ਹਾ ਸਿਰ ਦੇ ਉੱਤੇ ਪਾਣੀ ਦੀ ਗਾਗਰ ਰੱਖੀ, ਜਦ ਦੇਖੀ ਨਵਾਬ ਨੇ, ਉਹ ਜਿਹੜਾ ਬਈ ਇਹ ਗੁਲਾਮ ਫੜ ਕੇ ਲਿਆਂਦਾ, ਗਾਗਰ 1 ਫੁੱਟ ਸਿਰ ਤੋਂ ਉੱਚੀ, ਤੇ ਆਪ ਆਰਾਮ ਨਾਲ ਤੁਰੇ ਆ ਰਹੇ ਨੇ। ਤਿੰਨਾਂ ਲੋਕਾਂ ਦਾ ਮਾਲਕ ਹੈ, ਕਿੰਨੀਆਂ ਸ਼ਕਤੀਆਂ ਦਾ ਮਾਲਕ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਕਰਿੰਦੇ ਹੀ ਬਥੇਰੇ ਨੇ। ਆ ਸਾਰੀ ਸ੍ਰਿਸ਼ਟੀ ਤਾਂ ਉਹਦੀ ਕਰਿੰਦਾ, ਸਾਰੇ ਦੇਵਤੇ ਉਹਦੇ ਕਰਿੰਦੇ ਨੇ, ਉਹ ਆਪ ਨਹੀਂ ਕਰਦੇ ਐਸਾ ਕਾਰਜ। ਜੰਤਨ ਜਾਨ ਉਦਾਹਰਣ ਆਇਓ, ਉਹ ਤਾਂ ਸੰਸਾਰ ਸਾਗਰ ਦੇ ਵਿੱਚ ਜੀਵਾਂ ਨੂੰ ਉਦਾਹਰਨ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਪਾਲਣ ਲਈ, ਉਹਨਾਂ ਨੂੰ ਲੈਤਾ ਕਰਨ ਲਈ, ਉਹਨਾਂ ਨੂੰ ਬਣਾਉਣ ਲਈ ਸਾਰੀ ਡਿਊਟੀ ਹੈ। ਸਵਈਆ ਘਰ ਬੰਦ ਉਬੈ ਘਰ ਬੰਦ ਗੁਰੂ, ਸੁਖ ਕੰਦ ਸਦਾ ਸੁਖ ਦੁੰਦ ਨਿਕੰਦੂ। ਹੁਣ ਕਹਿੰਦੇ ਨੇ ਕਰ ਬੰਦ, ਕਰ ਨਾਮ ਹੱਥ ਦਾ ਸਵੇਰੇ ਵੀ ਆਇਆ ਸੀ ਠਾਕੁਰ, ਕਰ ਤਾਲ ਧਰਿਆ, ਕਰ ਨਾਮ ਹੱਥ ਦਾ ਹੁੰਦਾ। ਕਰ ਬੰਦ ਉਬੈ, ਕਰ ਬੰਦ ਗੁਰੂ, ਇਉਂ ਕਹਿੰਦੇ ਦੋਨੋਂ ਹੱਥ ਜੋੜ ਕੇ ਨਾ ਮੈਂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦਾ, ਮੱਥਾ ਟੇਕਦਾ। ਸੁਖ ਕੰਦ ਸਦਾ ਦੁੱਖ ਦੁੰਦ ਨਿਕੰਦੂ, ਸੁੱਖਾਂ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਸੁੱਖਾਂ ਦਾ ਮੂਲ, ਜੋ ਸੁੱਖਾਂ ਦਾ ਫਲ, ਸੁੱਖਾਂ ਦਾ ਦਾਤਾ, ਸਾਨੂੰ ਸੁੱਖ ਦਿੰਦੇ ਨੇ ਔਰ ਦੁੱਖਾਂ ਨੂੰ ਕੱਟਦੇ ਹਨ। ਹਰ ਬਿੰਦ ਪਦੰ ਮਨ ਹੋ ਮਿਲੈਂਦਾ। ਸੋ ਇਸ ਤਰੀਕੇ ਨਾਲ ਕਹਿੰਦੇ ਜੇ ਚਰਨਾਂ ਕਮਲਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੱਥਾ ਟੇਕਦੇ ਹਾਂ, ਚਰਨ ਕਮਲ ਸੋਹਣੇ ਹਨ ਜਿਹੜੇ ਭਮਰਾ ਬਣ ਕੇ। ਜੋ ਮੋਹ ਕੋ ਮੂਲ ਵਿਨਾਸ਼ ਬਿਲੰਦੂ, ਜੋ ਮੋਹ ਹੈ ਨਾ, ਇਹਨੂੰ ਮੂਲ ਭਾਵ ਮੋਹ ਨੂੰ ਕੱਟਣ ਵਾਲੇ ਸੱਚੇ ਪਾਤਸ਼ਾਹ ਆਪ ਹਨ, ਤੇ ਮੋਹ ਨੂੰ ਕੱਟ ਦਿੰਦੇ ਹਨ। ਮੈਂ ਮੱਥਾ ਟੇਕਦਾ ਚਰਨਾਂ ਕਮਲਾਂ ਤੇ, ਜਿਹੜੇ ਚਰਨ ਕਮਲ ਮੋਹ ਨੂੰ ਕੱਟਦੇ ਨੇ। ਉੱਡ ਦੰਬਨ ਬ੍ਰਿੰਦ ਦਿਵਾਕਰ, ਸੋ ਵਿਸਿਆ ਤਪ ਕੋ ਜੋ ਸੀਤਲ ਚੰਦੂ। ਸੀਤਲ ਚੰਦਰਮਾ ਦੀ ਤਾਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇਣ ਵਾਲੇ ਨੇ, ਵਿਸ਼ਿਆਂ ਦੀ ਤਪਸ਼ ਨੂੰ ਦੂਰ ਕਰਨ ਵਾਲੇ ਨੇ। ਉਡ ਜਿਹੜੇ ਤਾਰੇ ਹੁੰਦੇ ਨੇ, ਇਹ ਤਾਰਿਆਂ ਦੇ ਦੰਬਨ ਨੂੰ, ਪਖੰਡ ਨੂੰ ਬ੍ਰਿੰਦ ਦਿਵਾਕਰ, ਸੂਰਜ ਰੂਪ ਹਨ ਗੁਰੂ ਨਾਨਕ ਦੇਵ ਜੀ। ਤਾਰਿਆਂ ਨੂੰ ਜਦੋਂ ਚੜ੍ਹਦੇ ਨੇ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸੋ ਇਸ ਤਰੀਕੇ ਨਾਲ ਐਸਾ ਹੁੰਦਾ ਹੈ। ਸਮਦਾਏ ਬਿਗਨ ਬਿਨਾਸ਼ਨ ਜੋ ਨਿਜ, ਦਾਸਨ ਵੋ ਦਾਜ ਆਨੰਦੂ। ਸੋ ਇਸ ਤਰੀਕੇ ਨਾਲ ਜਿਹੜਾ ਸਾਰਾ ਹੈ, ਸਮਦਾਏ ਬਿਗਨ ਬਿਨਾਸ਼ਨ ਜੋ ਨਿਜ, ਦਾਸਨ ਕੋ ਵਰਦਾਏ ਆਨੰਦੂ, ਆਪਣੇ ਦਾਸਾਂ ਨੂੰ ਬਹੁਤ ਆਨੰਦ ਦੇਣ ਵਾਲੇ ਹਨ। ਸ੍ਰੀ ਬਾਲਾ ਸੰਦਰ ਬਾਚ ਦੋਹਰਾ, ਸਤਿਗੁਰ ਲੀਲਾ ਲਲਤਿਓ, ਕਰਤ ਬ੍ਰਿਧਤ ਜਗ ਕੰਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸੁੰਦਰ ਲੀਲਾ ਕਰ ਰਹੇ ਹਨ, ਵਾਧੇ ਹੋਏ ਸੰਸਾਰ ਅੰਦਰ। ਪਰ ਫੁੱਲਤ ਕਲ ਫੂਲ ਸੋ, ਸੋਵਤ ਰਿਤੂ ਬਸੰਤ। ਇਸ ਤਰੀਕੇ ਨਾਲ ਜਿਹੜੀ ਆ ਨਾ, ਪ੍ਰਫੁੱਲਤ ਕਲ ਫੂਲ ਸੋ ਸੋਭਤ ਰਿਤੂ ਬਸੰਤ, ਇਹ ਸਤਿਗੁਰ ਲੀਲਾ ਲਲਤ ਇਉਂ ਸੁੰਦਰ ਲੀਲਾ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਹਨ। ਅਤੇ ਬ੍ਰਿਧਤ ਜੰਗ ਕੰਤ,
ਇਹ ਜਗਤ ਦਾ ਕੰਤ ਰੂਪ ਸੱਚੇ ਪਾਤਸ਼ਾਹ ਜੋ ਹਨ ਉਹ ਦਿਨੋਂ ਦਿਨ ਵੱਧ ਰਹੇ ਹਨ। ਦੋਹਰਾ ਸੁੰਦਰ ਮ੍ਰਿਦੁਲ ਸਦਲ ਤਰ ਰਾਜੇ। ਸੋ ਸੁੰਦਰ ਜਿਹੜਾ ਹੈ ਮ੍ਰਿਦਲ ਕੋਮਲ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਦਲ ਪੱਤੀਆਂ ਸਮੇਤ ਜਿਵੇਂ ਤਰ ਰਾਜੀ ਤੋਂ ਬ੍ਰਿਛ ਸੁਸ਼ੋਭਿਤ ਹੁੰਦੇ ਹਨ। ਵਰਨ ਅਵਰਨ ਬਾਰੇ ਉਪਮਾ ਸਾਜੇ। ਸੋ ਵਰਨ ਅਵਰਨ ਰੰਗਾਂ ਰੰਗਾਂ ਦੀ ਜਿਹੜੀ ਉਪਮਾ ਹੈ ਉਹ ਬੜੀ ਛਾਜੀ ਤੋਂ ਭਾਵ ਸਜ ਰਹੀ ਹੈ। ਜਨ ਬਸੰਤ ਨੇ ਜਸੈਨ ਸਿੰਗਾਰੀ। ਸੋ ਮਾਨੋ ਜਿਹੜੀ ਹੈ ਬਸੰਤ ਰੁੱਤ ਨੇ ਆਪਣੀ ਸੈਨਾ ਸ਼ਿੰਗਾਰਨਾ ਕੀਤੀ ਹੈ। ਜੀਤਨ ਜੈ ਬਿਰਹੀ ਨਰ ਨਾਰੀ। ਸੋ ਜਿਹੜੇ ਨਰ ਨਾਰੀ ਨੇ ਵਿਛੜੇ ਹੋਏ ਸਾਰੇ ਸੰਸਾਰ ਸਾਗਰ ਦੇ ਉਹਨਾਂ ਨੂੰ ਆਪਣੇ ਨਾਲ ਜੋੜਨ ਲਈ ਸਭ ਪਲਾਸ ਤੇ ਪਾਤ ਨਿਪਾਤੇ। ਸਾਰੇ ਜਿਹੜੇ ਹਨ ਪਲਾਸ ਛਿਛਰੇ ਇਹਨਾਂ ਨੂੰ ਨਿਪਾਤੀ ਤੋਂ ਭਾਵ ਜਿਹੜਾ ਹੈ ਪੱਤ ਟੁੱਟ ਗਏ ਹਨ। ਮਾਨੋ ਇਹ ਇੱਕ ਅਲੰਕਾਰ ਬਣਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਿਸ ਤਰ੍ਹਾਂ ਬਸੰਤ ਰੁੱਤ ਆਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਬਸੰਤ ਰੁੱਤ ਆਈ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਨਾਲ ਜਿਹੜੀਆਂ ਮਾੜੀਆਂ ਚੀਜ਼ਾਂ ਸੀ ਆਉਂ ਝੜ ਗਈਆਂ। ਜਿਵੇਂ ਪੱਤੇ ਝੜ ਜਾਣੇ ਸੋ ਪਤਝੜ ਦੇ ਵਿੱਚ ਉਹ ਕਹਿੰਦੇ ਨੇ ਮਾੜੀਆਂ ਚੀਜ਼ਾਂ ਝੜ ਗਈਆਂ। ਫੁੱਲਾ ਫੂਲ ਲਾਲ ਭਲ ਭਾਂਤੇ। ਸੋ ਜਿਹੜੇ ਚੰਗੀ ਤਰ੍ਹਾਂ ਫੁੱਲ ਹਨ ਲਾਲ ਲਾਲ ਭਲੀ ਭਾਂਤ ਫੁੱਲਦੇ ਹਨ। ਮਨਹਾ ਸੋਵਟ ਪਟ ਰੰਗਣ ਰਾਂਗੇ। ਸੋ ਮਾਨੋ ਕਹਿੰਦੇ ਹਨ ਜਿਹੜੇ ਸੂਰਮਿਆਂ ਨੇ ਕੱਪੜੇ ਪਾਏ ਹੋਏ ਨੇ ਜਾਂ ਉਹ ਸੈਨਾ ਬਣਾਈ ਹੈ ਲਾਲ ਰੰਗ ਦੀ ਸੋਹਣੀ ਸੈਨਾ ਬਣੀ ਹੈ ਭਾਵ ਲਾਲ ਰੰਗ ਦੇ ਪਲਾਸ ਦੇ ਫੁੱਲ ਖਿੜੇ ਹੋਏ ਹਨ। ਛੜੇ ਜੁੱਧ ਕਰ ਆਰਨ ਵਾਗੇ। ਸੋ ਜਿਹੜਾ ਆਰਨ ਬਾਗੇ ਹੁੰਦਾ ਲਾਲ ਰੰਗ ਦੇ ਕੱਪੜੇ ਪਾ ਕੇ ਜਿਵੇਂ ਸੈਨਾ ਚੜੀ ਹੈ। ਅੰਬਰ ਮੋਰ ਪਿਖ ਆਨੰਦ ਜਾਸੂ। ਸੋ ਅੱਛੇ ਤਰੀਕੇ ਨਾਲ ਅੰਬਰ ਮੋਰ ਜਿਹੜਾ ਹੈ ਨਾ ਅੰਬਾਂ ਨੂੰ ਬੂਰ ਅੰਬਾਂ ਦੇ ਫੁੱਲ ਜਿਹੜੇ ਦੇਖ ਕਰਕੇ ਹੁਣ ਆਨੰਦਿਤ ਹੋਇਆ ਹੈ ਭਾਵ ਸੋਹਣਾ ਸਮਾਂ ਆ ਗਿਆ ਹੈ। ਕੂਕਤ ਕੋਕਿਲ ਕਲ ਰਵ ਤਾਸੂ। ਸੋ ਇਸ ਤਰ੍ਹਾਂ ਕੋਇਲਾਂ ਜਿਹੜੀਆਂ ਬੋਲਦੀਆਂ ਨੇ ਸੁੰਦਰ ਆਵਾਜ਼ ਦੇ ਵਿੱਚ ਇੱਕ ਅਲੰਕਾਰ ਬਣਾ ਕੇ ਫਿਰ ਅਗਲਾ ਪ੍ਰਸੰਗ ਆਰੰਭ ਕਰਨਗੇ। ਜਨ ਬਸੰਤ ਕੇ ਦੇਤ ਦੁਹਾਈ। ਮਾਨੋ ਬਸੰਤ ਦੀ ਦੁਹਾਈ ਦੇ ਰਹੇ ਹਨ। ਮਾਨਣ ਦੇਸ ਜੇ ਮਾਨ ਕਢਾਈ। ਸੋ ਮਾਨਨ ਜਿਹੜਾ ਹੁੰਦਾ ਹੈ ਪੱਤੀ ਦੋਸ਼ ਦੇਖ ਕਰਕੇ ਰੁੱਸੀ ਹੋਈ ਇਸ ਤਰੀਕੇ ਨਾਲ ਇਸਤਰੀ ਦੇਸ਼ ਜੇ ਮਾਨ ਕਢਾਈ ਤੋ ਰੁੱਸੀਆਂ ਇਸਤਰੀਆਂ ਨੂੰ ਮਾਨ ਦੇ ਦੇਸ਼ ਵਿੱਚੋਂ ਕੱਢ ਰਹੀ ਹੈ ਭਾਵ ਹੰਕਾਰ ਚੋਂ। ਪਸ਼ਪਨ ਕੇ ਮਕਰੰਦ ਨਿਹਾਰੇ। ਪੁਸ਼ਪਨ ਜਿਹੜੀ ਫੁੱਲਾਂ ਦੀ ਹੈ ਮਕਰੰਦ ਇਹਨੂੰ ਦੇਖਣਾ ਕੀਤਾ ਹੈ। ਦੇਹ ਪਰ ਮਦ ਕਰ ਕਰਤ ਗੁੰਜਾਰੇ। ਉਹਦੇ ਉੱਤੇ ਮਦਕਰ ਜਿਹੜੇ ਭੰਮਰੇ ਨੇ ਉਹ ਗੁੰਜਾਰ ਕਰਦੇ ਹਨ। ਜਨ ਬਸੰਤ ਰਿਪ ਆਗੇ ਬੀਨਾ। ਸੋ ਇਸ ਤਰੀਕੇ ਨਾਲ ਕਹਿੰਦੇ ਜਿਹੜੀ ਬਸੰਤ ਨ੍ਰਿਪ ਇਹ ਬਸੰਤ ਰੁੱਤ ਹੈ ਮਾਨੋ ਰਾਜੇ ਦੀ ਤਰੀਕੇ ਨਾਲ ਆਗੇ ਬੀਨਾ ਬੜੀ ਸੁੰਦਰ ਬੀਨ ਵਜਾ ਰਹੀ ਬਸੰਤ ਰੁੱਤ ਜਿਹੜੇ ਭੰਮਰੇ ਗੂੰਜਦੇ ਹਨ। ਗਾਏ ਬਜਾਵ ਹੈ ਗੁਨੀ ਪਰਬੀਨਾ। ਸੋ ਗਾਉਂਦੇ ਨੇ ਵਜਾਉਂਦੇ ਨੇ ਗੁਣੀ ਸਿਆਣੇ ਪ੍ਰਬੀਨ ਜਿਵੇਂ ਸਿਆਣੇ ਹੁੰਦੇ ਗੁਣੀ ਕਿਉਂ ਭੰਮਰੇ ਜਿਹੜੇ ਨੇ ਨਾ ਉਹ ਕਹਿੰਦੇ ਸੁੰਦਰ ਗੀਤ ਗਾ ਰਹੇ ਹਨ। ਮਾਨੋ ਲਲਤ ਬਿਹੰਗ ਬੋਲ ਹੀ ਬਾਨੇ। ਲਲਿਤ ਜਿਹੜੇ ਬਿਹੰਗ ਨੇ ਨਾ ਸੁੰਦਰ ਪੰਛੀ ਉਹ ਬੜੀ ਸੁੰਦਰ ਬਾਣੀ ਬੋਲਦੇ ਹਨ। ਜਨ ਬੰਦੀ ਜਨ ਕੀਰਤ ਗਾਨੇ। ਮਾਨੋ ਬੰਦੀ ਜਨ ਹੁੰਦੇ ਭੱਟਾਂ ਨੇ ਮਾਨੋ ਕੀਰਤ ਗਾਈ ਹੈ। ਸੀਤਲਾ ਮੰਦ ਸੁਗੰਧ ਸਮੀਰਾ। ਸੋ ਮਿੱਠੀ ਹਵਾ ਜਿਹੜੀ ਚੱਲ ਰਹੀ ਸੀਤਲ ਠੰਡੀ ਤੇ ਮੰਦ ਸੁਗੰਧੀ ਮੰਦ ਚੱਲਣਾ ਠੰਡੀ ਚੱਲਣਾ ਤੇ ਸੁਗੰਧ ਹੁੰਦੀ ਖੁਸ਼ਬੂਦਾਰ ਚੱਲਣਾ ਇਹ ਹਵਾ ਦੇ ਤਿੰਨ ਗੁਣ ਦੱਸੇ ਹਨ। ਮਾਨਣ ਬਿਰਹਨ ਕਰਤ ਅਧੀਰਾ। ਮਾਨੋ ਜਿਹੜੀ ਬਿਰਹਨ ਨਾ ਬਿਰਹਨ ਹੁੰਦੀਆਂ ਜਿਸ ਪ੍ਰਕਾਰ ਇਸਤਰੀਆਂ ਉਹਨਾਂ ਨੂੰ ਅਧੀਰ ਕਰਦੀ ਧੀਰਜ ਤੋਂ ਰਹਿਤ ਕਰਦੀ ਜਦੋਂ ਸੁੰਦਰ ਰੁੱਤ ਆ ਜਾਂਦੀ ਹੈ। ਛੇਤ ਸਿਆਮ ਸਰੋਣ ਤਪਨ ਪੀਤਾ। ਇਸ ਤਰ੍ਹਾਂ ਚਿੱਟੇ ਕਾਲੇ ਲਾਲ ਪੀਲੇ ਜਿਹੜੇ ਚਾਰੇ ਪਾਸੇ ਫੁੱਲ ਖਿੜੇ ਹੋਏ ਹਨ। ਮਾਨੋ ਵਿਗਸੇ ਕੁਸਮ ਨਵੀਨੀ ਰੀਤਾ। ਸੋ ਨਵੀਂ ਰੀਤੀ ਦੇ ਨਾਲ ਜਿਹੜੇ ਸੀ ਵਿਗਸੇ ਕੁਸਮ ਜਿਹੜੇ ਫੁੱਲ ਸੀ ਨਵੀਨ ਰੀਤ ਦੇ ਨਾਲ ਖਿੜੇ। ਤਰ ਸਾਖਾ ਪਰ ਮੰਜਰੀ ਸੋਹੀ। ਤਰ ਸ਼ਾਖਾ ਪਰ ਜਿਹੜੀ ਸੀ ਮੁੰਜਰਾ ਤਰ ਹੁੰਦਾ ਦਰਖਤ ਦੀਆਂ ਸ਼ਾਖਾਂ ਦੇ ਉੱਤੇ ਮੰਜਰੀ ਤੋਂ ਭਾਵ ਜਿਹੜੀਆਂ ਮੁੰਜਰਾਂ ਸੀ ਉਹ ਸੋਭਨੀਕ ਹੋ ਰਹੀਆਂ ਹਨ। ਮਨੋ ਧਰੀ ਕਲੰਗੀ ਮਨ ਮੋਹੀ। ਮਾਨੋ ਕਲਗੀ ਜਿਹੜੀ ਸੀ ਨਾ ਮਨ ਨੂੰ ਮੋਹਣ ਵਾਲੀ ਧਰੀ ਹੋਈ ਹੈ। ਅਸ ਵਿਦ ਜਹ ਬਨ ਵੱਡ ਸ਼ਬ ਧਾਰੀ। ਇਸ ਤਰੀਕੇ ਨਾਲ ਜਿਸ ਤਰ੍ਹਾਂ ਬਨ ਨੇ ਜੋ ਜੰਗਲ ਨੇ ਬੜੀ ਸ਼ੋਭਾ ਭਾਵ ਸੋਭਾ ਧਾਰਨ ਕੀਤੀ ਹੋਈ ਹੈ। ਵਿਚਰਤ ਤਹ ਨਾਨਕ ਸੁਖਕਾਰੀ। ਉੱਥੇ ਹੁਣ ਗੁਰੂ ਨਾਨਕ ਦੇਵ ਜੀ ਵਿਚਰਦੇ ਨੇ ਕਿ ਰੁੱਤ ਇਹੀ ਜੀ ਆਈ ਕਿ ਰੁੱਤ ਦੀ ਹੋਈ ਇੰਨੀ ਵੱਡੀ ਕਵਿਤਾ ਬਣਾਤੀ ਕਵੀ ਨੇ ਕਿ ਸਤਿਗੁਰ ਲੀਲਾ
ਇਉਂ ਕਰਦੇ ਨੇ ਸੋਹਣੀ ਕਿ ਵੱਧਦੇ ਹੋਏ ਜਗਤ ਦੇ ਜਗ ਕੰਤ ਜਗਤ ਪਤੀ ਜੋ ਪ੍ਰਮਾਤਮਾ ਹੈ, ਪ੍ਰਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ। ਬਸੰਤ ਦੀ ਰੁੱਤ ਆ ਗਈ, ਸੁੰਦਰ ਕੋਮਲ ਕੋਮਲ ਫੁੱਲ ਖਿੜਦੇ ਨੇ, ਪੱਤੀਆਂ ਖਿੜਦੀਆਂ ਨੇ, ਰੰਗਾਂ ਰੰਗਾਂ ਦੀ ਫੁਲਵਾੜੀ ਹੋ ਰਹੀ ਹੈ, ਭੰਵਰੇ ਉੱਥੇ ਗੁੰਜਾਰ ਕਰ ਰਹੇ ਨੇ। ਇਉਂ ਜਿਹੜੇ ਚਾਰੇ ਪਾਸੇ ਜੰਗਲਾਂ ਦੇ ਵਿੱਚ ਜਾ ਕਰਕੇ ਨਾ, ਜਿੱਥੇ ਬੜੇ ਸੁੰਦਰ ਸੁੰਦਰ ਬਾਗ ਨੇ ਲੱਗੇ ਹੋਏ ਆਸੇ ਪਾਸੇ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵਿਚਰਦੇ ਹਨ। ਮਾਸ ਵਿਸਾਖ ਵਿਖੇ ਗੁਣ ਐਨਾ। ਹੁਣ ਵਿਸਾਖ ਦੇ ਮਹੀਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਣਾਂ ਦੇ ਘਰ ਚਾਰ ਹੈ ਤਹਾਂ ਮਹਿਕ ਫੁਨ ਧੇਨਾ। ਚਾਰ ਦੇ ਹਨ, ਮੱਝਾਂ ਨੂੰ ਪੁੰਨ ਧੇਨਾ, ਫਿਰ ਗਾਵਾਂ ਆਦਿਕ ਨੂੰ। ਮ੍ਰਿਦਲ ਹਰਤ ਜੇ ਤ੍ਰਿਣਨ ਨਵੀਨਾ। ਸੋ ਮ੍ਰਿਦਲ ਜਿਹੜੇ ਨੇ ਨਾ, ਕੋਮਲ ਕੋਮਲ ਹਰਤ, ਜਿਹੜੇ ਹਰੇ ਹਰੇ ਪੱਤੇ ਨੇ, ਘਾਹ ਆਦਿਕ ਹੈ, ਉਹ ਚਰਾਉਂਦੇ ਹਨ। ਦੇਖ ਚਰਾਵਹਿ ਦਾਨੀ ਦੀਨਾ। ਸੋ ਦੇਖ ਕਰਕੇ ਚਰਾਉਂਦੇ ਹਨ ਅਨਾਥਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਮਹਾਰਾਜ। ਜਬ ਬਾਸਰ ਜੁਗ ਜਾਮ ਬਿਤਾਇਓ। ਜਦੋਂ 2 ਪਹਿਰ ਦਿਨ ਗੁਜ਼ਰ ਗਿਆ, ਮਾਰ ਤੰਡ ਕੀ ਚੰਡ ਦਿਉਤਾ। ਮਾਰ ਤੰਡ ਜਿਹੜਾ ਹੁੰਦਾ ਸੂਰਜ, ਇਹਦੀ ਚੰਡ ਪ੍ਰਚੰਡ ਧੁੱਪ ਜਦੋਂ ਪਈ ਉਸ ਵਕਤ ਸ਼ਰਮਤ ਕਛਕ ਹੋਏ ਕਰ ਅਲਸਾਏ। ਮਹਾਰਾਜ ਸੱਚੇ ਪਾਤਸ਼ਾਹ ਇੱਕ ਦਰਖਤ ਦੇ ਥੱਲੇ ਕੁਝ ਲੰਮੇ ਪੈ ਗਏ ਕਿ ਆਰਾਮ ਫਰਮਾ ਲਈਏ। ਹੁਣ ਚਾਰ ਤੈਨ ਟਿਕੇ ਇੱਕ ਥਾਏ। ਚਾਰ ਦੇ ਧਿਨ ਗਊਆਂ ਨੂੰ ਇੱਕ ਥਾਂ ਦੇ ਉੱਤੇ ਟੇਕ ਕੇ ਬਿਰਾਜਮਾਨ ਹੋ ਗਏ। ਸਿੱਖ ਕਰ ਬਰਤਰ ਵਰ ਕੀ ਛਾਇਆ। ਦੇਖ ਕਰਕੇ ਬਰ ਸ੍ਰੇਸ਼ਟ ਦਰਖਤ ਦੀ ਛਾਇਆ। ਸ਼ੈਨ ਕਰਨ ਹਿਤ ਚਿਤ ਬਿਰਮਾਇਆ। ਬਿਰਾਜਮਾਨ ਹੋਣ ਲਈ ਫਿਰ ਚਿੱਤ ਜਿਹੜਾ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਉਸ ਪਾਸੇ ਨੂੰ ਕੀਤਾ ਕਿ ਹੁਣ ਆਰਾਮ ਕਰ ਲਈਏ। ਸਵੇਰ ਦੇ ਗਾਵਾਂ, ਕਿਉਂਕਿ ਸਵਖਤੇ ਹੀ ਲੈ ਜਾਂਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਗਾਵਾਂ ਆਦਿਕ। ਮੰਦ ਸੁਗੰਧ ਸੀਤ ਬਹਿ ਪੌਨਾ। ਸੋ ਬੜੀ ਮੰਦੀ ਮੰਦੀ ਹੌਲੀ ਹੌਲੀ ਪੌਣ ਚੱਲਦੀ ਸੁਗੰਧੀ ਵਾਲੀ ਸੋਹਣੀ, ਕਿਉਂਕਿ ਮਹੀਨਾ ਬੜਾ ਅੱਛਾ ਸੀ। ਮ੍ਰਿਦਲ ਸੋ ਦਲ ਲੈ ਕੀਨ ਬਸ਼ੌਨਾ। ਮ੍ਰਿਦਲ ਜਿਹੜਾ ਦਲ ਸੀ, ਕੋਮਲ ਕੋਮਲ ਸੁੰਦਰ, ਉਸ ਵਕਤ ਲੈ ਕਰਕੇ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਥਾਂ ਦੇ ਉੱਤੇ ਬਿਰਾਜਮਾਨ ਹੋਣਾ ਕੀਤਾ। ਥਾਂ ਪਰ ਵਸਤਰ ਵਿਛਾਇਓ ਸਵੇਤਾ। ਮਹਾਰਾਜ ਨੇ ਉੱਥੇ ਜਿਹੜੇ ਪੱਤੇ ਡਿੱਗੇ ਹੋਏ ਸੀ ਸੋਹਣੇ ਸੋਹਣੇ, ਉਹਨਾਂ ਦੇ ਉੱਤੇ ਚਿੱਟਾ ਬਸਤਰ ਵਿਛਾ ਕੇ ਆਰਾਮ ਕੀਤਾ ਹੈ। ਪੌੜ ਰਹੇ ਪੁਨ ਕਿਰਪਾ ਨਿਕੇਤਾ। ਕਿਰਪਾ ਦੇ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਿਰਾਜਮਾਨ ਹੋ ਗਏ। ਪਏ ਨੀਂਦ ਵਸ ਮੁੰਦਰਿਤ ਲੋਚਨ। ਸੋ ਨੀਂਦ ਦੇ ਵਸ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਵਸਤ ਕਾਹਨੂੰ ਹੋਣਾ ਨੀਂਦ ਦੇ, ਉਹਦਾ ਕਵਿਤਾ 'ਚ ਲਿਖਿਆ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਉਣਾ ਸੀ, ਆਪਣੇ ਨੇਤਰ ਬੰਦ ਕੀਤੇ ਤੇ ਸਮਾਧ ਲੀਨ ਹੋ ਗਏ। ਕਰੁਣਾ ਖਾਨ ਜੇ ਸੋਚ ਵਿਮੋਚਨ। ਸੋ ਇਸ ਤਰ੍ਹਾਂ ਚਿੰਤਾ ਦੇ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ, ਕਰੁਣਾ ਦੀ ਖਾਨ, ਸੋਚਾਂ ਨੂੰ ਕੱਟਣ ਵਾਲੇ। ਖਟ ਘਟਕਾ ਜਬ ਸੋਤੇ ਬੀਤੀ। ਜੋ ਖਟ ਘਟਕਾ ਹੁੰਦੀ 6 ਘੜੀਆਂ ਬਤੀਤ ਹੋ ਗਈਆਂ ਬਿਰਾਜਮਾਨ ਹੋਇਆਂ ਨੂੰ, ਸਮਾਧੀ ਲੀਨ ਹੋਇਆਂ ਨੂੰ। ਤਰਵਰ ਕੀ ਛਾਇਆ ਵਿਪਰੀਤੀ। ਉਹ ਤਰਵਰ ਦੀ ਜਿਹੜੀ ਦਰਖਤਾਂ ਦੀ ਛਾਂ ਸੀ ਨਾ, ਬਹੁਤ ਵਿਪਰੀਤੀ, ਬਹੁਤ ਵਿਪਰੀਤ ਹੋ ਗਈ, ਪੁੱਠੇ ਪਾਸੇ ਨੂੰ ਚਲੀ ਗਈ। ਜਿੱਥੇ ਬਿਰਾਜਮਾਨ ਸੀ ਉਹ ਸੂਰਜ ਘੁੰਮ ਕੇ ਜਦੋਂ 3 ਘੰਟਿਆਂ ਤੋਂ ਬਾਅਦ ਹੋਰ ਪਾਸੇ ਹੋਇਆ, ਛਾਂ ਹੋਰ ਪਾਸੇ ਹੋ ਗਈ। ਪશ્ਚਮ ਦਿਸ਼ਾ ਤਰਨ ਬਹੁ ਜਾਵਾ। ਪશ્ਚਮ ਦੇਸ਼ ਵਾਲੇ ਪਾਸੇ ਨੂੰ, ਪੱਛਮ ਦਿਸ਼ਾ ਨੂੰ ਸੂਰਜ ਜਿਹੜਾ ਸੀ ਉਹ ਜਾ ਰਿਹਾ ਸੀ ਬਹੁਤਾ। ਮੁਖ ਪੰਕਜ ਅਰਿਆਤ ਆਤਵ ਆਵਾ। ਹੁਣ ਮੁਖ ਪੰਕਜ ਦੇ ਉੱਤੇ ਆਤਪ ਹੁੰਦੀ ਧੁੱਪ ਆ ਗਈ। ਸਵੇਦੰ ਬਿੰਦ ਬੂੰਦ ਮਕਰੰਦਾ। ਸੋਹਣੀਆਂ ਸੋਹਣੀਆਂ ਬੂੰਦਾਂ ਮੁੜਕੇ ਦੀਆਂ ਮੁਖ ਦੇ ਉੱਤੇ ਆਉਣ ਲੱਗੀਆਂ, ਛੋਟੀਆਂ ਛੋਟੀਆਂ। ਰਾਜਤ ਜਿਵ ਪੰਤਨ ਯਾਰ ਬਿੰਦਾ। ਸੋ ਜਿਸ ਤਰੀਕੇ ਨਾਲ ਪੱਤਿਆਂ ਦੀਆਂ ਬਹੁਤ ਸੁੰਦਰ ਸੋਹਣਾ, ਆ ਪੱਤਿਆਂ ਦੇ ਉੱਤੇ ਸਵੇਰੇ ਸਵੇਰੇ ਜਿਵੇਂ ਹੁੰਦੀ ਨਾ ਔਂਸ ਜੀ ਪੈ ਜਾਂਦੀ ਆ, ਇਸ ਤਰੀਕੇ ਨਾਲ ਪੱਤਿਆਂ ਦੇ ਉੱਤੇ ਨਿੱਕੀਆਂ ਨਿੱਕੀਆਂ ਬੂੰਦਾਂ ਹੁੰਦੀਆਂ, ਜਿਵੇਂ ਮਨ ਮਹਾਰਾਜ ਦੇ ਮੁਖ ਕਮਲ ਦੇ ਉੱਤੇ ਸੁੰਦਰ ਸੁੰਦਰ ਬੂੰਦਾਂ ਆ ਕਰਕੇ ਇਸ ਤਰ੍ਹਾਂ ਟਿਕ ਗਈਆਂ, ਜਿਵੇਂ ਮਕਰੰਦ ਹੁੰਦਾ ਦਰਖਤ ਦੇ, ਸੋ ਜਾਂ ਬੂਟਿਆਂ ਦੇ ਫੁੱਲਾਂ ਦੇ ਉੱਤੇ ਮਕਰੰਦ ਬਣ ਜਾਂਦਾ ਹੈ। ਕਿਦੋਂ ਚੰਦਰਮਾ ਮੰਡਲ ਮਾਹੀ। ਕਿਦੋਂ ਚੰਦਰਮਾ ਦੇ ਮੰਡਲ ਦੇ ਵਿੱਚ, ਜਿਵੇਂ ਚੰਦਰਮਾ ਦਾ ਮੰਡਲ ਅਸਮਾਨ ਵਿੱਚ ਤਾਰੇ ਚੰਦਰਮਾ ਹੁੰਦੇ ਨੇ। ਕਿਨਕਾ ਸਵਸਤ ਪਿਊਖ ਸੁਹਾਹੀ। ਸੋ ਜਿਵੇਂ ਕਿਨਕਾ ਜਿਹੜਾ ਸਵਸਤ ਬਹੁਤ ਸੁੰਦਰ ਜਿਸ ਤਰੀਕੇ ਨਾਲ ਸੋਭਨੀਕ ਹੁੰਦਾ ਹੈ, ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪ੍ਰਸੰਗ ਜਿਹੜਾ ਪਿਊਖ ਤੋਂ ਭਾਵ ਦਿਖਾ ਰਹੇ ਨੇ, ਸੁੰਦਰ ਪ੍ਰਸੰਗ ਅੰਮ੍ਰਿਤਮਈ। ਕਹਿੰਦੇ ਜਦੋਂ ਚਿਹਰੇ ਦੇ ਉੱਤੇ ਪਏ ਨੇ ਨਾ ਬੂੰਦਾਂ, ਮਾਨੋ ਕਹਿੰਦੇ ਉਹ ਜਿਵੇਂ ਚੰਦਰਮਾ ਜਦੋਂ ਚੜ੍ਹਦਾ
ਤੇ ਉਹਦੇ ਨਾਲ ਜਿਵੇਂ ਅੰਮ੍ਰਿਤ ਬੂੰਦਾਂ ਪੈ ਗਈਆਂ ਹੋਣ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਚਿਹਰੇ ਉੱਤੇ ਅੰਮ੍ਰਿਤ ਬੂੰਦਾਂ ਪਈਆਂ ਹੋਈਆਂ ਨੇ। ਸ਼ੇਖ ਨਾਗ ਲਖ ਸੈਨ ਮਿਲਾਪੀ। ਸੋ ਸ਼ੇਸ਼ ਨਾਗ ਜਿਹੜਾ ਸੀ, ਜਦੋਂ ਉਹਨੇ ਜਾਣਿਆ ਕਿ ਸੱਚੇ ਪਾਤਸ਼ਾਹ ਜੋ ਮਹਾਰਾਜ ਆਪ ਧੁੱਪੇ ਪਏ ਹਨ, ਸੇਜਾ ਦੇ ਮੈਲੀ ਲੱਖ ਕੇ ਜਾਣ ਕੇ, ਆਤਪ ਉਥਪਿਓ ਇਉ ਔਰ ਥਾਪੀ। ਇਸ ਤਰ੍ਹਾਂ ਕਹਿੰਦੇ ਮੈਂ ਧੁੱਪ ਹਟਾਵਾਂ ਜਾ ਕੇ, ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਧੁੱਪ ਪੈ ਰਹੀ ਹੈ ਜਿਹੜੀ, ਇਹਨੂੰ ਜਾ ਕਰਕੇ ਹਟਾਵਾਂ। ਸਵੇਤ ਵਰਨ ਗੋਦਵ ਨਵੀਨਾ। ਉਸ ਵਕਤ ਸਵੇਤ ਵਰਨ ਬਿਲਕੁਲ ਚਿੱਟੇ ਰੰਗ ਦਾ ਜਿਹੜਾ ਸੀ ਨਾ, ਗਾਂ ਦੇ ਦੁੱਧ ਵਰਗਾ ਚਿੱਟੇ ਰੰਗ ਦਾ ਬੜਾ ਨਵਾਂ। ਧਰ ਤੂੰ ਦੂਸਰ ਤਨ ਆਮ ਪ੍ਰਵੀਨਾ। ਸੋ ਇਸ ਤਰੀਕੇ ਨਾਲ ਕਹਿੰਦੇ ਦੂਜਾ ਹੋਰ ਤਨ ਸਰੀਰ ਧਾਰਨ ਕਰਕੇ ਆਪ ਸਿਆਣਾ। ਸੁੰਦਰ ਸੁਖ ਮੰਦਰ ਕੇ ਦੇਖੀ। ਸੋ ਸੁਖ ਮੰਦਰ, ਗੁਰੂ ਨਾਨਕ ਦੇ ਸੁੱਖਾਂ ਦੇ ਮੰਦਰ ਉਹਨਾਂ ਨੂੰ ਦੇਖ ਕਰਕੇ, ਕੀਨ ਬੰਦਨਾ ਪ੍ਰੀਤ ਬਸੇਖੀ। ਸੋ ਬਹੁਤ ਜ਼ਿਆਦੇ ਪ੍ਰੀਤ ਕੀਤੀ, ਬੰਦਨਾ ਕੀਤੀ, ਬਹੁਤ ਜ਼ਿਆਦੇ ਸੁੰਦਰ। ਬਹੁਰੋ ਤੀਨ ਪ੍ਰਦਰਸ਼ਨਾ ਦੀਨੀ। ਫਿਰ 3 ਪ੍ਰਕਰਮਾ ਸੱਪ ਨੇ ਆ ਕਰਕੇ, ਸ਼ੇਸ਼ ਨਾਗ ਨੇ ਚਿੱਟੇ ਰੰਗ ਦਾ ਬੜਾ ਸੁੰਦਰ ਆ ਕੇ ਪ੍ਰਕਰਮਾ ਕੀਤੀ। ਸੀਸ ਦਿਸ਼ਾ ਨਿਜ ਇਸ ਸਥਿਤ ਕੀਨੀ। ਸੀਸ ਵਾਲੇ ਪਾਸੇ ਮਹਾਰਾਜ ਦੇ ਆ ਕਰਕੇ ਸ਼ੇਸ਼ ਨਾਗ ਨੇ ਆਪਣਾ ਫਣ ਖਿਲਾਰਿਆ। ਹੇਤ ਛਾਉ ਕੇ ਫਨ ਵਿਸਥਾਰਾ। ਛਾਂ ਵਾਸਤੇ ਫਿਰ ਜਿਹੜਾ ਸੀ ਫਣ, ਉਹ ਆ ਕਰਕੇ ਚੌੜਾ ਕਰ ਦਿੱਤਾ। ਬਹੁਤ ਵੱਡਾ ਸੱਪ, ਬਹੁਤਾ ਹੀ ਜ਼ਿਆਦਾ ਵੱਡਾ ਸ਼ੇਸ਼ ਨਾਗ, ਕਾਫੀ ਵੱਡਾ ਹੁੰਦਾ, ਕਈ ਮੂੰਹਾਂ ਵਾਲਾ, ਉਹਨੇ ਆ ਕਰਕੇ ਉੱਥੇ ਛਾਂ ਕਰ ਦਿੱਤੀ। ਅਤਿ ਉਜਲ ਜਿਵ ਸੁਰਸਰ ਧਾਰਾ। ਅਤਿਅੰਤ ਹੀ ਉਜਲ, ਜਿਵੇਂ ਸੁਰਸਰ ਗੰਗਾ ਦੀ ਧਾਰਾ ਚਿੱਟੀ ਹੁੰਦੀ ਹੈ। ਉੱਚਾ ਫਾਨਿਆਸ ਸੋਭਾ ਪਾਈ। ਉੱਚਾ ਫਣ ਕੀਤਾ, ਫਿਰ ਐਸੀ ਸੋਭਾ ਪਾਈ। ਕਿਦੋਂ ਸਿੰਧ ਸੀ ਸੈਨ ਬਣਾਈ। ਜਦੋਂ ਸਿੰਧ ਸੀ ਸੈਨ ਬਣਾਈ, ਮਾਨੋ ਸਮੁੰਦਰ ਵਰਗੀ ਸੇਜਾ ਆ ਕਰਕੇ ਉੱਥੇ ਬਣਾ ਦਿੱਤੀ। ਚਾਰੇ ਪਾਸੇ ਚਿੱਟੀ, ਚਿੱਟਾ ਹੀ ਬਹੁਤ ਜ਼ਿਆਦਾ ਲੰਬਾ ਹੋਣ ਕਰਕੇ ਚਾਰੇ ਪਾਸੇ ਬੜੀ ਸੁੰਦਰ ਸੁਰੱਖਿਆ ਸੇਜ ਬਣਾਈ ਹੈ। ਸਭ ਸਰੀਰ ਪਰ ਜਿਸ ਕੀ ਛਾਇਆ। ਸਾਰੇ ਸਰੀਰ ਦੇ ਉੱਤੇ ਜਿਹੜੀ ਛਾਂ ਸੀ ਕਰ ਦਿੱਤੀ, ਇੰਨਾ ਵੱਡਾ ਸੱਪ ਨਿਕਲ ਆਇਆ ਹੈ। ਜੜ ਸਾਥਿਰ ਨਹਿ ਨੈਕ ਡਲਾਇਆ। ਕਹਿੰਦੇ ਇੱਕਦਮ ਜੜ ਹੋ ਜਾਂਦਾ, ਜਿਵੇਂ ਪੱਕਾ, ਬਿਲਕੁਲ ਹਿੱਲਣ ਜੁਲਣ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦੇ ਉੱਪਰ ਆ ਕੇ ਸੱਪ ਨੇ ਛਾਂ ਕਰ ਦਿੱਤੀ। ਅਸਵਿਦ ਕਿੰਚਤ ਕਾਲ ਬਤੀਤਾ। ਇਸ ਤਰੀਕੇ ਨਾਲ ਕਿੰਨਾ ਕੁ ਸਮਾਂ ਜਿਹੜਾ ਸੀ ਉਹ ਬਤੀਤ ਹੋ ਗਿਆ। ਇਹ ਛਾਉ ਅਤ ਹਰਖਤ ਚੀਤਾ। ਛਾਂ ਕੀਤੀ ਸੱਪ ਨੇ, ਸ਼ੇਸ਼ ਨਾਗ ਨੇ ਆ ਕੇ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਦੀ। ਬੜਾ ਖੁਸ਼ ਹੁੰਦਾ, ਸ਼ੁਕਰ ਹੈ ਮਹਾਰਾਜ ਨੇ ਮੈਨੂੰ ਮੌਕਾ ਦਿੱਤਾ ਸੇਵਾ ਦਾ। ਸੇਵਾਦਾਰ ਸੇਵਾ ਆਪੇ ਹੀ ਲੱਭ ਲੈਂਦੇ ਹੁੰਦੇ ਨੇ, ਇਹਨੇ ਵੀ ਸੇਵਾ ਲੱਭ ਲਈ ਗੁਰੂ ਨਾਨਕ ਦੇਵ ਜੀ ਦੀ। ਤਲਵੰਡੀ ਨ੍ਰਿਪ ਰਾਏ ਬਲਾਰੂ। ਸੋ ਤਲਵੰਡੀ ਦਾ ਨ੍ਰਿਪ ਰਾਜਾ ਰਾਏ ਬਲਾਰ ਜਿਹੜਾ ਸੀ, ਸੋ ਸੈਨ ਕਿਤੇ ਅੰਤ ਪਧਾਰੂ। ਉਹ ਆਪਣੀ ਸੈਨਾ ਦੇ ਸਮੇਤ ਕਿਤੇ ਹੋਰ ਜਾ ਰਿਹਾ ਸੀ। ਤੇ ਵੇਲਾ ਤਹਿ ਚੱਲ ਕਰ ਆਵਾ। ਉਸ ਵਕਤ ਉਹ ਵੇਲੇ ਚੱਲ ਕੇ ਆਇਆ ਜਦੋਂ ਸੱਪ ਨੇ ਛਾਂ ਕੀਤੀ। ਇਹੀ ਦਿਖਾਉਣਾ ਸੀ ਮਹਾਰਾਜ ਨੇ, ਪਹਿਲਾਂ ਖੇਤੀ ਹਰੀ ਭਰੀ ਕੀਤੀ, ਫਿਰ ਸੱਪ ਨੇ ਛਾਂ ਕੀਤੀ। ਰਾਏ ਬਲਾਰ ਨੂੰ ਇਉਂ ਪੁਰਾਣੀ ਭਗਤੀ ਜਗਾਉਣੀ ਸੀ ਉਹਦੀ। ਜੇ ਕੋ ਜਾਗਿਓ ਭਾਗ ਸੁਹਾਵਾ। ਜਿਹਦੇ ਬੜੇ ਸੋਹਣੇ ਭਾਗ ਜਾਗ ਪਏ ਸੁੰਦਰ। ਅਨੀਤ ਰੰਗਮ ਸੰਗ ਸੁਰੰਗਾ। ਸੋ ਅਨੀਤ ਰੰਗਮ ਜਿਹੜਾ ਸੀ, ਬਹੁਤ ਜ਼ਿਆਦੇ ਘੋੜੇ ਆਦਿਕ ਫੌਜ ਨਾਲ ਜਾ ਰਹੀ ਸੀ, ਜਿਹਦੇ ਰੰਗਾਂ ਰੰਗਾਂ ਦੀ। ਆਵਹਿ ਨਰ ਗਰਹਿ ਅੰਗ ਉਮੰਗਾ। ਸੋ ਆਵਹਿ ਨਗਰਹਿ, ਆਪਣੇ ਨਗਰ ਵੱਲ ਨੂੰ ਬੜੇ ਉਤਸ਼ਾਹ ਦੇ ਨਾਲ ਆ ਰਹੇ ਸਨ। ਦੇਖ ਨਾਗ ਕੋ ਕੀਓ ਅਨਮਾਨਾ। ਐਡਾ ਵੱਡਾ ਸੱਪ ਦੇਖ ਕੇ ਜਦੋਂ ਅੰਦਾਜ਼ਾ ਲਾਇਆ, ਹਾਂਜੀ, ਉਜਲ ਪਟ ਆਤਪ ਤੇ ਤਾਨਾ। ਕਹਿੰਦੇ ਉਜਲ ਬਸਤਰ ਆਤਪ ਧੁੱਪ ਕਰਕੇ ਜਿਵੇਂ ਛਾਣਿਆ, ਉੱਪਰਲੇ ਪਾਸੇ ਛਾਂ ਕੀਤੀ ਸੱਪ ਨੇ। ਤਰਵਰ ਕੀ ਛਾਇਆ ਬਰ ਤਿਆਗੀ। ਤਰਵਰ ਦਰਖਤ ਦੀ ਜਿਹੜੀ ਛਾਇਆ ਸੀ ਉਹ ਦੂਰ ਹੋ ਗਈ, ਇਸੇ ਕਰਕੇ ਸੱਪ ਨੇ ਛਾਂ ਕੀਤੀ। ਪਟ ਓਟਣ ਕਿਉ ਪਾਇ ਅਨਰਾਗੀ। ਸੋ ਇਸ ਤਰੀਕੇ ਨਾਲ ਤਾਣ ਕਰਕੇ ਪਟ ਜਿਹੜਾ ਬਸਤਰ ਸੀ ਉਹ ਅਨਰਾਗੀ ਹੋ ਕੇ ਪਏ ਸਨ, ਭਾਵ ਸੱਪ ਨੇ ਛਾਂ ਕਰ ਦਿੱਤੀ ਆ ਕੇ ਜਿੱਥੇ। ਅਸ ਵਿਚਾਰ ਕਰ ਤਿਉ ਟਿਗਿਆ ਵਾ। ਇਉਂ ਵਿਚਾਰ ਕਰਕੇ ਨੇੜੇ ਆਇਆ। ਰਸਨਾ ਫਰਕਤ ਮੁਖ ਦ੍ਰਿਸ਼ਟਾਵਾ। ਆ ਕਰਕੇ ਦੇਖਿਆ ਕਿ ਜੀਭ ਫਰਕਦੀ ਸੱਪ ਦੀ। ਐਡਾ ਵੱਡਾ ਸੱਪ ਜਦੋਂ ਆ ਕੇ ਦੇਖਿਆ, ਭੋਗੀ ਲੱਖ ਵੱਡ ਭੋਗਾ ਕਰ। ਇਸ ਤਰੀਕੇ ਨਾਲ ਕਹਿੰਦੇ ਨੇ ਸੱਪ ਨੂੰ ਜਾਣ ਕਣ ਕੇ ਫਣ ਦਾ ਆਕਾਰ ਦੇਖਿਆ ਜਦੋਂ ਦਾ। ਕਰ ਉੱਚੋ ਆਜਤ ਵਿਸਤਾਰਾ। ਚੌੜਾ ਸੱਪ ਬਹੁਤ ਜ਼ਿਆਦੇ, ਜਿਵੇਂ ਛਾਤੀ ਉਹਨੇ ਚੌੜੀ ਕੀਤੀ ਹੋਈ ਸੱਪ ਨੇ। ਰਾਏ ਵਿਚਾਰਤ ਔਰ ਪਰਦਾਇਆ। ਰਾਏ ਵਿਚਾਰ ਕਰਕੇ ਮਨ ਦੇ ਅੰਦਰ ਜੋ ਸੀ ਕਿਰਪਾ ਆ ਗਈ, ਮਨ ਦੇ ਅੰਦਰ ਦਇਆ ਆ ਗਈ। ਬਾਰਕ ਮਰਿਓ ਤਾਂ ਪੰਨੰਗ ਖਾਇਆ। ਉਹ ਹੋਰ ਹੀ ਕੁਝ ਸੋਚਣ ਲੱਗ ਗਿਆ, ਕਹਿੰਦਾ ਲੈ ਵੀ ਸੱਪ ਨੇ ਖਾ ਲਿਆ ਨਿਆਣਾ,
ਨਿਆਣਾ ਪਿਆ ਸੱਪ ਉੱਤੇ ਬੈਠਾ ਆਪਣੀ ਅੰਦਾਜ਼ੇ ਲਾਉਣ ਲੱਗਿਆ ਉਹ। ਜੇ ਜੀਵਤ ਇਹ ਕੋ ਅਵਤਾਰੀ, ਜੇ ਤਾਂ ਜਿਉਂਦਾ ਹੋਇਆ ਫਿਰ ਤਾਂ ਕੋਈ ਅਵਤਾਰ ਹੈ, ਨਹੀਂ ਤਾਂ ਨਿਆਣਾ ਸੱਪ ਨੇ ਖਾ ਲਿਆ। ਸਰਪ ਸੇਤ ਜਹ ਸੇਵਾਕਾਰੀ, ਸੋ ਇੱਥੇ ਤਾਂ ਸੱਪ ਸੇਵਾ ਜੇ ਕਰੇ ਤਾਂ ਸਮਝ ਲਓ ਅਵਤਾਰ ਹੀ ਹੈ। ਫਿਰ ਤਾਂ ਕੋਈ ਇਹ ਚਿੱਟੇ ਰੰਗ ਦਾ ਸੱਪ ਅਜ ਤੱਕ ਦੇਖਿਆ ਤਾਂ ਹੈ ਨਹੀਂ ਵੈਸੇ। ਫੇਰਨ ਹਿਤ ਪ੍ਰਿਤ ਨਿਕਟ ਪਠਾਇਆ, ਦੇਖਣ ਵਾਸਤੇ ਉਸ ਵਕਤ ਭ੍ਰਿਤ ਜਿਹੜਾ ਨੌਕਰ ਸੀ ਉਹਨੂੰ ਪਠਾਇਆ ਦੇਖਣ ਵਾਸਤੇ। ਜਾਂ ਦੇਖ ਕੇ ਅੱਗੇ ਜਾ ਕੇ ਬੱਚਾ ਜਿਉਂਦਾ ਕੀ ਗੱਲ ਹੋ ਗਈ ਹੈ। ਤਬ ਜੀ ਮਗ ਪਾਤਾਲ ਸਿਧਾਇਆ, ਤਾਂ ਉਸ ਵਕਤ ਕਹਿੰਦੇ ਨੇ ਜਿਹੜਾ ਸੱਪ ਸੀ ਉਹ ਪਤਾਲ ਵਿੱਚ ਚਲਿਆ ਗਿਆ। ਹੌਲੀ ਇੱਕ ਦਿਨ ਸੱਪ ਨੇ ਆਪਣਾ ਫਣ ਇਕੱਠਾ ਕੀਤਾ, ਉਹਨੇ ਦੇਖਿਆ ਬੰਦੇ ਆ ਗਏ, ਉਹ ਚਲਿਆ ਗਿਆ ਉੱਥੋਂ। ਪਨਗਾ ਤੌਰ ਤਰੰਗਮ ਰਾਉ, ਫਿਰ ਉਸ ਵਕਤ ਘੋੜਾ ਸਿਰ ਅੱਗੇ ਲੈ ਕਰਕੇ ਰਾਜਾ ਦੇਖਣ ਵਾਸਤੇ ਵਧਿਆ ਅੱਗੇ ਨੂੰ। ਲੱਖ ਚਰਜ ਪਸਿਆਨ ਚਿਤ ਚਾਉ, ਸੋ ਦੇਖਣ ਦਾ ਚਾਉ ਮਨ ਦੇ ਅੰਦਰ ਆਇਆ ਕਿ ਮੈਂ ਦੇਖਾਂ ਤਾਂ ਸਹੀ ਕਿ ਬਾਲਕ ਕਿਵੇਂ ਹੈ। ਨਿਕਟ ਗਏ ਸੁਨ ਖਰਕਾ ਖੁਰਕੋ, ਜਦੋਂ ਘੋੜੇ ਦੇ ਖੁਰਾਂ ਦਾ ਖੜਕਾ ਹੋਇਆ, ਖੜਕਾ ਸੁਣ ਕਰਕੇ ਮਹਾਰਾਜ ਤਨ ਸੁਚੇਤ ਭਾ ਬੇਦੀ ਬਰਕੋ, ਬੇਦੀਆਂ ਦੇ ਬਰ ਸ਼੍ਰੋਮਣੀ ਸਤਿਗੁਰੂ ਨੇ ਸੁਚੇਤ ਹੋ ਗਿਆ ਤਨ ਉਸ ਵਕਤ। ਲੋਚਨ ਬਿਗਸੇ ਦਾਲ ਖੁਸ਼ ਪਰਕੋ, ਸੋ ਉਸ ਵਕਤ ਜਿਹੜੇ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਕਮਲ ਦੇ ਪੱਤਿਆਂ ਵਰਗੇ ਸੋਹਣੇ ਸੋਹਣੇ ਨੇਤਰ ਖੁੱਲੇ। ਮੇਚਕ ਤਾਰੇ ਬਾਰ ਮਦ ਕਰਕੋ, ਸੋ ਕਾਲੇ ਅੱਖਾਂ ਦੇ ਤਾਰੇ ਪੁਤਲੀਆਂ ਭੌਰਿਆਂ ਵਰਗੇ ਖੁੱਲ ਗਏ ਜਦੋਂ ਨੇਤਰ ਸੋਹਣੇ ਖੁੱਲੇ ਹਨ। ਢਗ ਅਰੂੜ ਅਸ ਹੋਇਓ ਰਾਈ, ਚੜਿਆ ਹੋਇਆ ਘੋੜੇ ਤੇ ਉਦੋਂ ਰਾਏ ਨੂੰ ਡਿੱਠਾ। ਭੀੜ ਪਟਣ ਕੇ ਸੰਗ ਸੁਹਾਈ, ਰਾਜੇ ਦੇ ਨਾਲ ਭੀੜ ਸੀ ਬਹੁਤ ਸਾਰੇ ਸੂਰਮਿਆਂ ਦੀ। ਉੱਠ ਤਬ ਸਿਰ ਨਿਵਾਏ ਕੀਏ ਬੰਦਨਾ, ਉੱਠ ਕੇ ਉਸ ਵਕਤ ਸਿਰ ਨਿਵਾ ਕੇ ਬੰਦਨਾ ਕੀਤੀ। ਜੋ ਕਲ ਮਲ ਕਲ ਕਾਲ ਨਿਕੰਦਨਾ, ਜੋ ਸਾਰੇ ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਹਨ। ਪੁਰ ਪਾਲਕ ਦ੍ਰਤੋਤਰ ਤਰੰਗਾ, ਉਸ ਵਕਤ ਪੁਰ ਪਾਲਕ ਹੁੰਦਾ ਨਗਰੀ ਦਾ ਜਿਹੜਾ ਪਾਲਣਹਾਰ ਸੀ ਭਾਵ ਰਾਜਾ। ਛੇਤੀ ਨਾਲ ਆਪਣੇ ਘੋੜੇ ਤੋਂ ਥੱਲੇ ਉਤਰ ਗਿਆ। ਪੁਰ ਪਾਲਕ ਦ੍ਰੁਤ ਉਤਰ ਤਰੰਗਾ, ਆਪਣੇ ਘੋੜੇ ਤੋਂ ਛੇਤੀ ਥੱਲੇ ਉਤਰਿਆ। ਪਰ ਰੰਬਨ ਗਰ ਸੰਗ ਉਮੰਗਾ, ਕਹਿੰਦੇ ਗਲਵੱਕੜੀ ਪਾ ਲਈ ਬੜੇ ਉਤਸ਼ਾਹ ਦੇ ਨਾਲ ਉਸ ਵਕਤ। ਆਦਰ ਸੋਨਜ ਭਾਰ ਕਰ ਕੰਨਿਆ, ਸਹਿਤ ਆਦਰ ਦੇ ਨਾਲ ਆਪਣੇ ਕਲਾਵੇ ਚ ਲੈ ਲਿਆ ਮਹਾਰਾਜ ਨੂੰ। ਚੂਮਤ ਮਸਤਕ ਖੁਸ਼ੀ ਸੋ ਕਨਿਆ, ਮਸਤਕ ਚੁੰਮਿਆ ਗੁਰੂ ਨਾਨਕ ਦੇਵ ਜੀ ਦਾ ਬਹੁਤ ਹੀ ਖੁਸ਼ੀ ਹੋਈ ਮਨ ਨੂੰ, ਕਿਉਂਕਿ ਬਾਬਾ ਕਲਿਆਣ ਚੰਦ ਜੀ ਨਾਲੋਂ ਵੀ ਰਾਇਬਲਾਰ ਜੀ ਵੱਡੇ ਸੀ, ਬਜ਼ੁਰਗ ਸੀ, ਸੋ ਰਾਜੇ ਸੀ ਉੱਥੋਂ ਦੇ। ਹੁਣ ਸ਼ਰਧਾ ਹੋ ਗਈ ਇਹ ਵਾਕਈ ਜਿਹੜਾ ਉਹ ਖੇਤ ਹਰਾ ਹੀ ਕੀਤਾ ਸੀ। ਹੁਣ ਪਤਾ ਲੱਗ ਗਿਆ ਸੱਪ ਨੇ ਇੰਨੇ ਵੱਡੇ ਸੱਪ ਨੇ ਛਾਂ ਕਰਨੀ, ਇਹ ਜ਼ਰੂਰ ਕੋਈ ਅਵਤਾਰ ਹਨ। ਭਾ ਅਧੀਨ ਮਨ ਕਰ ਬਹੁ ਭਾਉ, ਸੋ ਇਸ ਤਰੀਕੇ ਨਾਲ ਜਿਹੜਾ ਜੇ ਭਾ ਅਧੀਨ ਮਨ ਕਰ ਬਹੁ ਭਾਉ, ਬਹੁਤ ਭਾਵ ਕਰਕੇ ਬੜੇ ਅਧੀਨਤਾ ਸਹਿਤ ਹੋ ਗਿਆ। ਜਾਣਿਓ ਇਹ ਅਵਤਾਰ ਪ੍ਰਭਾਉ, ਜਾਣ ਲਿਆ ਕਿ ਇਹ ਬਹੁਤ ਵੱਡਾ ਪ੍ਰਭਾਵੀ ਅਵਤਾਰ ਹੈ, ਇਹਨਾਂ ਵਰਗਾ ਕੋਈ ਅਵਤਾਰ ਨਹੀਂ ਹੋਣਾ। ਬਹੁਰ ਨ ਮਨ ਕਬ ਕੀਨ ਡਲਾਉ, ਹੁਣ ਮਨ ਟਿਕ ਗਿਆ। ਹੁਣ ਕਦੇ ਰਾਇਬਲਾਰ ਜੀ ਨੇ ਮਨ ਨਹੀਂ ਡਲਾਇਆ, ਕਿਉਂਕਿ ਇਹ ਕੌਤਕ ਮਹਾਰਾਜ ਨੇ ਰਾਇਬਲਾਰ ਨੂੰ ਦਿਖਾਇਆ। ਸਾਰੀ ਫੌਜ ਨੇ ਦੇਖਿਆ, ਸਾਰਿਆਂ ਨੇ ਜਾਣ ਲਿਆ ਕਿ ਬਹੁਤ ਵੱਡੇ ਹਨ। ਫਿਰ ਕਰ ਸਰਦਾ ਤਾਂ ਦਿਨ ਰਾਉ, ਉਸ ਦਿਨ ਤੋਂ ਆਪਣੀ ਸ਼ਰਧਾ ਇੱਕ ਜਗ੍ਹਾ ਟਿਕਾ ਲਈ ਰਾਇਬਲਾਰ ਨੇ। ਪਰਮੇਸ਼ਰ ਸਮ ਜਾਣ ਸੁਜਾਨਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਵਰਗਾ ਜਾਣਿਆ ਕਿ ਪਰਮੇਸ਼ਰ ਵਰਗੇ ਹਨ ਤਾਂ ਪਰਮੇਸ਼ਰ ਆਪ ਹੀ ਹਨ। ਮਨ ਕਰ ਬੰਦਾ ਪਦ ਰਾਜਾਨਾ, ਰਾਜੇ ਨੇ ਉਸ ਵਕਤ ਮਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਰਨਾਂ ਤੇ ਮੱਥਾ ਟੇਕ ਦਿੱਤਾ। ਰੁਕਿਓ ਕੰਠ ਪਰ ਪੂਰਨ ਪ੍ਰੇਮਾ, ਕੰਠ ਰੁਕ ਗਿਆ, ਹੁਣ ਗਲ ਰੁਕ ਗਿਆ, ਅੱਖਾਂ 'ਚ ਅੱਥਰੂ ਆਉਣ ਲੱਗੇ ਔਰ ਬਹੁਤਾ ਹੀ ਪ੍ਰੇਮ ਭਰ ਗਿਆ ਮਨ ਦੇ ਅੰਦਰ। ਪਹਿਲੀ ਪਛਤਾਵਾ ਹੀ ਸੀ ਕਿ ਮੈਂ ਉਦੋਂ ਝਿੜਕਾਂ ਮਾਰੀਆਂ, ਇਉਂ ਮਨ ਦੇ ਅੰਦਰ ਹੁਣ ਪਛਤਾਵਾ ਕਰਦਾ ਹੈ। ਬੋਲ ਨਾ ਸਕਿਓ ਉਚਿਤ ਪਾ ਖੇਮਾ, ਸੋ ਲਾਇਕ ਹੋ ਗਿਆ ਕਲਿਆਣ ਦੇ, ਕਿਉਂਕਿ ਬੰਦਾ ਜੇ ਸ਼ਰਧਾ ਚਾਹਦੇ ਉਦੋਂ ਕਲਿਆਣ ਦੇ ਲਾਇਕ ਹੋ ਜਾਂਦਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਕਲਿਆਣ ਲੈ ਲਈ, ਇਹ ਵੀ ਲਾਇਕ ਹੋ ਗਿਆ। ਬੋਲ ਨਹੀਂ ਸਕਿਆ, ਕੁਛ ਗਲ ਭਰ ਆਇਆ, ਅੱਖਾਂ 'ਚੋਂ ਨੀਰ ਵਹਿ ਰਿਹਾ ਔਰ ਮੂੰਹ 'ਚੋਂ ਸ਼ਬਦ ਨਹੀਂ ਨਿਕਲ ਰਿਹਾ ਕੋਈ। ਗਾ ਤੁਰੰਗ ਚੱਡ ਪੁਲਕਤ ਅੰਗਾ, ਫਿਰ ਬਸ ਮੱਥਾ ਟੇਕ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਰ ਚਲਿਆ ਗਿਆ। ਸਰੀਰ ਦੇ ਸਾਰੇ ਰੋਮ ਰੋਮ ਖੜੇ ਹੋ ਗਏ ਖੁਸ਼ੀ ਦੇ ਵਿੱਚ। ਬੈਠਿਓ ਸਦਨਾ ਹੈ ਸੰਗ ਉਮੰਗਾ, ਸੋ ਉਸ ਵਕਤ ਆਪਣੇ ਘਰ ਜਾ ਕੇ ਬਹੁਤ ਉਤਸ਼ਾਹ ਦੇ ਨਾਲ ਬੈਠਿਆ। ਹਿਰਦੈ ਮਨੋਰਥ ਸਾਰ ਵਿਚਾਰੈ, ਆਪਣੇ ਮਨ ਦੇ ਅੰਦਰ ਸਾਰ ਜਿਹੜਾ ਮਨੋਰਥ ਆ ਵਿਚਾਰ ਕਰਦਾ ਹੈ। ਇਹ ਮਮ ਭਵ ਬੰਧਨ ਨਿਰਵਾਰੈ, ਬਸ ਹੁਣ ਆ ਗਏ ਜਿਨ੍ਹਾਂ ਨੇ ਮੇਰੇ ਸੰਸਾਰ ਦੇ ਬੰਧਨ ਕੱਟਣੇ ਸੀ ਨਾ,
ਇਹ ਉਹੀ ਨੇ ਜਿਨ੍ਹਾਂ ਨੂੰ ਮੈਂ ਉਡੀਕ ਰਿਹਾ ਕਿ ਆਵੇ ਮੇਰੇ ਬੰਧਨ ਕੱਟੇ। ਕਿਉਂਕਿ ਰਾਏ ਬਲਾਰ ਜੀ ਪਿਛਲੇ ਕਈ ਜਨਮਾਂ ਤੋਂ ਭਗਤੀ ਕਰ ਰਹੇ ਸੀ ਤੇ ਪਿਛਲੇ ਜਨਮਾਂ ਦੀ ਭਗਤੀ ਅਤੇ ਬਾਬਾ ਕਲਿਆਣ ਚੰਦ ਜੀ ਇਹਨਾਂ ਕੋਲ ਪਿਛਲੇ ਜਨਮਾਂ ਦੇ ਵਿੱਚ ਭਗਤੀ ਕਰਦੇ ਹੁੰਦੇ ਸੀ। ਐਸਾ ਪ੍ਰਸੰਗ ਇੱਥੇ ਆਵੇਗਾ ਵੀ ਥੋੜਾ ਜਿਹਾ ਇਸ਼ਾਰੇ ਮਾਤਰ, ਪਰ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ ਵਿੱਚ ਚੰਗੀ ਤਰ੍ਹਾਂ ਖੋਲ ਕੇ ਪ੍ਰਸੰਗ ਲਿਖਿਆ ਹੋਇਆ ਹੈ। ਹੋਏ ਤਰਨ ਜਬ ਤਾਜ ਲਰਕਾਈ, ਸੋ ਜਦੋਂ ਇਹ ਤਰਨ ਤੋਂ ਭਾਵ ਇਹ ਬੱਚਾ ਜਵਾਨ ਹੋ ਜਾਵੇਗਾ, ਕਰਹੁ ਤਬ ਮੈਂ ਬਿਨੈ ਵਡਾਈ, ਮੈਂ ਉਦੋਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰਾ ਜਨਮ ਤੇ ਮਰਨ ਆਪ ਕੱਟ ਦਿਓ ਜੀ। ਜੋਗਨ ਕੋ ਦੁਰਲਭ ਹੈ ਜੋ, ਸੋ ਜਿਹੜਾ ਜੋਗੀਆਂ ਵਾਸਤੇ ਦੁਰਲਭ ਹੈ ਸਰੂਪ, ਕਿਤੇ ਲੱਭਦਾ ਹੈ ਜਾਂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਸੁੰਦਰ ਸਰੂਪ। ਦੇਹ ਪਰਮ ਪਦ ਮੁਝ ਕੋ ਸੋ, ਮੈਨੂੰ ਸੱਚੇ ਪਾਤਸ਼ਾਹ ਪਰਮ ਪਦਵੀ ਦੀ ਦਾਤ ਬਖਸ਼ਿਸ਼ ਕਰਨਗੇ। ਪੂਰਬ ਭਾਗ ਜਗਿਓ ਵੱਡ ਮੇਰਾ, ਇਹ ਤਾਂ ਮੇਰੇ ਪੂਰਬਲੇ ਹੀ ਭਾਗ ਜਾਗ ਪਏ, ਪੂਰਬਲੇ ਭਾਗਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਮੈਂ। ਤਿਗ ਖੁਦਾਏ ਤਨ ਧਾਰ ਬਸੇਰਾ, ਲਓ ਰੱਬ ਮੇਰੇ ਕੋਲ ਹੀ ਆ ਗਿਆ, ਧਾਰ ਕੇ ਬਸੇਰਾ ਮੇਰੇ ਘਰੇ ਪਰਮਾਤਮਾ ਆਇਆ, ਮੈਂ ਪਛਾਣਿਆ ਨਾ। ਸਾਡੇ ਨਗਰ 'ਚ ਪ੍ਰਮਾਤਮਾ ਆ ਗਿਆ, ਮੈਂ ਪਛਾਣਿਆ ਨਾ। ਆਪਾਂ ਨਹੀਂ ਪਛਾਣਦੇ, ਆਪਾਂ ਕਹਿੰਦੇ ਬਾਬੇ ਕਲਿਆਣ ਚੰਦ ਨੇ ਗੁਰੂ ਨਾਨਕ ਦੇਵ ਨੂੰ ਪਛਾਣਿਆ ਹੀ ਨਹੀਂ ਸਾਰੀ ਜ਼ਿੰਦਗੀ। ਕਿੱਦਾਂ ਖੁਸ਼ੀ ਨਾਲ ਸਾਖੀ ਸੁਣਦੇ ਆ, ਫਿਰ 13 ਦਿਨ ਪਹਿਲਾਂ ਪਛਾਣਿਆ। ਆਪਾਂ ਪਛਾਣ ਲਓ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਨਿਰੰਕਾਰ ਆਪ ਹੈ। ਨਹੀਂ ਪਛਾਣਦੇ, ਵਿਸ਼ਵਾਸ ਕਰੋ ਮਹਾਰਾਜ ਆਪ ਨਿਰੰਕਾਰ ਨੇ, ਸ਼ਾਂਤ ਸਰੂਪ ਨੇ ਸੱਚੇ ਪਾਤਸ਼ਾਹ। ਬੋਲਣ ਮਿਲਣੇ ਕੋ ਫਲ ਜਾਸੂ, ਸੋ ਜਿਨ੍ਹਾਂ ਨੂੰ ਬੋਲਣ ਦਾ ਹੀ ਫਲ ਹੈ, ਜਿਨ੍ਹਾਂ ਨੂੰ ਮਿਲਣ ਦਾ ਹੀ ਬੜਾ ਫਲ ਹੈ। ਮੈਂ ਜਾਣਦਾ ਕਿ ਏਡੇ ਵੱਡੇ ਮਹਾਂਪੁਰਖ ਹਨ। ਵੇਦ ਕਤੇਵ ਨਾ ਕਹਿ ਸਕਤਾਸੂ, ਵੇਦ ਕਤੇਬ ਵੀ ਜਿਨ੍ਹਾਂ ਵਾਸਤੇ ਕੁਝ ਕਹਿ ਨਹੀਂ ਸਕਦੇ, ਉਹਨਾਂ ਦੀ ਉਪਮਾ ਕਰ ਨਹੀਂ ਸਕਦੇ ਸਪੂਰਨ। ਪ੍ਰੇਤ ਭੇਜ ਕਾਲੂ ਬਲਵਾਇਓ, ਉਸ ਵਕਤ ਨੌਕਰ ਭੇਜਿਆ, ਫਿਰ ਕਲਿਆਣ ਚੰਦ ਜੀ ਬਾਬਾ ਜੀ ਨੂੰ ਬੁਲਾਇਆ, ਕਰ ਆਦਰ ਨਿਜ ਨਿਕਟ ਬਿਠਾਇਓ, ਆਦਰ ਕਰਕੇ ਆਪਣੇ ਨੇੜੇ ਬਿਠਾਇਆ। ਨਿਜ ਸੁਤ ਕੋ ਸੁਤ ਜਾਨੋ ਨਾਹੀ, ਹੁਣ ਇਹ ਆ ਗਏ। ਪਹਿਲਾਂ ਸੀ ਹਰਦਿਆਲ ਪ੍ਰੋਹਤ ਕਹਿੰਦਾ ਅਵਤਾਰ ਨੇ, ਫਿਰ ਪਾਂਦਾ ਕਹਿੰਦਾ ਅਵਤਾਰ ਨੇ, ਫਿਰ ਮਲਾਣਾ ਕਹਿੰਦਾ ਇਹ ਅਵਤਾਰ ਨੇ, ਫਿਰ ਭੱਟੀ ਵਾਲਾ ਕੌਤਕ ਹੋਇਆ। ਹੁਣ ਨਗਰ ਦਾ ਰਾਜਾ ਉਹ ਬੁਲਾ ਕੇ ਬਾਬੇ ਕਲਿਆਣ ਚੰਦ ਜੀ ਕੋਲ ਬਿਠਾ ਕਹਿੰਦਾ ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੀ, ਐ ਨਾ ਜਾਣੀ ਮੇਰਾ ਪੁੱਤ ਹੈ ਇਹ ਤਾਂ ਰੱਬ ਆਪ ਆਇਆ। ਭਾਇ ਅਵਤਾਰ ਤੋਹੇ ਘਰ ਮਾਹੀ, ਇਹ ਤਾਂ ਤੇਰੇ ਘਰੇ ਅਵਤਾਰ ਆਇਆ ਹੋਇਆ ਹੈ। ਜਾਗਿਓ ਗਰਵ ਭਾਗ ਜਗ ਤੇਰੋ, ਉਹ ਜਗ ਦੇ ਵਿੱਚ ਤੁਹਾਡਾ ਗਰਵ ਹੁੰਦਾ, ਬਹੁਤਾ ਭਾਰੀ ਭਾਗ ਜਾਗਿਆ ਹੈ। ਤਬ ਸੰਸਰ ਕੋ ਔਰ ਨਾ ਹੇਰੋ, ਉਹ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਦੇਖਿਆ। ਅਸਨ ਬਸਨ ਸਾਦਰ ਸੋ ਦੀਜੈ, ਬੱਚੇ ਨੂੰ ਭੋਜਨ ਕੱਪੜਾ ਸਭ ਸਹਿਤ ਆਦਰ ਦੇ ਦੇਣਾ, ਝਿੜਕਣਾ ਨਹੀਂ। ਅੱਜ ਤੋਂ ਮੈਂ ਤੁਹਾਨੂੰ ਹੁਕਮ ਕਰਦਾ ਹਾਂ। ਅਬ ਹੇਲਣ ਨਹਿ ਤਨ ਕੋ ਕੀਜੈ, ਤੇ ਕਿਸੇ ਤਰੀਕੇ ਨਾਲ ਉਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹ ਧਿਆਨ ਰੱਖਣਾ ਤੁਸੀਂ। ਤਾਤ ਜਾਨ ਦੁਰਬਚਨ ਨਾ ਭਾਖੋ, ਇਉਂ ਨਾ ਜਾਣੀ ਮੇਰਾ ਪੁੱਤ ਹੈ ਤੇ ਮੈਂ ਖੋਟੇ ਬਚਨ ਬੋਲਦਿਆਂ ਕਦੇ ਮਾੜਾ ਬਚਨ ਨਾ ਕਰੀ ਉਹਨਾਂ ਨੂੰ। ਹੁਣ ਪਰਮੇਸ਼ਰ ਸਮ ਸਰਦਾ ਰਾਖੋ, ਇਹ ਪਰਮੇਸ਼ਰ ਵਾਂਗੂ ਸਰਦਾ ਰੱਖਣੀ ਨਾ, ਤੇ ਪਰਮੇਸ਼ਰ ਆਪ ਆਇਆ ਹੋਇਆ ਹੈ। ਕੌਣ ਬੁਲਾਰ ਕਾਲੂ ਕੇ ਸਾਥਾ, ਇਸ ਤਰੀਕੇ ਨਾਲ ਉਸ ਵਕਤ ਜਿਹੜੇ ਸੀ ਬਚਨ ਕਰਦੇ, ਪੁਨ ਬੁਲਾਰ ਰਾਏ ਬੁਲਾਰ ਨੇ ਬਾਬਾ ਕਲਿਆਣ ਚੰਦ ਜੀ ਨਾਲ ਕਹੀ ਸਰਪ ਕੇ ਸਭ ਵਿਦ ਗਾਥਾ, ਸਾਰੀ ਸੱਪ ਦੀ ਗੱਲ ਦੱਸੀ ਵੀ ਐ ਮੈਂ ਗਿਆ, ਐਡਾ ਵੱਡਾ ਚਿੱਟੇ ਰੰਗ ਦਾ ਸੱਪ ਸੇਜਾ ਉਹਨੇ ਬਣਾਈ, ਚਾਰੇ ਪਾਸੇ ਮਹਾਰਾਜ ਦੇ ਉੱਪਰ ਛਾਂ ਕੀਤੀ ਹੋਈ ਸੀ, ਦਰਖਤ ਦੀ ਛਾਂ ਪਰੇ ਸੀ। ਜਦੋਂ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜਾ ਕੇ, ਆ ਤਪ ਤਪ ਤਹਿ ਕੇ ਕੀਏ ਛਾਇਆ, ਉਸ ਵਕਤ ਸੱਪ ਨੇ ਜਾ ਕਰਕੇ ਛਾਂ ਕਰਦਿਆਂ ਮੈਂ ਆਪ ਦੇਖਿਆ ਹੈ। ਹਮ ਹੈ ਹੇਰਨੇ ਚ ਦੇਹ ਦੁਰਾਇਆ, ਇਸ ਕਰਕੇ ਮੈਨੂੰ ਦੇਖ ਕੇ ਫਿਰ ਅਸੀਂ ਜਦੋਂ ਗਏ ਨਾ ਨੇੜੇ, ਸਿਪਾਹੀ ਗਏ ਮੇਰੇ, ਉਹ ਸੱਪ ਜਿਹੜਾ ਸੀ ਖੱਡ 'ਚ ਵੜ ਗਿਆ, ਛੁਪ ਗਿਆ ਉਸ ਵਕਤ। ਸੁਣ ਕਰ ਕਾਲੂ ਕਹਿਤ ਭਲਾਜੂ, ਕਹਿਣ ਲੱਗਿਆ ਭਲੀ ਗੱਲ ਹੈ ਜੀ, ਭਲੀ ਗੱਲ ਹੈ ਬਾਬਾ ਕਲਿਆਣ ਚੰਦ ਜੀ, ਕਿਉਂਕਿ ਦੋ ਚੀਜ਼ ਪਏ ਨੇ ਵੀ ਸਾਰੇ ਮੈਨੂੰ ਐਂ ਕਹਿੰਦੇ ਨੇ ਇਹ ਘਰ ਦੇ ਭਾਂਡੇ ਲੁਟਾਈ ਜਾਂਦੇ ਨੇ, ਇਹ ਕੰਮ ਨਹੀਂ ਕਰਦੇ। ਘਰਦਿਆਂ ਨੂੰ ਤੇ ਇਹੀ ਹੁੰਦਾ ਇਹ ਕੰਮ ਨਹੀਂ ਕਰਦਾ ਕੋਈ। ਜਿਵੇਂ ਸਵੇਰੇ ਵੀ ਸਾਖੀ 'ਚ ਆਇਆ ਸੀ, ਉਹ ਘਰ ਦੇ ਕਹਿੰਦੇ ਸਾਡੇ ਤਾਂ ਕਿਸੇ ਕੰਮ ਦਾ ਨਹੀਂ, ਇਹ ਤਾਂ ਕੰਮ ਤਾਂ ਕੋਈ ਕਰਦਾ ਨਹੀਂਗਾ। ਇਸ ਕਰਕੇ ਜਿਹੜੇ ਭਗਤੀ ਕਰਦੇ ਲੋਕ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਦੇਖਣਾ ਚਾਹੁੰਦੇ ਕੰਮ ਕਰਦੇ ਆ, ਭਗਤ ਇੰਟਰਨਲੀ ਸਾਰੀ ਭਗਤੀ ਕਰਦੇ ਹੁੰਦੇ ਆ, ਬਾਹਰ ਤਾਂ ਦੇਖਣ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਹੈ। ਹੋਏ ਤਾਂ ਜਾਣੀ ਜਾਏ ਕਲਾਜੂ, ਹਾਂ ਹੋਏਗੀ ਜੀ ਐਸੀ ਗੱਲ, ਕਲਾ ਹੀ ਹੋਣੀ ਕੋਈ, ਪਰ ਪੂਰਾ ਵਿਸ਼ਵਾਸ ਬਾਬੇ ਕਲਿਆਣ ਚੰਦ ਨੂੰ ਨਹੀਂ ਆ ਰਿਹਾ ਹੈ।
ਅਸ ਕਹਿ ਗਇਓ ਅਸਰਦਾ ਧਾਰੀ। ਇਸ ਤਰੀਕੇ ਨਾਲ ਕਹਿ ਕਰਕੇ ਮਨ ਦੇ ਅੰਦਰ ਬਹੁਤੀ ਸ਼ਰਧਾ ਧਾਰੀ ਹੈ ਵੀ ਜਦੋਂ ਰਾਏ ਬਲਾਰ ਜੀ ਕਹਿੰਦੇ ਤਾਂ ਹੋਣਾ ਹੀ ਹੈ ਗੱਲ ਸਹੀ। ਮਾਇਆ ਮੋਹ ਪ੍ਰਬਲ ਜਿਹੇ ਭਾਰੀ। ਪਰ ਸ਼ਰਧਾ ਬਣੀ ਨਹੀਂ ਪੂਰੀ, ਮਾਇਆ ਦਾ ਮੋਹ ਪ੍ਰਬਲ ਹੈ ਸਰੀਰ ਦੇ ਉੱਤੇ। ਘਰ ਦੇ ਤੇ ਇਹੀ ਕਹਿੰਦੇ ਜੇ ਤਾਂ ਨਿਆਣਾ ਪੈਸੇ ਲਿਆਵੇ ਫੇਰ ਸਿਆਣਾ, ਜੇ ਨਿਆਣਾ ਮਾਲਾ ਫੜ ਲੇ ਫੇਰ ਸਿਆਣਾ ਨਹੀਂ ਹੁੰਦਾ। ਤਿਉ ਸੋ ਕਰੇ ਜਿਉ ਪ੍ਰੈ ਨਿਯੰਤਾ। ਪਰ ਕਰਦੇ ਉਵੇਂ ਨਹੀਂ ਜਿਵੇਂ ਨਿਯੰਤਾ ਪ੍ਰੇਰਕ ਪਰਮੇਸ਼ਰ ਪ੍ਰੇਰਦਾ ਬੰਦੇ ਨੂੰ। ਜਿਉ ਜੰਤੇ ਵਸ ਵਾਜਹਿ ਜਨਤਾ। ਜਿਵੇਂ ਜੰਤੀ ਦੇ ਵਾਜਾ ਵਜਾਉਣ ਵਾਲੇ ਦੇ ਵਸ ਵਿੱਚ ਹੁੰਦਾ ਨਾ ਵਾਜਾ, ਜਿੱਦਨ ਨੂੰ ਮਰਜੀ ਸੁਰਾਂ ਵਜਾ ਦੇਵੇ, ਰੱਬ ਦੇ ਹੱਥ ਵਾਸੀ ਆ ਸਾਰਾ ਕੁਝ। ਉਹ ਬਾਬੇ ਕਲਿਆਣ ਚੰਨ ਵਾਲੇ ਸ਼ਰਧਾ ਪੈਦਾ ਹੀ ਨਹੀਂ ਕਰਨੀ ਉਹਨਾਂ ਨੇ। ਦਾਰ ਨਾਰ ਕੋ ਕਿਆ ਗੁਣ ਦੋਸੂ। ਸੋ ਇਸ ਕਰਕੇ ਜਿਹੜਾ ਹੈ ਨਾ ਕਾਠ ਦੀ ਪੁਤਲੀ ਬਣਾਈ ਹੁੰਦੀ ਆ, ਪੁਤਲੀਆਂ ਨਚਾਉਣ ਵਾਲਾ, ਕਿਉਂਕਿ ਉਹਦੇ ਹੱਥ 'ਚ ਹੁੰਦਾ ਸਾਰਾ ਕੁਝ। ਪੁਤਲੀ ਦੇ ਹੱਥ ਕੀ ਹੈ? ਤੇ ਪਰ ਕਿਆ ਪ੍ਰਸਾਦ ਕਿਆ ਰਸੂ। ਉਹਦੇ ਉੱਤੇ ਕੀ ਖੁਸ਼ੀ ਤੇ ਕੀ ਗੁੱਸਾ ਕਰਨਾ। ਪੁਤਲੀ ਵਿਚਾਰੀ ਪੁਤਲੀ ਹੁੰਦੀ ਆ। ਸ੍ਰੀ ਨਾਨਕ ਅਨੁਸਾਰੀ ਮਾਇਆ। ਕਿਉਂਕਿ ਜਿਹੜੀ ਮਾਇਆ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਆਗਿਆ 'ਚ ਹੈ। ਜਿਹਦੇ ਤੇ ਜੀ ਕਰੇ ਪਾ ਦੇਣ, ਜਿਹਦੇ ਜੀ ਕਰੇ ਲਾਹ ਦੇਣ। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ ਏ, ਭਿਆਖ ਨਾ ਜਾਪੇ ਜੇ ਕਿਸੇ ਆਣਾ ਰਾਸ। ਜਸ ਇੱਛਾ ਕਰਹੀ ਤਸ ਛਾਇਆ। ਸੋ ਜਿਹੀ ਜੀ ਇੱਛਾ ਕਰਦੇ ਉਹੀ ਜੀ ਮਾਇਆ ਦੀ ਛਾਇਆ ਪਾ ਦਿੰਦੇ ਨੇ। ਇਨਸਾਨ ਦੀ ਬੁੱਧੀ ਜਿੱਦਨ ਮਰਜੀ ਭਰਮਾ ਦੇਣ ਮਹਾਰਾਜ। ਹਰ ਮੇ ਆਏ ਔਰ ਹਰਖ ਸਮੇਤੋ। ਆਪਣੇ ਘਰ ਆਏ ਇੰਨੀ ਗੱਲ ਜ਼ਰੂਰ ਖੁਸ਼ੀ ਵੀ ਜਿਹੜਾ ਰਾਜੇ ਨੇ ਤਾਰੀਫ ਕੀਤੀ ਆ, ਆਪਣੇ ਹੀ ਸੋਚਦੇ ਨੇ। ਜਿਵੇਂ ਕਿਸੇ ਬੰਦੇ ਨੇ ਕੋਈ ਮੰਤਰੀ ਜਾਣ ਦਾ ਮਨ ਹੱਥ ਉੱਤ ਮਲਾ, ਚੱਲ ਆ ਲੱਗਦਾ ਹੋਰ ਨਹੀਂ ਮੁੰਡਾ ਹੀ ਨੌਕਰੀ ਲਵਾਵਾਂਗੇ ਆਪਣਾ। ਲੋਕ ਇੱਥੇ ਤੱਕ ਸੋਚਦੇ ਹੁੰਦੇ ਆ, ਪਹਿਲਾਂ ਕੋਈ ਹੋਰ ਚੀਜ਼ ਲੈ ਲਾਂਗੇ ਰਾਜੇ ਤੋਂ। ਰਾਏ ਬਲਾਰ ਜੀ ਬਾ ਇਹ ਗੱਲ 'ਚ ਖੁਸ਼ ਹੈ, ਚੱਲ ਚੰਗਾ ਹੁਣ ਮੈਂ ਕਹੂੰਗਾ ਚਲੇ ਤਾਂ ਨੌਕਰੀ ਲਵਾ ਦਿਓ ਕਿਤੇ। ਕਰ ਹੈ ਹੇਤ ਬੇਦੀ ਕੁਲ ਕੇਤੂ। ਇਸ ਤਰੀਕੇ ਨਾਲ ਬਹੁਤ ਪਿਆਰ ਕਰਦੇ ਗੁਰੂ ਨਾਨਕ ਦੇਵ ਜੀ ਨਾਲ। ਚਲੋ ਇਹ ਚੰਗਾ ਵੀ ਰਾਜੇ ਨੇ ਇਹਨਾਂ ਨੂੰ ਤਾਰੀਫ ਕੀਤੀ ਇਹਨਾਂ ਦੀ। ਕਛ ਪ੍ਰਸੰਨਤਾ ਸੁਰਪੀ ਚਾਰੀ। ਬਹੁਤ ਜ਼ਿਆਦੇ ਜਿਹੜੀਆਂ ਸੀ ਨਾ ਕੁਝ ਸਮਾਂ ਤੱਕ ਇਹ ਜਿਹੜੀਆਂ ਗਾਵਾਂ ਆਦਿਕ ਸੀ ਪ੍ਰਸੰਨਤਾ ਦੇ ਨਾਲ ਚਾਰੀਆਂ। ਨ੍ਰਿਪ ਬਲਾਰਨਤ ਬਹਰੇ ਉਚਾਰੀ। ਫਿਰ ਉਸ ਵਕਤ ਉਸਤਤੀ ਕੀਤੀ ਜਦ ਰਾਜੇ ਨੇ ਬੁਲਾ ਕਰਕੇ ਰਾਏ ਬਲਾਰ ਨੇ। ਜਾਂ ਤੇ ਕਰਤ ਦੁਲਾਰ ਵਿਸਾਲਾ। ਇਸ ਕਰਕੇ ਬਹੁਤ ਜ਼ਿਆਦਾ ਦੁਲਾਰ ਕਰਦੇ, ਪਿਆਰ ਕਰਦੇ, ਲਾਡ ਕਰਦੇ ਹਨ ਮਹਾਰਾਜ ਨਾਲ। ਸੀਤਲ ਲੋਚਨ ਦੇਖ ਕਿਰਪਾਲਾ। ਇਹ ਕਰਕੇ ਕਿਰਪਾਲ ਸਤਿਗੁਰੂ ਮਹਾਰਾਜ ਨੂੰ ਅੱਖਾਂ ਠੰਡੀਆਂ ਹੁੰਦੀਆਂ ਨੇ। ਤਾਂ ਦਿਨ ਤੇ ਤਲਵੰਡੀ ਪੁਰ ਮੈਂ। ਉਸ ਦਿਨ ਤੋਂ ਤਲਵੰਡੀ ਪੁਰੀ ਦੇ ਵਿੱਚ ਮਹਿਮਾ ਕਰਤ ਭਏ ਘਰ ਘਰ ਮੈਂ। ਮਹਿਮਾ ਘਰ ਘਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਉਸ ਦਿਨ ਤੋਂ ਫਿਰ ਹੋਰ ਜ਼ਿਆਦਾ ਵੱਧ ਗਈ, ਇਲਾਕੇ 'ਚ ਵੱਧ ਗਈ, ਅੱਗੇ ਵੱਧ ਗਈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਅੱਗੇ ਤੋਂ ਅੱਗੇ ਵੱਧ ਰਹੀ ਆ। ਸੋ ਸਤਿਗੁਰੂ ਕਿਰਪਾ ਕਰ ਰਹੇ ਨੇ। ਸੋ ਕੱਲ ਸਵੇਰੇ ਫੇਰ ਕਥਾ ਸ਼ਰਵਣ ਕਰਾਂਗੇ 6 ਤੋਂ 7। ਕੱਲ ਸ਼ਾਮ ਨੂੰ ਫੇਰ ਸ਼ਰਵਣ ਕਰਾਂਗੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਲੀਲਾ, ਬਾਣੀ ਸ਼ਰਵਣ ਕਰਦੇ ਆਂ। ਗੁਰਾਂ ਦੇ ਜੋ ਆਏ ਮਹਾਰਾਜ ਸੰਸਾਰ ਦੇ ਉੱਤੇ ਕੌਤਕ ਕੀਤੇ ਉਹ ਸ਼ਰਵਣ ਕਰਦੇ ਆਂ। ਨਾਮ ਬਾਣੀ ਨਾਲ ਸਤਿਗੁਰੂ ਮਹਾਰਾਜ ਆਪਾਂ ਨੂੰ ਜੋੜੀ ਰੱਖਣ। ਕਿਉਂ ਸਤਿਗੁਰੂ ਮਹਾਰਾਜ ਦੇ ਪਾਵਨ ਪ੍ਰਸੰਗ ਸ਼ਰਵਣ ਕੀਤੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੱਡੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਸਮਰੱਥ ਸਤਿਗੁਰੂ ਹਨ। ਮਹਾਰਾਜ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਦੀ ਕਮੀ, ਆਪਣੇ 'ਚ ਵਿਸ਼ਵਾਸ ਨੂੰ ਵਧਾ ਲਈਏ ਤਾਂ ਸਾਰਾ ਕੁਝ ਕੋਲ ਹੀ ਹੈ, ਹਾਜ਼ਰ ਨਾਜ਼ਰ ਨੇ। ਜਦੋਂ ਵਿਸ਼ਵਾਸ ਘਟ ਜਾਂਦਾ ਉਦੋਂ ਸਭ ਕੁਝ ਦੂਰ ਹੋ ਜਾਂਦਾ। ਕਿਉਂ ਵਿਸ਼ਵਾਸ ਕਰਕੇ ਉਹਦਾ ਨਾਮ ਲਈਏ। ਵਾਹਿਗੁਰੂ 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 ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨਿਆ ਸੂਰਾ ਸੋ ਪਹਿਚਾਨਿਆ ਜੋ ਲਰੈ ਦੀਨ ਕੇ ਹੇਤ 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 ਪੁਰਜਾ ਕਟ ਮਰੈ ਪੁਰਜਾ ਕਟ ਮਰੈ ਪੁਰਜਾ ਕਟ ਮਰੈ ਪੁਰਜਾ ਕਟ ਮਰੈ ਕਬਹੁ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਕਬਹੁ ਨਾ ਛਾੜੈ ਖੇਤ ਕਬਹੁ ਨਾ ਛਾੜੈ ਖੇਤ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ